हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਟੌਪਿਕ ਕਰਾਂਗੇ ਇੰਟੈਲੀਜੈਂਸੀ। ਮੋਸਟ ਮੋਸਟ ਇੰਪੋਰਟੈਂਟ ਟੌਪਿਕ ਹੈ। ਇਸ ਦਾ ਅੰਦਾਜ਼ਾ ਤੁਸੀਂ ਕੁਐਸਚਨਾਂ ਤੋਂ ਲਗਾ ਸਕਦੇ ਹੋ। ਢੇਰਾਂ ਕੁਐਸਚਨ ਹਰ ਵਾਰ ਪੇਪਰ ਸੈੱਟ ਕਰਨ ਵਾਲੇ ਇਸ ਦੇ ਵਿੱਚੋਂ ਪੁੱਛਦੇ ਨੇ। ਇਹ ਸਾਰੇ ਕੁਐਸਚਨ ਤੁਸੀਂ ਆਪਣੇ ਆਪ ਇਹਨਾਂ ਦਾ ਆਨਸਰ ਜਿਹੜਾ ਉਹ ਲਾਸਟ ਵਿੱਚ ਜਾਣ ਜਾਓਗੇ ਜੇਕਰ ਅੱਜ ਦੀ ਕਲਾਸ ਤੁਸੀਂ ਕੰਪਲੀਟ ਦੇਖ ਲੈਂਦੇ ਹੋ। ਤਾਂ ਅੱਜ ਦੀ ਕਲਾਸ ਹੈ ਜਿਹੜੀ ਸਪੈਸ਼ਲ ਹੋਏਗੀ ਅਤੇ ਇਸ ਨੂੰ ਅਸੀਂ ਅਲੱਗ-ਅਲੱਗ ਫੇਸਿਸ ਦੇ ਵਿੱਚ ਡਿਵਾਈਡ ਕਰਕੇ ਕਰਾਂਗੇ। ਪਹਿਲਾਂ ਤਾਂ ਅਸੀਂ ਸਮਝਾਂਗੇ ਕਿ ਬੁੱਧੀ ਕੀ ਹੈ ਅਤੇ ਇਸ ਤੋਂ ਬਾਅਦ ਇਸ ਦੇ ਸਿਧਾਂਤ ਅਤੇ ਕਿਸਮਾਂ ਸਮਝਾਂਗੇ। ਇੱਕ ਫੇਜ਼ ਹੋ ਗਿਆ ਅਤੇ ਨੈਕਸਟ ਫੇਜ਼ ਦੇ ਵਿੱਚ ਅਸੀਂ ਨੇ ਬੁੱਧੀ ਦਾ ਮਾਪਣ ਯਾਨੀ ਕਿ ਇੰਟੈਲੀਜੈਂਸ ਟੈਸਟ ਸਮਝਣੇ ਨੇ ਅਤੇ IQ ਦਾ ਪੂਰਾ ਕਨਸੈਪਟ, ਪੂਰੇ ਸਿਧਾਂਤ, ਸਾਰੀਆਂ ਥਿਊਰੀਆਂ ਇਸ ਕਲਾਸ ਦੇ ਵਿੱਚ ਕਵਰ ਹੋਣਗੀਆਂ। ਹੋ ਸਕਦਾ ਕਲਾਸ ਥੋੜ੍ਹੀ ਲੰਮੀ ਹੋ ਜੇ ਪਰ ਮੋਸਟ ਇੰਪੋਰਟੈਂਟ ਹੈ। ਇਸ ਦੇ ਵਿੱਚੋਂ ਕੁਐਸਚਨ ਨਾ ਬਣੇ ਇਹ ਕਦੇ ਹੋ ਹੀ ਨਹੀਂ ਸਕਦਾ। ਢੇਰਾਂ ਕੁਐਸਚਨ ਮਤਲਬ ਕਿ ਪੇਪਰ ਪਾਉਣ ਵਾਲਿਆਂ ਦਾ ਇਹ ਫੇਵਰੇਟ ਟੌਪਿਕ ਹੁੰਦਾ ਹੈ। ਇਸ ਦੇ ਵਿੱਚੋਂ ਕੁਐਸਚਨ ਹਰ ਵਾਰ ਬਣਦੇ ਨੇ ਤਾਂ ਇਹ ਕੁਐਸਚਨ ਤਾਂ ਤੁਹਾਨੂੰ ਈਜ਼ੀ ਲੱਗਣਗੇ। ਤੁਸੀਂ ਐਂ ਕਹੋਗੇ ਵੀ ਇੰਨੇ ਸੌਖੇ ਕੁਐਸਚਨ ਪਾ ਤੇ ਪੇਪਰ ਵਾਲਿਆਂ ਨੇ। ਜਦੋਂ ਆਪਾਂ ਨੇ ਅੱਜ ਦੀ ਇਹ ਕਲਾਸ ਲਗਾ ਲਈ, ਇਹ ਸਾਰੇ ਕੁਐਸਚਨਾਂ ਦਾ ਆਨਸਰ ਤੁਹਾਨੂੰ ਲਾਸਟ 'ਤੇ ਮਿਲੇਗਾ। ਇਹ ਕੁਝ ਕੁਐਸਚਨ ਜੋ ਸੀ ਨੇ ਨਿਊ ਤਿਆਰ ਕੀਤੇ, ਫਿਰ ਪੇਪਰ ਪਾਉਣ ਵਾਲਿਆਂ ਦਾ ਜਦੋਂ ਇੰਨਾ ਸ਼ੌਂਕ ਲਾ ਕੇ ਉਹ ਪੇਪਰ ਪਾਉਂਦੇ ਨੇ ਇਸ ਟੌਪਿਕ 'ਚੋਂ, ਤਾਂ ਫਿਰ ਅਸੀਂ ਨੇ ਵੀ ਕੁਝ ਕੁਐਸਚਨ ਤਿਆਰ ਕੀਤੇ ਨੇ। ਇਹਨਾਂ ਦਾ ਆਨਸਰ ਤੁਹਾਨੂੰ ਲਾਸਟ 'ਤੇ ਆਪਣੇ ਆਪ ਮਿਲ ਜਾਵੇਗਾ। ਤਾਂ ਸਟਾਰਟ ਕਰਦੇ ਹਾਂ ਟੌਪਿਕ ਬੁੱਧੀ ਯਾਨੀ ਕਿ ਇੰਟੈਲੀਜੈਂਸ। ਤਾਂ ਦੇਖੋ ਜੀ, ਪਹਿਲਾਂ ਇਸ ਦਾ ਮੀਨਿੰਗ ਸਮਝਦੇ ਹਾਂ ਆਪਾਂ। ਇੱਕ ਆਮ ਜਿਹਾ ਮੀਨਿੰਗ ਸਮਝਦੇ ਹਾਂ। ਆਮ ਭਾਸ਼ਾ ਦੇ ਵਿੱਚ ਇਹ ਇੱਕ ਅਜਿਹੀ ਸੂਝ ਹੈ ਜੋ ਵਰਤੀ ਜਾਵੇ, ਠੀਕ ਹੈ, ਉਸ ਨੂੰ ਅਸੀਂ ਕੀ ਆਖਦੇ ਹਾਂ ਜੀ? ਬੁੱਧੀ ਆਖਦੇ ਹਾਂ। ਅਜਿਹੀ ਸੂਝ ਜੋ ਵਰਤੀ ਜਾਵੇ, ਇੰਟਲੈਕਟ ਪੁੱਟ ਟੂ ਯੂਜ਼। ਤਾਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਸਮਝ ਹੈ, ਅੰਡਰਸਟੈਂਡਿੰਗ ਹੈ। ਇੰਟੈਲੀਜੈਂਸ ਬੁੱਧੀ ਕੀ ਹੈ? ਇੱਕ ਸਮਝ ਹੈ, ਇੱਕ ਕਹਿ ਸਕਦੇ ਹਾਂ ਅੰਡਰਸਟੈਂਡਿੰਗ ਹੈ। ਅਤੇ ਜੇਕਰ ਗੱਲ ਕਰੀਏ ਜੋ ਗਾਲਟਨ ਸੀ, ਗਾਲਟਨ ਜਿਸ ਨੇ ਵਿਅਕਤੀਤਵ ਭਿੰਨਤਾ ਯਾਨੀ ਕਿ ਇੰਡੀਵਿਜੂਅਲ ਡਿਫਰੈਂਸ ਦੀ ਗੱਲ ਕੀਤੀ ਹੈ, ਤਾਂ ਉਹ ਕੀ ਆਖਦਾ ਸੀ ਵੀ ਹਰ ਇੱਕ ਇਨਸਾਨ ਅਲੱਗ ਹੈ। ਮਤਲਬ ਕਿ ਵਿਅਕਤੀਗਤ ਭਿੰਨਤਾਵਾਂ ਨਹੀਂ, ਮਤਲਬ ਕਿ ਜਦੋਂ ਉਹ ਵਿਅਕਤੀਗਤ ਭਿੰਨਤਾਵਾਂ ਦੀ ਗੱਲ ਕਰਦਾ ਹੈ ਤਾਂ ਉਹ ਬੁੱਧੀ ਮਾਪਣ ਦੀ ਲਹਿਰ ਸ਼ੁਰੂ ਕਰ ਦਿੰਦਾ ਹੈ। ਸਿਰਫ ਗੱਲਾਂ ਕਰਦਾ ਉਹਨੇ, ਮੈਂ ਇਹ ਨਹੀਂ ਕਹਿ ਰਿਹਾ ਵੀ ਕਨਸੈਪਟ ਦਿੱਤਾ ਜਾਂ ਟੈਸਟ ਬਣਾਇਆ, ਉਹ ਆਪਾਂ ਅੱਗੇ ਗੱਲਾਂ ਕਰਾਂਗੇ, ਠੀਕ ਹੈ। ਤਾਂ ਫਿਲਹਾਲ ਕੀ ਸਮਝੋ ਵੀ ਉਹ ਐਂ ਕਹਿੰਦਾ ਸੀ ਹਰ ਇੱਕ ਇਨਸਾਨ ਕੀ ਨੇ, ਅਲੱਗ ਨੇ, ਡਿਫਰੈਂਟ ਨੇ। ਤਾਂ ਇਸ ਕਰਕੇ ਉਸਨੇ ਬੁੱਧੀ ਮਾਪਣ ਦੀ ਲਹਿਰ ਸ਼ੁਰੂ ਕੀਤੀ, ਮਤਲਬ ਸਿਰਫ ਗੱਲਾਂ ਕੀਤੀਆਂ ਸ਼ੁਰੂ ਦੇ ਵਿੱਚ, ਠੀਕ ਹੈ। ਅਤੇ ਇਸ ਨੇ ਜੋ ਸਰ ਫਰਾਂਸਿਸ ਗਾਲਟਨ ਸੀ, ਠੀਕ ਹੈ, ਇਸ ਨੂੰ ਅਸੀਂ ਭੇਦਾਤਮਕ ਮਨੋਵਿਗਿਆਨ ਦਾ ਪਿਤਾਮਾ ਵੀ ਆਖਾਂਗੇ ਕਿਉਂਕਿ ਇਹਨੇ ਇੰਡੀਵਿਜੂਅਲ ਡਿਫਰੈਂਸ ਦੀ ਗੱਲ ਕੀਤੀ ਸੀ। ਪਰ ਉਸ ਤੋਂ ਬਾਅਦ ਇਹ ਚੀਜ਼ ਟੌਪਿਕ ਆ ਕੇ ਜੁੜ ਗਿਆ ਅੱਗੇ ਇੰਟੈਲੀਜੈਂਸ ਨਾਲ, ਠੀਕ ਹੈ। ਤਾਂ ਭਿੰਨਤਾ ਕਾਹਦੇ ਬੇਸ 'ਤੇ ਹੈ? ਬੁੱਧੀ ਬੇਸ 'ਤੇ। ਇਸ ਤੋਂ ਬਾਅਦ ਉਹ ਬੁੱਧੀ ਦੇ ਕਨਸੈਪਟ ਦੀ ਗੱਲ ਕਿਹਨੇ ਕੀਤੀ? ਟੈਸਟਾਂ ਦੀ ਗੱਲ ਕਿਹਨੇ ਕੀਤੀ? ਉਹ ਚੀਜ਼ ਨਾਲ ਇਹਨੂੰ ਮਿਕਸ ਨਾ ਕਰ ਲਿਓ, ਉਹ ਇੱਕ ਅਲੱਗ ਚੀਜ਼ ਹੈ, ਠੀਕ ਹੈ। ਤਾਂ ਇਸ ਤੋਂ ਬਾਅਦ ਗੱਲ ਕਰਦਾ ਹੈ ਗਾਲਟਨ ਤੋਂ ਬਾਅਦ ਕੈਟਲ। ਤਾਂ ਇਹ ਮਾਨਸਿਕ ਪਰੀਖਣ ਦੀ ਗੱਲ ਕਰਦਾ ਹੈ। ਤਾਂ ਇਹ ਸ਼ਬਦ ਵਰਤਦਾ ਮਾਨਸਿਕ ਪਰੀਖਣ। ਇਹਨਾਂ ਨੇ ਸਿਰਫ ਗੱਲਾਂ ਕੀਤੀਆਂ ਨੇ, ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ। ਨਾ ਕੋਈ ਟੈਸਟ ਦਿੱਤਾ, ਨਾ ਕੋਈ ਕਨਸੈਪਟ ਦਿੱਤਾ, ਕੁਛ ਨਹੀਂ ਦਿੱਤਾ, ਸਿਰਫ ਗੱਲਾਂ ਕੀਤੀਆਂ ਨੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਡੈਫੀਨੇਸ਼ਨ। ਤਾਂ ਡੈਫੀਨੇਸ਼ਨ ਦੇ ਵਿੱਚੋਂ ਕੁਐਸਚਨ ਬਣਾ ਲਿਆ ਪੇਪਰ ਸੈੱਟ ਕਰਨ ਵਾਲਿਆਂ ਨੇ, ਤਾਂ ਉਹ ਵੀ ਸਮਝਣਾ ਬਣਦਾ। ਤਾਂ ਦੇਖੋ ਜੀ, ਇਹਦੀਆਂ ਡੈਫੀਨੇਸ਼ਨਸ ਨੂੰ ਅਸੀਂ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਮਤਲਬ ਕਿ ਇੰਟੈਲੀਜੈਂਸ ਨੂੰ 3 ਤਰੀਕਿਆਂ ਨਾਲ ਅਲੱਗ-ਅਲੱਗ ਜੋ ਮਨੋਵਿਗਿਆਨੀ ਹੋਏ ਨੇ ਉਹਨਾਂ ਨੇ 3 ਤਰੀਕਿਆਂ ਨਾਲ ਇਸ ਨੂੰ ਡਿਫਾਈਨ ਕੀਤਾ ਹੈ। ਤਾਂ ਪਹਿਲਾ ਫੇਜ਼ ਆਪਾਂ ਸਮਝਦੇ ਹਾਂ, ਇੰਟੈਲੀਜੈਂਸ ਇਜ਼ ਐਬਿਲਿਟੀ ਆਫ ਮੇਕਿੰਗ ਐਡਜਸਟਮੈਂਟ ਇਨ ਨਿਊ ਸਿਚੁਏਸ਼ਨ। ਬੁੱਧੀ ਨਵੀਂ ਸਥਿਤੀ ਵਿੱਚ ਸਮਾਯੋਜਨ ਕਰਨ ਦੀ ਇੱਕ ਯੋਗਤਾ ਹੈ। ਹੁਣ ਤੁਸੀਂ ਅਲੱਗ-ਅਲੱਗ ਇੰਨੀਆਂ ਡੈਫੀਨੇਸ਼ਨਾਂ ਤਾਂ ਕਿੰਨੀਆਂ ਕੁ ਯਾਦ ਕਰੋਗੇ? ਜਿੰਨੇ ਮੂੰਹ ਉਨੀਆਂ ਗੱਲਾਂ ਵਾਲੇ ਕੰਮ ਹੈ। ਜਿੰਨੇ ਮਨੋਵਿਗਿਆਨੀ ਨੇ ਸਾਰਿਆਂ ਨੇ ਆਪਦੇ ਅਕੋਰਡਿੰਗ ਕੀ ਕੀਤੀਆਂ ਨੇ? ਡੈਫੀਨੇਸ਼ਨ ਦਿੱਤੀਆਂ ਨੇ। ਪਰ ਇਹਨਾਂ ਡੈਫੀਨੇਸ਼ਨ ਨੂੰ ਆਪਾਂ ਨੇ 3 ਹਿੱਸਿਆਂ ਦੇ ਵਿੱਚ ਵੰਡ ਲਿਆ। ਵੀ ਜੇਕਰ ਤੁਹਾਨੂੰ ਗੱਲ ਕੀਤੀ ਜਾਵੇ ਵੀ ਸਮਾਯੋਜਨ, ਵੀ ਬੁੱਧੀ ਸਮਾਯੋਜਨ ਦੀ ਪ੍ਰਕਿਰਿਆ ਹੈ, ਮਤਲਬ ਕਿ ਇਹ ਕੀ ਹੈ? ਐਬਿਲਿਟੀ ਟੂ ਮੇਕਿੰਗ ਐਡਜਸਟਮੈਂਟ ਹੈ। ਜੇਕਰ ਇੱਦਾਂ ਦੀ ਗੱਲ ਕੀਤੀ ਜਾਵੇ ਉਹ ਡੈਫੀਨੇਸ਼ਨ ਕਿਹਦੀ ਹੋ ਸਕਦੀ ਹੈ? ਇਸ ਡੈਫੀਨੇਸ਼ਨ ਦੀ ਸਪੋਰਟ ਕਿਹਨੇ ਕੀਤੀ ਹੈ? ਰੌਸ, ਸਟਰਨ ਅਤੇ ਵਰਟ। ਇਹ ਜੋ 3 ਸਾਈਕੋਲੋਜਿਸਟ ਨੇ ਇਹਨਾਂ ਨੇ ਖਾਸ ਤੌਰ 'ਤੇ ਇਸ ਚੀਜ਼ ਦੀ ਗੱਲ ਕੀਤੀ ਹੈ, ਠੀਕ ਹੈ। ਤਾਂ ਤੁਹਾਨੂੰ ਹੁਣ ਕੁਐਸਚਨ ਦੇ ਵਿੱਚ ਡੈਫੀਨੇਸ਼ਨ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਇੱਦਾਂ ਪਾਤਾ ਵੀ ਐਬਿਲਿਟੀ ਆਫ ਐਡਜਸਟਮੈਂਟ, ਇਹ ਕੀਵਰਡ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ ਜੀ। ਤਾਂ ਨੈਕਸਟ ਸਮਝਦੇ ਆਪਾਂ ਦੂਸਰੇ ਤਰੀਕੇ ਨਾਲ ਇਸ ਡੈਫੀਨੇਸ਼ਨ ਦਾ ਵਰਗੀਕਰਨ ਇਹ ਹੈ ਕਿ ਇੰਟੈਲੀਜੈਂਸ ਇਜ਼ ਦਾ ਐਬਿਲਿਟੀ ਟੂ ਲਰਨ। ਤਾਂ ਇਸ ਗੱਲ ਦੀ ਸਪੋਰਟ ਕਿਹਨੇ ਕੀਤੀ ਹੈ ਕਿ ਬੁੱਧੀ ਇੱਕ ਸਿੱਖਣ ਦੀ ਯੋਗਤਾ ਹੈ। ਤਾਂ ਇਸ ਦੀ ਸਪੋਰਟ ਦੇ ਵਿੱਚ ਐਵਿੰਗੋਸ ਅਤੇ ਥੋਰਨਡਾਈਕ ਅਤੇ ਬਕਿੰਗਮ। ਤਾਂ ਇਹ ਜਿਹੜੇ ਵਿਅਕਤੀ ਨੇ ਇਹ ਇਸ ਚੀਜ਼ ਦੀ ਸਪੋਰਟ ਕਰਦੇ ਨੇ ਵੀ ਬੁੱਧੀ ਕੀ ਇੱਕ ਸਿੱਖਣ ਦੀ ਯੋਗਤਾ ਹੈ, ਠੀਕ ਹੈ।
ਤਾਂ ਨੈਕਸਟ ਮੋਸਟ ਐਂਡ ਮੋਸਟ ਇੰਪੋਰਟੈਂਟ ਟੌਪਿਕ ਕਹਿ ਸਕਦੇ ਹਾਂ ਜਾਂ ਥਰਡ ਡੈਫੀਨੇਸ਼ਨ ਕਹਿ ਸਕਦੇ ਹਾਂ, ਇਹ ਹੈ ਜੀ ਇੰਟੈਲੀਜੈਂਸ ਇਜ਼ ਦ ਐਬਿਲਿਟੀ ਟੂ ਕੈਰੀ ਔਨ ਅਬਸਟਰੈਕਟ ਥਿੰਕਿੰਗ। ਪਰ ਤੀਸਰਾ ਪਾਰਟ ਕੀ ਆਖਦਾ ਹੈ ਵੀ ਇਹ ਇੱਕ ਅਮੂਰਤ ਯੋਗਤਾ ਹੈ। ਠੀਕ ਹੈ, ਕੀ ਇਹ ਇੱਕ ਅਮੂਰਤ ਚਿੰਤਨ ਦੀ ਇੱਕ ਯੋਗਤਾ ਹੈ। ਤਾਂ ਇਸ ਦੀ ਸਪੋਰਟ ਜਿਹਨਾਂ ਨੇ ਕੀਤੀ ਹੈ ਫਿਰ ਉਹਨਾਂ ਨੇ ਸਿਰੇ ਲਗਾਇਆ, ਅੱਗੇ ਥਿਊਰੀਆਂ ਵੀ ਆਪਾਂ ਇਹਨਾਂ ਦੀਆਂ ਪੜ੍ਹਾਂਗੇ। ਠੀਕ ਹੈ, ਇਹਦੇ ਵਿੱਚ ਨਾਮ ਆਉਂਦਾ ਟਰਮਨ ਦਾ ਅਤੇ ਵਿਨੇ ਦਾ, ਵਰਟ, ਸਪੀਅਰਮੈਨ, ਗੇਟਸ ਅਤੇ ਬੈਚਲਰ। ਤਾਂ ਇਹਨਾਂ ਦਾ ਨਾਮ ਇਸ ਦੇ ਵਿੱਚ ਆਉਂਦਾ ਹੈ, ਅੱਗੇ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਵੀ ਸਮਝਣਾ ਹੈ। ਤਾਂ ਹੁਣ ਇਹਨੂੰ ਮੈਂ ਥੋੜ੍ਹਾ ਜਿਹਾ ਸਮ ਅਪ ਕਰਾਂ ਕਿਉਂਕਿ ਨਹੀਂ ਚੀਜ਼ਾਂ ਮਿਕਸ ਹੋਣਗੀਆਂ। ਲੈਕਚਰ ਅੱਜ ਬਾਹਲਾ ਕਹਿ ਸਕਦੇ ਹਾਂ ਇਨਫੋਰਮੇਟਿਵ ਹੋਣ ਵਾਲਾ ਹੈ, ਤਾਂ ਚੀਜ਼ਾਂ ਨੂੰ ਮਿਕਸ ਨਾ ਕਰਿਓ। ਹੁਣ ਮੈਂ ਤੁਹਾਨੂੰ ਇਹਨੂੰ ਸਮ ਅਪ ਕਰਨ ਦਾ ਤਰੀਕਾ ਦੱਸਦਾ। ਹੁਣ ਦੇਖੋ, ਗੱਲ ਆ ਜੇ ਅਬਿਲਿਟੀ ਆਫ ਐਡਜਸਟਮੈਂਟ, ਤਾਂ ਤੁਸੀਂ ਇਹਨਾਂ ਤਿੰਨਾਂ ਦਾ ਨਾਂ ਲਾਓਗੇ ਉੱਥੇ। ਠੀਕ ਹੈ, ਅਤੇ ਅਬਿਲਿਟੀ ਟੂ ਲਰਨ ਕਹਿਣਗੇ ਇਹ ਤਿੰਨ, ਅਤੇ ਇਸ ਤੋਂ ਬਾਅਦ ਅਬਿਲਿਟੀ ਟੂ ਕੈਰੀ ਔਨ ਅਬਸਟਰੈਕਟ ਥਿੰਕਿੰਗ, ਤਾਂ ਇਸ ਦੀ ਗੱਲ ਇਹ ਕਰਨਗੇ ਸਾਰੀ। ਹੁਣ ਕੁਐਸਚਨ ਕਿਵੇਂ ਪੁੱਛਿਆ ਸੀ ਪੇਪਰ ਸੈੱਟ ਕਰਨ ਵਾਲੇ ਨੇ ਵੀ ਟਰਮਨ ਨੇ ਬੁੱਧੀ ਨੂੰ ਕਿਸ ਤਰ੍ਹਾਂ ਪ੍ਰਭਾਸ਼ਿਤ ਕੀਤਾ, ਤਾਂ ਉੱਥੇ ਉਹ ਅਬਸਟਰੈਕਟ ਥਿੰਕਿੰਗ ਦੀ ਗੱਲ ਕਰਦਾ ਸੀ। ਕੁਐਸਚਨ ਇਹਦੇ ਉੱਤੇ ਬਣਿਆ ਹੋਇਆ ਹੈਗਾ ਜੋ ਆਪਾਂ ਅੱਗੇ ਨੈਕਸਟ ਸਮਝ ਲੈਣਾ ਹੈ। ਠੀਕ ਹੈ ਜੀ, ਤਾਂ ਇੱਥੇ ਗੱਲ ਕਰਦੇ ਹਾਂ ਆਪਾਂ ਅਕੋਰਡਿੰਗ ਟੂ ਬੈਚਲਰ। ਇਹ ਇੱਕ ਡੈਫੀਨੇਸ਼ਨ ਦਿੱਤੀ ਹੋਈ ਹੈ ਜਿਹਨੂੰ ਤੁਸੀਂ ਖੁਦ ਪੜ੍ਹੋਗੇ। ਠੀਕ ਹੈ, ਬੈਚਲਰ ਦੀ ਮਤਲਬ ਮੈਂ ਤਿੰਨ ਕੁ ਤੁਹਾਨੂੰ ਪੂਰੀਆਂ ਪੱਕੀਆਂ ਸਟੇਟਮੈਂਟਾਂ ਮਤਲਬ ਯਾਦ ਕਰਵਾ ਰਿਹਾ ਜਿਹੜੀਆਂ ਨੂੰ ਮਤਲਬ ਚਾਂਸ ਹੁੰਦੇ ਨੇ ਵੀ ਡਾਇਰੈਕਟ ਪੇਸਟ ਹੋ ਜਾਂਦੀਆਂ ਨੇ ਇਹ ਪੇਪਰ 'ਚ। ਠੀਕ ਹੈ, ਤਾਂ ਇੱਕ ਸਪੀਅਰਮੈਨ ਦੇ ਅਕੋਰਡਿੰਗ ਯਾਦ ਕਰ ਲਿਓ, ਇਹ ਸਾਰੀ ਡੈਫੀਨੇਸ਼ਨ ਤੁਸੀਂ ਪੜ੍ਹੋਗੇ ਖੁਦ। ਠੀਕ ਹੈ ਜੀ, ਅਤੇ ਇੱਕ ਅਕੋਰਡਿੰਗ ਟੂ ਬਿਨੀ। ਤਾਂ ਇਹ ਤਿੰਨ ਮੈਂ ਸਿਲੈਕਟ ਕਰੇ ਨੇ ਵੀ ਤੁਸੀਂ ਇਹਨਾਂ ਦੀਆਂ ਡੈਫੀਨੇਸ਼ਨ ਤਾਂ ਯਾਦ ਕਰ ਲਓ। ਠੀਕ ਹੈ, ਤਾਂ ਇਹਨਾਂ ਨੇ ਇਹ ਤਿੰਨ ਡੈਫੀਨੇਸ਼ਨ ਦਿੱਤੀਆਂ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਦੀਆਂ ਟਾਈਪਸ, 3 ਟਾਈਪਸ ਆਫ ਇੰਟੈਲੀਜੈਂਸ। ਤਾਂ ਇੰਟੈਲੀਜੈਂਸ ਦੀਆਂ 3 ਟਾਈਪਸ ਦੱਸੀਆਂ ਗਈਆਂ ਨੇ। ਕਿਹਨੇ ਦੱਸੀਆਂ ਨੇ? ਥੋਰਨਡਾਈਕ ਨੇ। ਤਾਂ ਥੋਰਨਡਾਈਕ ਨੰਬਰ 1 ਗੱਲ ਕਰਦਾ ਹੈ ਕੰਕਰੀਟ ਇੰਟੈਲੀਜੈਂਸ, ਯਾਨੀ ਕਿ ਸਥੂਲ ਯੰਤਰਿਕ ਬੁੱਧੀ ਦੀ ਗੱਲ ਕਰਦਾ ਹੈ। ਠੀਕ ਹੈ, ਤਾਂ ਨੰਬਰ 2 ਇਹ ਗੱਲ ਕਰਦਾ ਸੀ ਅਬਸਟਰੈਕਟ ਇੰਟੈਲੀਜੈਂਸ, ਯਾਨੀ ਕਿ ਅਮੂਰਤ ਬੁੱਧੀ ਦੀ। ਠੀਕ ਹੈ, ਨੰਬਰ 3 ਇਹ ਸੋਸ਼ਲ ਇੰਟੈਲੀਜੈਂਸ, ਯਾਨੀ ਕਿ ਸਮਾਜਿਕ ਬੁੱਧੀ ਦੀ ਗੱਲ ਕਰਦਾ ਹੈ। ਠੀਕ ਹੈ, ਤਾਂ ਪਹਿਲੀ ਕਿਸਮ ਜਿਹੜੀ ਇਸ ਦੇ ਵਿੱਚ ਇਹ ਮੰਨਦਾ ਮਕੈਨੀਕਲ ਇੰਟੈਲੀਜੈਂਸ ਵੀ ਇਸ ਨੂੰ ਆਖ ਰਹੇ ਇਹ। ਤਾਂ ਇਹਦੇ 'ਚ ਇੰਜੀਨੀਅਰ ਆ ਗਏ, ਡਰਾਈਵਰ ਆ ਗਏ, ਇਲੈਕਟ੍ਰੀਸ਼ੀਅਨ ਆ ਗਏ, ਮਕੈਨਿਕ ਆ ਗਏ। ਠੀਕ ਹੈ, ਅਤੇ ਨੰਬਰ 2 ਜੋ ਅਬਸਟਰੈਕਟ ਥਿੰਕਿੰਗ, ਇਹਦੇ 'ਚ ਜਿਵੇਂ ਕੋਈ ਪ੍ਰੋਫੈਸਰ ਹੈ, ਕੋਈ ਕਹਿ ਸਕਦੇ ਹਾਂ ਸਾਇੰਟਿਸਟ ਹੈ। ਠੀਕ ਹੈ, ਡਾਕਟਰ ਹੈ, ਪੋਇਟ ਹੈ, ਰਾਈਟਰ ਹੈ, ਤਾਂ ਉਹ ਮਤਲਬ ਅਮੂਰਤ ਚੀਜ਼ਾਂ ਦੀ ਗੱਲ ਕਰਦੇ ਨੇ। ਰਾਈਟਰ ਕਦੇ ਕਹਿ ਦਿੰਦਾ ਵੀ ਚੰਨ ਇੱਦਾਂ, ਸੂਰਜ ਇੱਦਾਂ, ਅਤੇ ਕਦੇ ਕਲਪਨਾ 'ਚ ਕਦੇ ਕਿੱਥੇ ਚਲਾ ਜਾਂਦਾ। ਤਾਂ ਉਹ ਰਾਈਟਰ ਨੇ ਜਿਹੜੇ ਉਹ ਇਹ ਦੂਸਰੀ ਟਾਈਪ ਦੇ ਚਾਹੁੰਦੇ ਨੇ। ਨੰਬਰ 3 ਟੀਚਰ, ਲੀਡਰ ਅਤੇ ਸੇਲਜ਼ਮੈਨ, ਸਮਾਜ ਸੁਧਾਰਕ। ਇਹ ਸੋਸ਼ਲ ਇੰਟੈਲੀਜੈਂਸ ਚਾਹੁੰਦੇ ਨੇ ਵੀ ਜਿਵੇਂ ਲੀਡਰ ਨੇ ਉਹਨੂੰ ਗੱਲਬਾਤ ਕਰਨ ਦਾ ਕਿੰਨਾ ਢੰਗ ਹੁੰਦਾ ਵੀ ਲੋਕਾਂ ਨੂੰ ਕਿਵੇਂ ਮਤਲਬ ਮਨ ਦੀਆਂ ਜਿੱਤਣ, ਉਹਨਾਂ ਦਾ ਮਨ ਜਿੱਤਣਾ, ਉਹਨਾਂ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਆਉਣਾ। ਤਾਂ ਇਹ ਇਸ ਤਰ੍ਹਾਂ ਦੀ ਬੁੱਧੀ ਸਿਆਸਤਦਾਨਾਂ ਦੇ 'ਚ ਹੁੰਦੀ ਹੈ, ਲੀਡਰਾਂ 'ਚ ਹੁੰਦੀ ਹੈ, ਸਮਾਜ ਸੁਧਾਰਕਾਂ 'ਚ ਹੁੰਦੀ ਹੈ। ਠੀਕ ਹੈ, ਅਤੇ ਜਿਹੜਾ ਟੀਚਰ ਹੈ ਉਹ ਅਜਿਹਾ ਇਨਸਾਨ ਹੈ, ਮੈਂ ਕਹਿੰਦਾ ਉਹ ਇੱਕ ਤੋਂ ਵੱਧ ਬੁੱਧੀਆਂ ਦੇ 'ਚ ਸ਼ਾਮਲ ਹੋ ਜਾਂਦਾ ਹੈ। ਜਦੋਂ ਗੱਲ ਅਬਸਟਰੈਕਟ ਥਿੰਕਿੰਗ ਦੀ ਆਉਂਦੀ ਹੈ ਤਾਂ ਟੀਚਰ ਫਿਰ ਵੀ ਪਿੱਛੇ ਨਹੀਂ ਰਹਿੰਦਾ। ਠੀਕ ਹੈ, ਜਦੋਂ ਗੱਲ ਸੋਸ਼ਲ ਇੰਟੈਲੀਜੈਂਸ 'ਤੇ ਆਉਂਦੀ ਹੈ ਤਾਂ ਟੀਚਰ ਉੱਥੇ ਵੀ ਸ਼ਾਮਲ ਹੋ ਜਾਂਦਾ। ਠੀਕ ਹੈ, ਤਾਂ ਟੀਚਰ ਜਿਹੜਾ ਉਹ ਲਗਭਗ ਸਾਰੀਆਂ ਪਾਸੇ ਹੀ ਹੁੰਦਾ ਹੈ। ਠੀਕ ਹੈ, ਇਹ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ। ਅੱਗੇ 4 ਅਸਪੈਕਟ ਸਮਝ ਲੈਣੇ ਆਪਾਂ। ਥੋਰਨਡਾਈਕ ਨੇ 4 ਅਸਪੈਕਟ ਨੇ ਜਿਹੜੇ ਉਹ ਦੱਸੇ ਨੇ ਇੰਟੈਲੀਜੈਂਸ ਦੇ। ਅਸਪੈਕਟ ਅਲੱਗ ਚੀਜ਼ ਹੋ ਗਈ, ਉਹ ਆਪਾਂ ਨੇ ਪਹਿਲਾਂ ਟਾਈਪਸ ਪੜ੍ਹੀਆਂ ਸੀ। ਠੀਕ ਹੈ, ਬਸ ਇਹਨਾਂ ਨੂੰ ਆਪਾਂ ਡਿਟੇਲ 'ਚ ਨਹੀਂ ਜਾਂਦੇ। ਲੈਵਲ, ਰੇਂਜ, ਏਰੀਆ ਅਤੇ ਸਪੀਡ, ਇਹ 4 ਨੇ। ਤੁਸੀਂ ਇਹਨਾਂ 4 ਨੂੰ ਤੁਸੀਂ ਬਸ ਇੱਦਾਂ ਹੀ ਧਿਆਨ ਦੇ 'ਚ ਰੱਖ ਲਓ, ਵਾਲਾ ਡਿਟੇਲ ਦੇ 'ਚ ਆਪਾਂ ਨਹੀਂ ਜਾਵਾਂਗੇ। ਤਾਂ ਥਿਊਰੀ ਆਫ ਇੰਟੈਲੀਜੈਂਸ, ਅੱਗੇ ਇੰਟੈਲੀਜੈਂਸ ਦੀਆਂ ਥਿਊਰੀਆਂ ਆ ਗਈਆਂ। ਮੋਸਟ ਇੰਪੋਰਟੈਂਟ ਚੀਜ਼ ਹੈ ਇਹ। ਤਾਂ ਇਸ ਦੇ ਸਿਧਾਂਤ ਆਪਾਂ ਪੜ੍ਹਾਂਗੇ ਜੀ, ਕਾਫੀ ਸਿਧਾਂਤ ਨੇ। ਠੀਕ ਹੈ, ਤਾਂ ਦੇਖੋ ਪਹਿਲਾ ਸਿਧਾਂਤ ਆਪਾਂ ਪੜ੍ਹਦੇ ਹਾਂ ਯੂਨਿਟਰੀ ਥਿਊਰੀ। ਠੀਕ ਹੈ, ਮਤਲਬ ਕਿ ਇਕਾਤਮਕ ਸਿਧਾਂਤ ਹੈ ਬੁੱਧੀ ਦਾ। ਇਸ ਦੇ ਵਿੱਚ ਇਸ ਦੀ ਸਪੋਰਟ ਕਿਹਨੇ ਕੀਤੀ ਹੈ? ਸਟਰਨ, ਜੌਨਸਨ, ਬਿਨੇ ਅਤੇ ਐਵਿੰਗਸਨ। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੇ ਇਹ ਕਹਿ ਸਕਦੇ ਆਪਾਂ ਜੋ ਵੀ ਸਾਈਕੋਲੋਜਿਸਟ ਨੇ ਇਹਨਾਂ ਨੇ ਕੀ ਕੀਤਾ ਹੈ, ਇਹ ਕਹਿੰਦੇ ਨੇ ਵੀ ਬੁੱਧੀ ਉਹ ਇੱਕ ਇਕਾਈ ਹੈ। ਠੀਕ ਹੈ, 1 ਯੂਨਿਟ ਉਸ ਨੂੰ ਆਖਿਆ, ਤਾਂ ਹੀ ਇਸ ਨੂੰ ਆਪਾਂ ਯੂਨਿਟਰੀ ਥਿਊਰੀ ਕਹਿ ਰਹੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ 2 ਫੈਕਟਰ ਥਿਊਰੀ, ਮੋਸਟ ਐਂਡ ਮੋਸਟ ਇੰਪੋਰਟੈਂਟ ਹੈ। ਠੀਕ ਹੈ, ਤਾਂ ਸਪੀਅਰਮੈਨ 2 ਫੈਕਟਰ ਥਿਊਰੀ ਸਪੀਅਰਮੈਨ ਨੇ ਦਿੱਤੀ ਹੈ। ਠੀਕ ਹੈ, ਅਤੇ ਇਹ 2 ਫੈਕਟਰ ਮੰਨਦਾ, ਇੱਕ ਨੂੰ ਤਾਂ ਇਹ ਐਸ ਦਾ ਨਾਂ ਦਿੰਦਾ, ਇੱਕ ਨੂੰ ਜੀ ਦਾ ਨਾਂ ਦਿੰਦਾ। ਐਸ ਦਾ ਮੀਨਿੰਗ ਹੈ ਸਪੈਸੀਫਿਕ ਫੈਕਟਰ ਅਤੇ ਜੀ ਦਾ ਮੀਨਿੰਗ ਜਨਰਲ ਫੈਕਟਰ। ਠੀਕ ਹੈ, ਤਾਂ ਇਸ ਚੀਜ਼ ਦੀ ਇਹਨੇ ਗੱਲ ਕੀਤੀ ਹੈ, ਬਸ ਇੰਨਾ ਕਾਫੀ ਹੈ। ਸਪੈਸੀਫਿਕ ਦੇ ਵਿੱਚ ਮਤਲਬ ਉਹ ਕੁਝ ਚੀਜ਼ਾਂ ਜੋ ਵਿਸ਼ੇਸ਼ ਤੌਰ 'ਤੇ ਸ਼ਾਮਿਲ ਨੇ, ਜਨਰਲ ਦੇ ਵਿੱਚ ਉਹ ਸਭ ਚੀਜ਼ਾਂ ਨੂੰ ਕਵਰ ਕਰਨ ਦੀ ਗੱਲ ਕਰਦਾ। ਠੀਕ ਹੈ, ਬਸ 2 ਫੈਕਟਰਾਂ ਦੀ ਗੱਲ ਕਰਦੇ, ਇਹਨੂੰ ਧਿਆਨ ਦੇ 'ਚ ਰੱਖ ਲਿਓ, ਜੀ ਫੈਕਟਰ ਅਤੇ ਐਸ ਫੈਕਟਰ।
ਤੇ ਸਪੀਅਰਮੈਨ ਦਾ ਵਿਚਾਰ ਹੈ ਜਿਹੜਾ ਉਹ ਅਮੂਰਤ ਬੁੱਧੀ ਤੇ ਆਧਾਰਿਤ ਹੈ। ਦੇਖੋ ਆਪਾਂ ਹੁਣ ਪੜ੍ਹ ਚੁੱਕੇ ਹਾਂ ਨਾ, ਅਮੂਰਤ ਬੁੱਧੀ ਦੀ ਗੱਲ ਕੀਤੀ ਸੀ ਆਪਾਂ ਨੇ, ਅਬਸਟਰੈਕਟ ਇੰਟੈਲੀਜੈਂਸ ਦੀ ਗੱਲ ਕੀਤੀ ਸੀ, ਤਾਂ ਉਸ ਦੇ ਉੱਤੇ ਆਧਾਰਿਤ ਹੈ ਇਹਦਾ ਵਿਚਾਰ। ਤੇ ਇਸ ਦੇ ਵਿੱਚ ਸਮਾਜਿਕ ਤੇ ਮਸ਼ੀਨੀ ਬੁੱਧੀ ਨੂੰ ਕੋਈ ਇਹਨੇ ਸਥਾਨ ਨਹੀਂ ਦਿੱਤਾ। ਮਤਲਬ ਕਿ ਆਪਾਂ 3 ਟਾਈਪਸ ਪੜ੍ਹੀਆਂ ਸੀ ਨਾ, ਦੇਖੋ ਇਹ ਚੀਜ਼ਾਂ ਮੈਂ ਤੁਹਾਨੂੰ ਸ਼ੁਰੂ 'ਚ ਤਾਂ ਹੀ ਦੱਸੀਆਂ ਨਹੀਂ। ਹੁਣ ਕੌਨਕਰੀਟ ਹੋ ਗਈ, ਉਹ ਕਹਿੰਦਾ ਵੀ ਕੌਨਕਰੀਟ ਤੇ ਸੋਸ਼ਲ ਨੂੰ ਕੋਈ ਵਾਲਾ ਸਥਾਨ ਨਹੀਂ ਦਿੰਦਾ, ਠੀਕ ਹੈ। ਤਾਂ ਸਪੀਅਰਮੈਨ ਕਿਹਦੀ ਗੱਲ ਕਰਦਾ ਸੀ? ਸੈਕੰਡ ਟਾਈਪ ਇਹਦੀ ਅਬਸਟਰੈਕਟ ਇੰਟੈਲੀਜੈਂਸ ਦੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣਾ ਸੈਕੰਡ ਥਿਊਰੀ ਵੀ ਹੋਈ ਕੰਪਲੀਟ। ਬਸ ਆਪਾਂ ਟੂ ਦਾ ਪੁਆਇੰਟ ਗੱਲ ਕਰ ਰਹੇ ਹਾਂ ਡਿਟੇਲ ਦੇ ਵਿੱਚ, ਨਹੀਂ ਤਾਂ ਇਹਨਾਂ 'ਤੇ ਸਪੈਸ਼ਲ ਇੱਕ ਲੈਕਚਰ ਬਣ ਸਕਦਾ ਹੈ, ਠੀਕ ਹੈ। ਮਲਟੀ ਫੈਕਟਰ ਥਿਊਰੀ, ਇਹ ਥੋਰਨਡਾਈਕ ਨਹੀਂ ਟਿਕਦਾ, ਇਹਦਾ ਤੁਸੀਂ ਦੇਖਿਓ ਐਂਡ ਤੱਕ ਆਪਣਾ ਸਾਰਾ ਜੀ ਲਗਾਈ ਰੱਖੂਗਾ, ਠੀਕ ਹੈ। ਹੁਣ ਤੱਕ ਥੋਰਨਡਾਈਕ ਨੇ ਕੀ ਕੁਛ ਕਰਤਾ? ਥੋਰਨਡਾਈਕ ਨੇ ਬੁੱਧੀ ਦੀਆਂ ਟਾਈਪਸ ਦੱਸਤੀਆਂ, ਫੈਕਟਰ ਵੀ ਦੱਸਤੇ, ਉਸ ਤੋਂ ਬਾਅਦ ਇੱਕ ਥਿਊਰੀ 'ਚ ਵੀ ਆ ਵੜਿਆ, ਠੀਕ ਹੈ। ਤਾਂ ਮਲਟੀ ਫੈਕਟਰ ਥਿਊਰੀ ਜਿਹੜੀ ਇਹ ਦਿੱਤੀ ਥੋਰਨਡਾਈਕ ਨੇ, ਠੀਕ ਹੈ। ਅਤੇ ਥੋਰਨਡਾਈਕ ਜਿਹੜਾ ਉਹ ਮਲਟੀ ਫੈਕਟਰ, ਦੇਖੋ ਪਹਿਲਾਂ ਯੂਨਿਟਰੀ ਦੇ ਵਿੱਚ ਇੱਕ ਫੈਕਟਰ ਸੀ, ਉਸ ਤੋਂ ਬਾਅਦ 2 ਫੈਕਟਰ ਦੇ ਵਿੱਚ 2 ਫੈਕਟਰ ਆ ਗਏ, ਇਹਦੇ ਵਿੱਚ 3 ਫੈਕਟਰ ਆ ਗਏ। 3 ਫੈਕਟਰ ਕਿਹੜੇ ਕਿਹੜੇ ਨੇ ਇਹਦੇ ਵਿੱਚ? ਵਰਬਲ, ਸਪੈਸ਼ਲ ਅਤੇ ਕਹਿ ਸਕਦੇ ਆਪਾਂ ਨੂਮੈਰੀਕਲ, 3 ਫੈਕਟਰ ਆ ਗਏ। ਤਾਂ ਹੁਣ ਜਿਹੜੇ ਇਹ 3 ਫੈਕਟਰ ਆਏ ਨੇ, ਇਹਦੇ ਬੇਸ 'ਤੇ ਇਹਨੇ ਕੀ ਕਰਤਾ? ਇੱਕ ਇੰਟੈਲੀਜੈਂਸ ਟੈਸਟ ਦਿੱਤਾ। ਤਾਂ ਥੋਰਨਡਾਈਕ ਨੇ ਕੀ ਦਿੱਤਾ? ਇੰਟੈਲੀਜੈਂਸ ਟੈਸਟ ਦਿੱਤਾ, ਜਿਹਦਾ ਨਾਮ ਆਪਾਂ ਸ਼ਾਰਟ ਦੇ 'ਚ ਇੱਦਾਂ ਲੈ ਸਕਦੇ ਹਾਂ, CABD। ਤਾਂ C ਦਾ ਮੀਨਿੰਗ ਕੀ ਸੀ? ਕੰਪਲੀਸ਼ਨ ਸੈਂਟੈਂਸ, ਠੀਕ ਹੈ। ਅਤੇ ਇਸ ਦੇ ਬੇਸ 'ਤੇ ਕਹਿੰਦਾ ਵੀ ਆਪਾਂ ਬੁੱਧੀ ਨੂੰ ਮਾਪਿਆ ਕਰਾਂਗੇ ਵੀ ਜਿਹੜਾ ਸੈਂਟੈਂਸਾਂ ਨੂੰ ਪੂਰੇ ਕਰ ਦਿਆ ਕਰੂਗਾ, ਠੀਕ ਹੈ। ਤਾਂ ਨੈਕਸਟ ਗੱਲ ਆ ਗਈ ਅਰਥਮੈਟਿਕ ਰੀਜਨਿੰਗ, ਅਤੇ V ਫੋਰ ਵੋਕੈਬਲਰੀ, ਅਤੇ D ਫੋਰ ਡਾਇਰੈਕਸ਼ਨ। ਇਸ ਤਰੀਕੇ ਨਾਲ ਆਪਾਂ ਸ਼ਾਰਟ ਦੇ ਵਿੱਚ ਥੋਰਨਡਾਈਕ ਦੇ ਟੈਸਟ ਨੂੰ ਆਪਾਂ CABD ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਬਸ ਇੰਨੀ ਗੱਲ ਹੋ ਗਈ, ਕਾਫੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਸੈਂਪਲਿੰਗ ਥਿਊਰੀ। ਤਾਂ ਸੈਂਪਲਿੰਗ ਥਿਊਰੀ ਜਿਹੜੀ ਇਹ ਥੋਮਸਨ ਦੁਆਰਾ ਦਿੱਤੀ ਗਈ ਹੈ। ਵੰਨਗੀ ਸਿਧਾਂਤ ਇਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ। ਤਾਂ ਬੁੱਧੀ ਬਹੁਤ ਸਾਰੇ ਸੁਤੰਤਰ ਅੰਸ਼ਾਂ ਦੀ ਬਣੀ ਹੋਈ ਹੈ। ਮਤਲਬ ਕਿ ਕੀ ਹੁੰਦਾ? ਵੰਨਗੀ ਦਾ ਅਰਥ ਹੁੰਦਾ ਅਲੱਗ-ਅਲੱਗ ਚੀਜ਼ਾਂ, ਅਲੱਗ-ਅਲੱਗ ਟਾਈਪਸ ਨੂੰ ਜਦੋਂ ਆਪਾਂ ਇਕੱਠਾ ਕਰ ਰਹੇ ਹਾਂ, ਵੀ ਅਲੱਗ-ਅਲੱਗ ਵੰਨਗੀਆਂ ਇਕੱਠੀਆਂ ਕਰ ਲਈਆਂ, ਹੈ ਨਾ, ਅਲੱਗ-ਅਲੱਗ ਸੈਂਪਲ ਇਕੱਠੇ ਕਰ ਲਏ, ਤਾਂ ਉਸ ਤਰੀਕੇ ਨਾਲ ਉਹ ਸੈਂਪਲਿੰਗ ਥਿਊਰੀ ਦਿੰਦਾ ਹੈ। ਕਹਿੰਦਾ ਅਲੱਗ-ਅਲੱਗ ਸੈਂਪਲ ਨੇ, ਅਲੱਗ-ਅਲੱਗ ਜਿਹੜੇ ਮਤਲਬ ਬਹੁਤ ਸਾਰੇ ਕਹਿ ਸਕਦੇ ਹਾਂ ਭਿੰਨ-ਭਿੰਨ ਸੁਤੰਤਰ ਨੇ, ਵੀ ਹੈਗੇ ਅਲੱਗ-ਅਲੱਗ ਨਹੀਂ, ਮਤਲਬ ਭਿੰਨ-ਭਿੰਨ ਨੇ, ਜਦੋਂ ਉਹ ਇਕੱਠੇ ਹੋ ਗਏ ਤਾਂ ਉਹ ਕਹਿੰਦਾ ਬੁੱਧੀ ਬਣ ਗਈ। ਤਾਂ ਮਾਨਸਿਕ ਯੋਗਤਾ ਮਨ ਜਿਹੜੀਆਂ ਭਿੰਨ-ਭਿੰਨ ਅਤੇ ਸੁਤੰਤਰ ਹੋਣ ਦੀ ਗੱਲ ਕਰਦਾ ਹੈ, ਅਲੱਗ-ਅਲੱਗ ਸੈਂਪਲ ਨੇ, ਅਲੱਗ-ਅਲੱਗ ਵੰਨਗੀਆਂ ਨੇ, ਥਾਮਸਨ ਨੇ ਇੰਨੀ ਗੱਲ ਕੀਤੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਥਰਸਟਨ, ਮੋਸਟ ਇੰਪੋਰਟੈਂਟ ਹੈ ਜੀ, ਇਹ ਤੋਂ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ। ਤਾਂ ਅੱਗੇ ਗਰੁੱਪ ਫੈਕਟਰ, ਗਰੁੱਪ ਦੇ ਵਿੱਚ ਕਾਫੀ ਚੀਜ਼ਾਂ ਇਨਵੋਲਵ ਹੋ ਗਈਆਂ, ਸਮਝ ਗਈ। ਤਾਂ ਗਰੁੱਪ ਦੇ ਵਿੱਚ 7 ਫੈਕਟਰ ਬਣ ਗਏ। ਦੇਖੋ ਹੁਣ ਫੈਕਟਰ ਵੱਧਦੇ ਜਾ ਰਹੇ ਨਹੀਂ, ਪਹਿਲਾਂ 1 ਸੀ, ਫਿਰ 2, ਫਿਰ 3, ਫਿਰ ਹੁਣ 7 ਹੋ ਗਏ। ਅੱਗੇ ਫਿਰ ਗਾਰਡਨਰ ਹੋਰ ਵੀ ਆਉਣਗੇ, ਉਹ ਤਾਂ ਉਹ ਵੀ ਕਰਾਂਗੇ ਗੱਲ, ਵੀ ਉਹ ਤਾਂ ਵਿੱਚ ਤਾਂ ਉਹਦੇ 9 ਕਹੀ ਜਾਂਦੇ ਨੇ, ਵਿੱਚ 8 ਕਹੀ ਜਾਂਦੇ ਨੇ, ਵਿੱਚ 7, ਪਰ ਆਪਾਂ ਸਭ ਤੁਹਾਨੂੰ ਕਲੀਅਰ ਕਰਕੇ ਤੋਰਾਂਗੇ ਅੱਜ, ਠੀਕ ਹੈ। ਤਾਂ ਵਰਬਲ ਐਬਿਲਿਟੀ, ਮਤਲਬ ਇਹਦੇ 7 ਫੈਕਟਰ ਨੇ, 7 ਫੈਕਟਰ ਨੂੰ ਧਿਆਨ ਦੇ 'ਚ ਰੱਖਣਾ ਪਵੇਗਾ, ਠੀਕ ਹੈ ਜੀ। ਤਾਂ ਦੇਖੋ ਵਰਬਲ ਐਬਿਲਿਟੀ, ਠੀਕ ਹੈ, ਅਤੇ ਉਸ ਤੋਂ ਬਾਅਦ ਨੂਮੈਰੀਕਲ ਐਬਿਲਿਟੀ, ਅਤੇ ਸਪੇਸ਼ਲ ਐਬਿਲਿਟੀ, ਅਤੇ ਵਰਡ ਫਲੂਐਂਸੀ ਐਬਿਲਿਟੀ, ਮੈਮਰੀ ਜਾਂ ਰੋਟ ਕਹਿ ਸਕਦੇ ਹਾਂ, ਵੀ ਜਿਵੇਂ ਰੱਟਾ ਲਗਾਉਣਾ ਉਹ ਚੀਜ਼ ਹੈ ਨਾ, ਵੀ ਇੱਕਦਮ ਉਹਨੂੰ ਯਾਦ ਕਰ ਲੈਣਾ ਉਹ ਚੀਜ਼, ਰੱਟਾ ਯੋਗਤਾ ਕਹਿ ਸਕਦੇ ਹਾਂ। ਅਤੇ ਪਰਸੈਪਸ਼ੂਅਲ ਐਬਿਲਿਟੀ, ਯਾਨੀ ਕਿ ਪ੍ਰਤੱਖੀਕਰਨ ਦੀ ਯੋਗਤਾ, ਰੀਜਨਿੰਗ ਐਬਿਲਿਟੀ ਅਤੇ ਤਰਕ ਯੋਗਤਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਜਿਹੜੇ 7 ਫੈਕਟਰ ਨੇ ਇਹ ਥਰਸਟਨ ਨੇ ਦਿੱਤੇ ਨੇ। ਇਹ ਮੋਸਟ ਇੰਪੋਰਟੈਂਟ ਚੀਜ਼ ਹੈ ਜੀ। ਥਰਸਟਨ ਬਾਰੇ ਇਹ ਚੀਜ਼ ਯਾਦ ਰੱਖਿਓ ਵੀ ਇਹ 7 ਫੈਕਟਰਾਂ ਦੀ ਗੱਲ ਕਰਦਾ ਹੈ, ਅਤੇ ਇਹਦੀ ਥਿਊਰੀ ਨੂੰ ਆਪਾਂ ਕੀ ਨਾਂ ਦਿੰਦੇ ਹਾਂ? ਗਰੁੱਪ ਫੈਕਟਰ ਥਿਊਰੀ ਆਖਦੇ ਹਾਂ। ਗਰੁੱਪ ਫੈਕਟਰ ਥਿਊਰੀ ਦੇ ਬਾਰੇ ਇੱਕ ਇੰਪੋਰਟੈਂਟ ਚੀਜ਼ ਹੋਰ ਹੈ ਜੋ ਮੈਂ ਤੁਹਾਨੂੰ ਦੱਸਣ, ਇੱਕ ਤਾਂ ਦੇਖੋ ਜੀ ਇਹਦੇ ਤੋਂ ਕੁਐਸਚਨ ਕਿਵੇਂ ਪੁੱਛਣਗੇ, ਹੋ ਸਕਦਾ ਆਪਸ਼ਨ ਦੇ ਵਿੱਚ ਤੁਹਾਨੂੰ ਕੀ ਕਰ ਦੇਣ ਵੀ ਕੋਈ 3 ਸਹੀ ਪਾ ਦੇਣ, 1 ਫੈਕਟਰ ਉਹਨਾਂ ਵਾਲਾਂ ਚੱਕ ਕੇ ਪਾ ਦੇਣ, ਤਾਂ ਉਹਨੂੰ ਕਹਿ ਦੇਣ ਵੀ ਕਿਹੜਾ ਨਹੀਂ ਹੈ, ਠੀਕ ਹੈ। ਤਾਂ ਇਸ ਕਰਕੇ ਤੁਹਾਨੂੰ ਸਾਰੇ ਯਾਦ ਕਰਨੇ ਪੈਣਗੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਥਰਸਟਨ ਦੀ ਜਿਹੜੀ ਥਿਊਰੀ ਹੈ ਉਸ ਦਾ ਇੱਕ ਹੋਰ ਇੰਪੋਰਟੈਂਟ ਚੀਜ਼ ਕੀ ਹੈ ਕਿ ਇਸ ਦਾ ਨਾਮ ਪੁੱਛਦੇ ਨੇ ਉਲਟ ਕਰਕੇ, ਠੀਕ ਹੈ। ਤਾਂ ਇਸ ਥਿਊਰੀ ਨੂੰ ਅਸੀਂ ਕੀ ਆਖਦੇ ਹਾਂ? ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਦੀ ਥਿਊਰੀ ਵੀ ਕਹਿ ਦਿੰਦੇ ਹਾਂ। ਥਿਊਰੀ ਆਫ ਪ੍ਰਾਇਮਰੀ ਮੈਂਟਲ ਐਬਿਲਿਟੀ, ਯਾਨੀ ਕਿ ਪ੍ਰਧਾਨ ਮਾਨਸਿਕ ਯੋਗਤਾਵਾਂ ਦਾ ਸਿਧਾਂਤ। ਬਸ ਇੰਨੀ ਯਾਦ ਕਰ ਲਓ ਗੱਲ, ਕਿਉਂਕਿ ਇਹਦੇ ਵਿੱਚ ਪਹਿਲਾਂ 2 ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ ਸਿਰਫ ਇਹਦੇ ਨਾਮ ਤੋਂ, ਠੀਕ ਹੈ। 1 ਵਾਰ ਫੈਕਟਰਾਂ ਤੋਂ ਸਵਾਲ, ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ, ਠੀਕ ਹੈ। ਤਾਂ ਪ੍ਰਾਇਮਰੀ ਮੈਂਟਲ ਐਬਿਲਿਟੀ ਕਿਸ ਥਿਊਰੀ ਨੂੰ ਕਿਹਾ ਜਾਂਦਾ? ਤੁਸੀਂ ਕਹਿ ਦੋਗੇ ਥਰਸਟਨ ਵਾਲੀ ਨੂੰ। ਕਿਹਦੇ ਵਾਲੀ ਨੂੰ? ਥਰਸਟਨ ਵਾਲੀ ਨੂੰ, ਠੀਕ ਹੈ। ਗਰੁੱਪ ਫੈਕਟਰ ਥਿਊਰੀ ਜਾਂ ਫਿਰ ਪ੍ਰਾਇਮਰੀ ਮੈਂਟਲ ਐਬਿਲਿਟੀ ਥਿਊਰੀ, ਤਾਂ ਇਹ ਥਰਸਟਨ ਦੀ ਥਿਊਰੀ ਨੂੰ ਕਿਹਾ ਜਾਂਦਾ। ਅਤੇ ਇੱਕ ਗੱਲ ਹੋਰ, ਥਰਸਟਨ ਨੇ ਜਿਹੜਾ ਸਪੀਅਰਮੈਨ ਦਾ, ਦੇਖੋ ਆਪਾਂ ਨੇ ਫੈਕਟਰ ਪੜ੍ਹਿਆ ਸੀ, ਇੱਕ S ਫੈਕਟਰ, ਇੱਕ G ਫੈਕਟਰ, ਠੀਕ ਹੈ। ਤਾਂ ਜਿਹੜਾ ਥਰਸਟਨ ਸੀ ਇਹ ਸਪੀਅਰਮੈਨ ਦੇ G ਫੈਕਟਰ ਦੀ ਆਲੋਚਨਾ ਕਰਦਾ ਹੈ, ਪਰ ਬਾਅਦ ਵਿੱਚ ਇਸ ਨੇ ਕਿਹਾ ਕਿ
ਇਸ ਦੇ ਆਧਾਰ 'ਤੇ ਸਾਰੀਆਂ ਯੋਗਤਾਵਾਂ ਆਪਸ ਵਿੱਚ ਜੁੜੀਆਂ ਰਹਿੰਦੀਆਂ ਹਨ, ਇਸ ਲਈ ਸਹੀ ਮੰਨਿਆ। ਪਹਿਲਾਂ ਤਾਂ ਇਹਦੀ ਆਲੋਚਨਾ ਕਰਤੀ, ਠੀਕ ਹੈ, ਬਾਅਦ ਵਿੱਚ ਮੰਨ ਗਿਆ, ਕਹਿੰਦਾ ਚੱਲ ਠੀਕ ਹੈ, ਠੀਕ ਹੈ। ਅਤੇ ਫਿਰ ਉਹ ਕਹਿੰਦਾ ਹੁਣ ਯਾਰ ਐਵੇਂ ਹੀ ਜਦੋਂ ਆਪਾਂ ਇੱਕ ਵਾਰ ਆਲੋਚਨਾ ਕਰਨ ਬੈਠ ਗਏ, ਕਹਿੰਦਾ ਫਿਰ ਆਪਦਾ ਕੁਛ ਨਵਾਂ ਦਾ ਦੇ ਕੇ ਜਾਈਏ। ਤਾਂ ਉਹਨੇ ਇਸ ਫੈਕਟਰ ਨੂੰ ਕੀ ਕਹਿਤਾ, ਸੈਕੰਡਰੀ ਆਰਡਰ ਜਨਰਲ ਫੈਕਟਰ ਕਹਿਤਾ, ਠੀਕ ਹੈ। ਬਸ ਇੰਨਾ ਕੁ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਥਰਸਟਨ ਬਾਰੇ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਗਿਲਫੋਰਡ, ਠੀਕ ਹੈ। ਤਾਂ ਗਿਲਫੋਰਡ ਦੀ ਥਿਊਰੀ ਵੈਸੇ ਬਹੁਤ ਡਿਟੇਲ ਦੇ ਵਿੱਚ ਹੈ, ਮੈਂ ਕਹਿੰਦਾ ਸਿਰਫ ਅੱਧੇ ਘੰਟੇ ਦਾ ਲੈਕਚਰ ਇਹਦੀ ਥਿਊਰੀ 'ਤੇ ਬਣ ਸਕਦਾ, ਠੀਕ ਹੈ। ਪਰ ਆਪਾਂ ਤੁਹਾਨੂੰ ਸਿਰਫ ਮੇਨ ਚੀਜ਼ਾਂ ਦੱਸ ਰਹੇ ਹਾਂ। ਗਿਲਫੋਰਡਜ਼ ਥਿਊਰੀ ਆਫ ਇੰਟੈਲੀਜੈਂਸ 1968 ਦੇ ਵਿੱਚ ਦਿੱਤੀ। ਅਤੇ ਇੱਕ ਚੀਜ਼ ਇਹਦੇ ਬਾਰੇ ਹੋਰ, ਇਹਦੀ ਥਿਊਰੀ ਨੂੰ ਅਲੱਗ-ਅਲੱਗ ਨਾਮ ਤੁਹਾਨੂੰ ਪੁੱਛ ਕੇ ਕਨਫਿਊਜ਼ ਕਰਨਗੇ। ਇੱਕ ਤਾਂ ਦੇਖੋ ਇਸ ਦੀ ਥਿਊਰੀ ਨੂੰ ਆਪਾਂ ਇਹ ਨਾਮ ਨਾਲ ਵੀ ਜਾਣਦੇ ਹਾਂ, ਠੀਕ ਹੈ। ਕੀ ਨਾਂ ਇਹਦਾ, ਸਟਰਕਚਰ ਆਫ ਇੰਟਲੈਕਚੁਅਲ ਮਾਡਲ, ਠੀਕ ਹੈ। ਇਹਨੂੰ ਸ਼ਾਰਟ ਦੇ ਵਿੱਚ ਵੀ ਲਿਖ ਦਿੰਦੇ ਨੇ ਉਲਝਾਉਣ ਦੇ ਮਾਰੇ ਇੱਦਾਂ, SOI, ਠੀਕ ਹੈ, ਸਟਰਕਚਰ ਆਫ ਇੰਟੈਲੀਜੈਂਸ ਮਾਡਲ। ਤਾਂ ਇਸ ਤਰ੍ਹਾਂ ਇਹਨੂੰ ਇੱਦਾਂ ਵੀ ਲਿਖ ਦਿੰਦੇ ਨੇ। ਅਤੇ ਇੱਕ ਗੱਲ ਹੋਰ, ਇਹ ਤਾਂ ਫੁੱਲ ਫਾਰਮ ਇਹਦਾ ਮਤਲਬ ਨਾਮ ਹੈ, ਹੈ ਨਾ, JP ਗਿਲਫੋਰਡ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਬਸ ਇਹ ਇੱਦਾਂ ਵੀ ਲਿਖਿਆ ਤੁਹਾਨੂੰ ਮਿਲ ਸਕਦਾ, ਠੀਕ ਹੈ। ਅਤੇ ਇੱਕ 3D ਥਿਊਰੀ ਵੀ ਕਹਿ ਦਿੱਤਾ ਜਾਂਦਾ, ਜੇ ਕਹਤਾ ਵੀ 3D ਥਿਊਰੀ ਤਾਂ ਵੀ ਤੁਸੀਂ ਗਿਲਫੋਰਡ ਵਾਲੀ ਨਾਲ ਜਾਓਗੇ, ਠੀਕ ਹੈ। ਅਤੇ ਇਹਨੂੰ ਮਤਲਬ 3D ਕਿਉਂ ਕਿਹਾ ਗਿਆ, ਇਹਨੂੰ ਆਪਾਂ ਸਮਝ ਲੈਣੇ ਥੋੜ੍ਹਾ ਜਿਹਾ, ਠੀਕ ਹੈ। ਜਿਵੇਂ ਤੁਸੀਂ ਹੋ ਸਕਦਾ ਮੈਥ ਵਾਲੇ ਤੁਹਾਡੇ 'ਚੋਂ ਜਾਣਦੇ ਹੋਣਗੇ ਕਿ ਇੱਕ 3D ਸ਼ੇਪਸ ਜਿਹੜੀਆਂ ਆਪਣੇ ਕੋਲ ਹੁੰਦੀਆਂ ਨੇ, ਠੀਕ ਹੈ, ਆਪਾਂ 3D ਸ਼ੇਪਸ ਇੱਦਾਂ ਲੈਂਦੇ ਹੁੰਦੇ ਹਾਂ। ਇਹ ਤਾਂ 2D ਹੈ, ਮਤਲਬ ਇੱਕ ਦੇਖੋ ਇਹਦਾ ਇੱਕ ਪਾਸਾ ਇਹ ਹੋ ਗਿਆ, ਇੱਕ ਪਾਸਾ ਇਹ ਹੋ ਗਿਆ, ਇਹ ਤਾਂ 2D ਚੀਜ਼ ਹੈ। ਪਰ ਜੇ ਮੈਂ ਇਹਨੂੰ ਇੱਦਾਂ ਡਰਾ ਕਰਨਾ, ਮੰਨ ਕੇ ਚੱਲੋ ਇੱਦਾਂ, ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਡਰਾ ਕਰਕੇ ਇਹਨੂੰ 3D ਸ਼ੇਪ ਬਣਾ ਲਾਂ ਐਵੇਂ, ਠੀਕ ਹੈ ਜੀ, 3D ਸ਼ੇਪਸ ਬਣ ਗਈਆਂ। ਤਾਂ ਹੁਣ ਦੇਖੋ ਇਹ ਪੁਆਇੰਟ ਤੋਂ ਪਹਿਲਾਂ ਦੋ ਪਾਸੇ ਸੀ, ਇੱਕ ਪਾਸਾ ਇਹ ਸੀ, ਇੱਕ ਪਾਸਾ ਇਹ ਸੀ, ਹੁਣ ਇੱਕ ਪਾਸਾ ਇਹ ਬਣ ਗਿਆ ਇਸ ਪੁਆਇੰਟ ਤੋਂ। ਇਸੇ ਤਰ੍ਹਾਂ ਹਰੇਕ ਪੁਆਇੰਟ ਤੋਂ ਤਿੰਨ ਪਾਸੇ ਬਣਨਗੇ। ਜੇ ਹੁਣ ਇਹ ਪੁਆਇੰਟ ਹੈ, ਇਹ ਤੋਂ ਵੀ ਤਿੰਨ ਪਾਸੇ ਬਣਨਗੇ, ਇੱਕ ਪਾਸਾ, ਦੋ ਪਾਸਾ, ਤਿੰਨ ਪਾਸੇ। ਤਾਂ ਇਸ ਤਰ੍ਹਾਂ ਇੱਕ ਬਾਕਸ ਬਣਾ ਕੇ, ਹੈ ਨਾ, ਜਿਵੇਂ ਬਾਕਸ ਇੱਟ ਦੀ ਸ਼ੇਪ ਨਹੀਂ ਹੁੰਦੀ ਕੋਈ, ਜਾਂ ਇੱਟ ਦੀ ਲਾ ਲਓ, ਜਾਂ ਮਤਲਬ ਕੋਈ ਘਣ ਦੀ ਸ਼ੇਪ ਲਗਾ ਲਓ, ਹੈ ਨਾ। ਘਨਾਬ ਤਾਂ ਚਲੋ ਇੱਕ ਸਾਈਡ ਜ਼ਿਆਦਾ ਲੰਮੀ ਹੋ ਗਈ, ਵੈਸੇ ਘਨਾਬ ਹੀ ਬਣੂਗਾ ਉਹਨੇ ਫੈਕਟਰ ਜੋ ਦਿੱਤੇ ਨੇ ਉਸ ਹਿਸਾਬ ਨਾਲ। ਤਾਂ ਇੱਦਾਂ 3D ਦੀ ਗੱਲ ਕਰਦੇ, ਮਤਲਬ ਇੱਕ ਫੈਕਟਰ ਇੱਧਰ ਦੱਸਦਾ, ਇੱਕ ਫੈਕਟਰ ਇੱਧਰ, ਇੱਕ ਫੈਕਟਰ ਇੱਧਰ। ਹੁਣ ਜਿਹੜੀਆਂ ਇਹ ਮੈਂ ਤਿੰਨ ਲਾਈਨਾਂ ਖਿੱਚੀਆਂ ਨੇ, ਕਿਉਂ ਖਿੱਚੀਆਂ ਨੇ ਇਹਨੂੰ ਸਮਝੋ। ਇਹ ਲਾਈਨ ਦੇ ਉੱਤੇ ਲਿਖ ਲਓ ਸੀ ਕੰਟੈਂਟ, ਇਹ ਲਾਈਨ ਦੇ ਉੱਤੇ ਲਿਖ ਲਓ ਸੀ ਆਪਰੇਸ਼ਨ, ਇਹ ਲਾਈਨ ਦੇ ਉੱਤੇ ਲਿਖ ਲਓ ਤੁਸੀਂ ਪ੍ਰੋਡਕਟ, ਠੀਕ ਹੈ। ਤਾਂ ਇਸ ਤਰ੍ਹਾਂ ਇਹ ਤਿੰਨ ਡਿਮੈਂਸ਼ਨਾਂ ਦੀ ਗੱਲ ਕਰੂਗਾ। ਇਹ ਤਿੰਨ ਡਿਮੈਂਸ਼ਨਾਂ ਕਿਹੜੀਆਂ ਦੇਖੋ, ਕੰਟੈਂਟ ਦੇ ਵਿੱਚ ਮੰਨ ਕੇ ਚਲੋ ਇੱਧਰ ਕੰਟੈਂਟ ਲਿਖ ਲਓ, ਇਹ ਕੰਟੈਂਟ ਦੇ ਵਿੱਚ 4 ਫੈਕਟਰ ਦੱਸਦਾ। ਅਤੇ ਇੱਧਰ ਆਪਰੇਸ਼ਨ ਲਿਖ ਲਓ, ਮੰਨ ਕੇ ਚਲੋ ਆਪਰੇਸ਼ਨ ਦੇ ਵਿੱਚ ਇਹ 5 ਫੈਕਟਰ ਦੱਸਦਾ। ਇੱਕ ਪਾਸੇ ਪ੍ਰੋਡਕਟ ਲਿਖ ਲਓ, ਪ੍ਰੋਡਕਟ ਦੇ ਵਿੱਚ ਇਹ 6 ਫੈਕਟਰ ਦੱਸਦਾ। ਤਾਂ ਕੁੱਲ ਮਿਲਾ ਕੇ ਇਹ ਚੀਜ਼ ਇੰਪੋਰਟੈਂਟ ਹੈ, ਠੀਕ ਹੈ। ਗਿਲਫੋਰਡ ਦੀ ਥਿਊਰੀ 'ਚ ਇਹਨੇ ਇੱਕ ਬਾਕਸ ਟਾਈਪ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਅਤੇ ਕੁੱਲ ਮਿਲਾ ਕੇ ਇਹਨੇ ਕੀ ਦੱਸਿਆ ਸੀ, ਕੰਟੈਂਟ ਦੇ ਵਿੱਚ 4 ਫੈਕਟਰ ਨੇ ਕਹਿੰਦਾ, ਠੀਕ ਹੈ। 4 ਚੀਜ਼ਾਂ ਅੱਗੇ ਵੀ ਡਿਟੇਲ ਦੇ ਵਿੱਚ ਨੇ, ਪਰ ਆਪਾਂ ਇੰਨਾ ਡਿਟੇਲ 'ਚ ਨਹੀਂ ਜਾਣਾ, ਠੀਕ ਹੈ। ਆਪਰੇਸ਼ਨ ਦੇ ਵਿੱਚ ਵੀ ਇਹ 5 ਫੈਕਟਰ ਦੱਸਦਾ ਅੱਗੇ, ਅਤੇ ਪ੍ਰੋਡਕਟ ਦੇ ਵਿੱਚ ਵੀ ਇਹ 6 ਫੈਕਟਰ ਦੱਸਦਾ। ਇਸ ਤਰ੍ਹਾਂ ਇਹਨੇ 4, 5 ਅਤੇ 6, ਠੀਕ ਹੈ। ਤਾਂ ਇੱਦਾਂ ਗੱਲ ਕੀਤੀ ਹੈ। ਅਤੇ ਜਦੋਂ ਇਹਦੀ ਆਪਾਂ ਗਿਣਤੀ ਕਰਾਂਗੇ ਕੁੱਲ ਮਿਲਾ ਕੇ, ਠੀਕ ਹੈ, ਇੱਦਾਂ ਹੋਊਗੀ ਇਹਦੀ ਗਿਣਤੀ। ਮਤਲਬ ਕਿ ਇਹਨੂੰ ਆਪਾਂ ਨੂੰ ਸਾਰਿਆਂ ਨੂੰ ਮਲਟੀਪਲਾਈ ਕਰਨਾ ਪਊਗਾ, 4 ਗੁਣਾ 5 ਗੁਣਾ 6। ਤਾਂ ਇਸ ਤਰ੍ਹਾਂ ਟੋਟਲ ਕਿੰਨੇ ਬਣ ਜਾਣਗੇ, 120 ਫੈਕਟਰ, ਠੀਕ ਹੈ। ਬਾਅਦ ਵਿੱਚ ਇਹ ਮੋਡੀਫਾਈ ਵੀ ਕੀਤੇ ਗਏ, ਉਹ ਅਲੱਗ ਮੈਟਰ ਹੈ, ਛੱਡੋ ਚੀਜ਼ਾਂ ਨੂੰ, ਠੀਕ ਹੈ। ਤਾਂ ਦੇਖੋ 120 ਬਣ ਗਏ ਕੁੱਲ ਮਿਲਾ ਕੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਕੀ ਕਰਦਾ, ਇਹ 3D ਸ਼ੇਪ ਦੇ ਵਿੱਚ ਆਪਣੀ ਥਿਊਰੀ ਦਿੰਦਾ, ਠੀਕ ਹੈ। ਤਾਂ ਹੀ ਆਪਾਂ ਇਹਨੂੰ 3D ਵੀ ਕਹਿ ਰਹੇ ਹਾਂ, ਸਮਝ ਰਹੇ ਹੋ, 3D ਕਹਿ ਰਹੇ ਹਾਂ, ਸਟਰਕਚਰ ਆਫ ਇੰਟਲੈਕਟ ਮਾਡਲ ਵੀ ਕਹਿ ਰਹੇ ਹਾਂ। ਇਸ ਤੋਂ ਬਿਨਾਂ ਇੱਕ ਗੱਲ ਹੋਰ, ਕਈ ਵਾਰ ਇਸ ਦੇ ਨਾਮ ਦੇ ਕੇ ਵੀ ਕਹਿ ਦਿੰਦਾ ਵੀ ਇਹ ਦੱਸੋ ਕਿਹਨੇ ਦਿੱਤੀ ਹੈ। ਨਾਮ ਦੇ ਕੇ ਕਿਵੇਂ, ਮੰਨ ਕੇ ਚੱਲ ਤੁਹਾਨੂੰ ਇਹ ਲਿਖਤਾ ਕੰਟੈਂਟ ਆਪਰੇਸ਼ਨ ਪ੍ਰੋਡਕਟ ਥਿਊਰੀ ਕਿਸ ਨੇ ਦਿੱਤੀ, ਤਾਂ ਤੁਸੀਂ ਗਿਲਫੋਰਡ ਕਹਿ ਦੋਗੇ। ਸਮਝ ਗਏ ਵੀ ਇੱਦਾਂ ਇਹਨੂੰ ਆਪਾਂ ਨੇ ਮੇਨ ਚੀਜ਼ਾਂ ਇਹ 'ਚੋਂ ਸਮਝ ਲਈਆਂ ਨਹੀਂ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਮਲਟੀਪਲ ਇੰਟੈਲੀਜੈਂਸ ਥਿਊਰੀ ਆਫ ਗਾਰਡਨਰ, ਮੋਸਟ ਇੰਪੋਰਟੈਂਟ ਹੈ, ਠੀਕ ਹੈ। ਸਮਝਣ ਵਾਲਾ ਵੀ ਇੰਟਰਸਟਿੰਗ ਚੀਜ਼ ਹੈ, ਠੀਕ ਹੈ। ਤਾਂ ਇਹ ਹਵਾਰਡ ਗਾਰਡਨਰ ਨੇ ਦਿੱਤੀ ਸੀ, ਅਤੇ ਉਸ ਦੀ ਬੁੱਕ ਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਫਰੇਮਸ ਆਫ ਮਾਈਂਡ 1983 ਦੇ ਵਿੱਚ, ਠੀਕ ਹੈ। ਅਤੇ ਇਹਦੇ ਵਿੱਚ ਮੇਨ ਫੈਕਟਰ ਜਿਹੜੇ 7 ਮੰਨੇ ਗਏ ਨੇ, ਕਿਉਂਕਿ ਪੇਪਰ ਦੇ ਵਿੱਚ ਵੀ ਕਾਫੀ ਵਾਰ ਲਿਖਿਆ ਹੋਇਆ ਹੈ ਵੀ ਗਾਰਡਨਰ ਦੇ 7 ਫੈਕਟਰਾਂ ਵਿੱਚੋਂ ਕਿਹੜਾ ਫੈਕਟਰ ਹੈ, ਕਿਹੜੇ ਫੈਕਟਰ ਅਨੁਸਾਰ ਹੈ। ਮਤਲਬ ਪੇਪਰ ਵਾਲਿਆਂ ਨੇ ਵੀ 7 ਫੈਕਟਰ ਇਸ 'ਤੇ ਲਿਖੇ ਹੈ, ਠੀਕ ਹੈ। ਪਰ ਆਪਾਂ ਤੁਹਾਨੂੰ ਸਿਰਫ 7 ਕਹਿ ਕੇ ਸਾਰ ਕੇ ਨਹੀਂ ਜਾਂਦੇ, ਮਕਸਦ ਆਪਾਂ ਤੁਹਾਡਾ ਪੂਰਾ ਕਰਵਾਵਾਂਗੇ ਅੱਜ, ਠੀਕ ਹੈ। ਤਾਂ ਦੇਖੋ ਨੰਬਰ 1 ਪਹਿਲਾਂ ਆਪਾਂ 7 ਫੈਕਟਰਾਂ ਨੂੰ ਹੀ ਇਹਦੇ ਨੂੰ ਸਮਝ ਲੈਂਦੇ ਹਾਂ, ਠੀਕ ਹੈ। ਤਾਂ ਇਹ ਕੀ ਆਖਦਾ ਸੀ, ਪਹਿਲਾਂ ਤਾਂ ਇਹਨੂੰ ਯਾਦ ਕਰੋ। ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਜੀ, ਇਹ ਮਲਟੀਪਲ ਇੰਟੈਲੀਜੈਂਸ ਥਿਊਰੀ ਆਫ ਗਾਰਡਨਰ ਹੈ।
ਇਹ ਮਲਟੀਪਲ ਇੰਟੈਲੀਜੈਂਸ ਥਿਊਰੀ ਹੈ। ਇੱਕ ਆਪਾਂ ਪਿੱਛੇ ਵੀ ਇਹ ਨਾਮ ਪੜ੍ਹਿਆ ਸੀ ਕਿਤੇ, ਉਹਦੇ 'ਚ ਕਨਫਿਊਜ਼ ਹੋ ਜਾਓ। ਇਹ ਦੇਖੋ ਮੈਂ ਤੁਹਾਨੂੰ ਦੱਸਦਾ, ਇਹ ਦੇਖੋ ਤੀਸਰੀ ਥਿਊਰੀ, ਇਹਦੇ ਵਿੱਚ ਮਲਟੀ ਫੈਕਟਰ ਥਿਊਰੀ ਲਿਖਿਆ ਹੋਇਆ ਸੀ। ਸਮਝ ਗਏ? ਮਲਟੀਪਲ ਇੰਟੈਲੀਜੈਂਸ ਜਦੋਂ ਵਿੱਚ ਸ਼ਬਦ ਆ ਗਿਆ ਨਾ, ਤਾਂ ਇੰਟੈਲੀਜੈਂਸ ਕਿਹਦੀ ਹੈ? ਗਾਰਡਨਰ ਵਾਲੀ ਹੈ। ਠੀਕ ਹੈ, ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ, ਕਿਤੇ ਉੱਥੇ ਨਾਮ 'ਚ ਉਲਝੇ ਰਹੋ। ਫੈਕਟਰ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਨਾਮ ਕਲੀਅਰ ਹੋਣੇ ਚਾਹੀਦੇ ਨੇ ਤੁਹਾਨੂੰ। ਠੀਕ ਹੈ, ਤਾਂ ਮਲਟੀਪਲ ਇੰਟੈਲੀਜੈਂਸੀ ਥਿਊਰੀ ਆਫ ਗਾਰਡਨਰ। ਠੀਕ ਹੈ, ਉੱਥੇ ਨਾਮ ਤਾਂ ਨਹੀਂ ਤੁਹਾਨੂੰ ਪਾਉਂਦੇ, ਤਾਂ ਪਿੱਛੇ ਆਪਾਂ ਨੇ ਆਫ ਲਗਾ ਕੇ ਲਿਖਤਾ। ਉੱਥੇ ਤੁਹਾਨੂੰ ਕੀ ਲਿਖ ਦੇਣਗੇ ਵੀ ਮਲਟੀਪਲ ਇੰਟੈਲੀਜੈਂਸ ਥਿਊਰੀ ਕਿਹਨੇ ਦਿੱਤੀ? ਗਾਰਡਨਰ ਨੇ। ਠੀਕ ਹੈ, ਤਾਂ ਇੱਦਾਂ ਵੀ ਇਹ ਚੀਜ਼ਾਂ ਨੂੰ ਕਲੀਅਰ ਰੱਖੋ, ਕਿਤੇ ਉੱਥੇ ਜਾ ਕੇ ਤੁਸੀਂ ਪੜ੍ਹੇ ਤਾਂ ਇਹ ਫਿਰਦੇ ਹੋ, ਤੁਸੀਂ ਰੱਟਾ ਤਾਂ ਇਹ ਲਾਈ ਫਿਰਦੇ ਹੋ, ਉੱਥੇ ਲਿਖਿਆ ਹੋਇਆ ਜੇ ਮਲਟੀਪਲ। ਠੀਕ ਹੈ, ਉਹ ਸਿੰਪਲ ਥਿਊਰੀ ਕਿਤੇ ਥੋਰਨਡਾਈਕ ਵਾਲੀ। ਵੀ ਇਹ ਚੀਜ਼ਾਂ 'ਚ ਕਲੈਰਿਟੀ ਰੱਖੋ। ਫੈਕਟਰ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਨਾਮਾਂ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ। ਤਾਂ ਇਹਦੇ 7 ਫੈਕਟਰ ਕਿਹੜੇ ਨੇ ਆਪਾਂ ਉਹ ਸਮਝਦੇ ਹਾਂ। ਮਤਲਬ ਮੇਨ 7 ਮੰਨੇ ਗਏ ਨੇ, ਦਿੱਤੇ ਨੇ 8 ਵੀ, ਕੋਈ ਕਹਿੰਦਾ 9 ਦਿੱਤੇ ਨੇ, 8 9ਵੇਂ ਮਤਲਬ ਉਹ ਵੀ ਆਪਾਂ ਅੱਗੇ ਡਿਸਕਸ ਕਰ ਲਾਂਗੇ। ਠੀਕ ਹੈ, ਤਾਂ ਦੇਖੋ ਗੱਲ ਸੁਣੋ। ਸ਼ਾਬਦਿਕ ਜਾਂ ਭਾਸ਼ਾਈ, ਮਤਲਬ ਪਹਿਲਾ ਫੈਕਟਰ ਇਹਦਾ ਕੀ ਮੰਨਾਂਗੇ ਆਪਾਂ? ਸ਼ਾਬਦਿਕ ਜਾਂ ਭਾਸ਼ਾਈ, ਯਾਨੀ ਕਿ ਵਰਬਲ ਜਾਂ ਲਿੰਗੁਇਸਟਿਕ। ਠੀਕ ਹੈ, ਤਾਂ ਇਹਦੇ ਵਿੱਚ ਇਹ ਕੀ ਗੱਲ ਕਰਦੇ? ਕਹਿੰਦੇ ਕੁਝ ਲੋਕ ਅਜਿਹੇ ਹੁੰਦੇ ਨੇ ਵੀ ਉਹਨਾਂ ਦੇ ਕੋਲ ਸ਼ਬਦ ਇੰਨੇ ਤਗੜੇ ਹੁੰਦੇ ਨੇ, ਉਹਨਾਂ ਕੋਲ ਉਹ ਸ਼ਬਦਾਂ ਦੀ, ਭਾਸ਼ਾ ਦੀ, ਤਰਕ ਦੀ, ਚਿੰਨ੍ਹਾਂ ਦੀ ਇੰਨੀ ਜ਼ਿਆਦਾ ਪਕੜ ਹੁੰਦੀ ਹੈ ਵੀ ਉਹਨਾਂ 'ਚ ਇੰਟੈਲੀਜੈਂਟ ਹੁੰਦੇ ਨੇ। ਆਲਾ ਕਹਿੰਦੇ ਹੁੰਦੇ ਯਾਰ ਇਹ ਤਾਂ ਭਾਸ਼ਾ 'ਚ ਬਹੁਤ ਹੁਸ਼ਿਆਰ ਹੈ, ਸ਼ਬਦ ਬਹੁਤ ਤਗੜੇ ਨੇ ਇਹਦੇ ਕੋਲ। ਮਤਲਬ ਜਿਹੜੇ ਸ਼ਾਬਦਿਕ ਤੌਰ 'ਤੇ ਕੀ ਹੋਣ, ਕਹਿ ਸਕਦੇ ਹਾਂ ਆਪਾਂ ਵੀ ਭਾਸ਼ਾ 'ਤੇ ਵਧੀਆ ਪਕੜ ਹੈ ਇਹਨਾਂ ਦੀ। ਸਿੰਪਲੀ ਇਹ ਗੱਲ ਸਮਝ ਲਓ ਵੀ ਜਿਹਨਾਂ ਦੀ ਭਾਸ਼ਾ 'ਤੇ ਵਧੀਆ ਪਕੜ ਹੈ ਉਹ ਇਸ ਬੁੱਧੀ ਦੇ ਵਿੱਚ ਆਉਂਦੇ ਨੇ, ਕਿਹੜੀ 'ਚ? ਸ਼ਾਬਦਿਕ। ਠੀਕ ਹੈ, ਜਾਂ ਕਹਿ ਲਓ ਵਰਬਲ ਇੰਟੈਲੀਜੈਂਸ। ਠੀਕ ਹੈ, ਜਾਂ ਕਹਿ ਸਕਦੇ ਆਪਾਂ ਲਿੰਗੁਇਸਟਿਕ ਇੰਟੈਲੀਜੈਂਸ। ਠੀਕ ਹੈ, ਤਾਂ ਇਹਦੇ ਵਿੱਚ ਕੌਣ ਕੌਣ ਆਉਂਦੇ ਨੇ? ਵਕੀਲ, ਅਧਿਆਪਕ, ਲੇਖਕ, ਪੱਤਰਕਾਰ। ਉਹ ਦੱਸਿਆ ਨਾ ਤੁਹਾਨੂੰ ਵੀ ਅਧਿਆਪਕ ਸਾਰੇ ਪਾਸੇ ਵੜਿਆ ਬੈਠਿਆ ਹੋਊਗਾ, ਤੁਸੀਂ ਦੇਖਿਓ, ਮਾਣ ਮਹਿਸੂਸ ਕਰੋਗੇ ਤੁਸੀਂ ਵੀ ਅਧਿਆਪਕ ਕੋਲ ਇੰਨੀਆਂ ਇੰਟੈਲੀਜੈਂਸੀਆਂ ਨੇ, ਇੰਨੀਆਂ ਬੁੱਧੀਆਂ ਨੇ ਉਹਦੇ ਕੋਲ। ਠੀਕ ਹੈ, ਤਾਂ ਹੀ ਫਿਰ ਅੱਗੇ ਸਮਝੋ। ਅਤੇ ਅੱਗੇ ਦੂਸਰੀ ਟਾਈਪ ਆ ਗਈ ਤਾਰਕਿਕ ਜਾਂ ਗਣਿਤਾਤਮਕ। ਠੀਕ ਹੈ, ਤਾਂ ਹੁਣ ਲੌਜੀਕਲ, ਇਹਨਾਂ ਕੋਲ ਲੌਜਿਕ ਹੁੰਦਾ ਹੈ। ਭਾਸ਼ਾ ਅਲੱਗ ਚੀਜ਼ ਆ ਗਈ, ਭਾਸ਼ਾ ਦਾ ਗਿਆਨ ਹੋਣਾ ਅਲੱਗ ਚੀਜ਼ ਹੈ ਨਾ। ਅਤੇ ਇਹ ਲੌਜਿਕ, ਹੁਣ ਮੈਥ ਦੇ ਵਿੱਚ ਲੌਜਿਕ ਚੱਲਦਾ ਵੀ ਇਹ ਗੱਲ ਐਵੇਂ ਨਹੀਂ ਤਾਂ ਐਵੇਂ ਕਿਉਂ ਹੈ। ਹੁਣ ਸਾਹਿਤ ਹੈ, ਉਹ ਤਾਂ ਕਲਪਨਾ ਵੀ ਕਰੂਗਾ, ਭਾਸ਼ਾ ਵਾਲਾ ਵਿਅਕਤੀ ਹੈ ਉਹ ਤਾਂ ਐ ਬੈਠਾ ਕਮਰੇ 'ਚ ਬੈਠਾ ਸੋਚ ਕੇ ਕਿੱਥੇ ਵਗ ਜੂਗਾ, ਅਸਮਾਨ 'ਚ ਵੀ ਵਗ ਜੂਗਾ। ਰਾਈਟਰ ਅਸਮਾਨ 'ਚ ਵੀ ਜਾ ਸਕਦੇ ਨੇ, ਹੈ ਨਾ। ਤਾਂ ਇਹਦੇ ਵਿੱਚ ਲੇਖਕ ਆ ਗਏ, ਅਧਿਆਪਕ, ਵਕੀਲ ਆ ਗਏ, ਇਹਨਾਂ ਕੋਲ ਸ਼ਬਦ ਤਕੜੇ ਨੇ, ਭਾਸ਼ਾ ਤਕੜੀ ਹੈ। ਅਤੇ ਦੂਸਰੀ ਜਿਹੜੀ ਕਿਸਮ ਇਹਦੇ 'ਚ ਵਿਗਿਆਨੀ ਆ ਜਾਂਦੇ ਨੇ, ਗਣਿਤਕਾਰ ਆ ਜਾਂਦੇ ਨੇ, ਦਾਰਸ਼ਨਿਕ ਆ ਜਾਂਦੇ ਨੇ, ਫਿਲੋਸਫਰ ਆ ਜਾਂਦੇ ਨੇ, ਜਿਹੜੇ ਤਰਕ ਕਰਦੇ ਨੇ ਵੀ ਇਹ ਗੱਲ ਕਿਉਂ ਹੈ। ਠੀਕ ਹੈ, ਤਾਂ ਅਜਿਹੀ ਟਾਈਪ ਦੇ ਵਿੱਚ ਇਹ ਆਉਂਦੇ ਨੇ। ਅਤੇ ਪੁਲਾੜਵਾਦਕ। ਠੀਕ ਹੈ, ਸਪੇਸ਼ੀਅਲ ਇੰਟੈਲੀਜੈਂਸ ਇਹਦੇ ਵਿੱਚ ਮਤਲਬ ਕੁਐਸਚਨ ਬਣਦਾ ਜੀ। ਇਹਦੇ ਵਿੱਚ ਪਤਾ ਕੌਣ ਆਉਂਦੇ? ਮੈਂ ਤੁਹਾਨੂੰ ਸਿੰਪਲ ਗੱਲ ਦੱਸਦਾ। ਇੱਕ ਕੋਈ ਮਿਸਤਰੀ ਹੈ, ਉਹਨੂੰ ਤੁਸੀਂ ਕੀ ਕਰ ਦਿਓ? ਇੱਕ ਖਾਲੀ ਪਲਾਟ 'ਚ, ਮਤਲਬ ਪਲਾਟ 'ਚ ਲਿਜਾ ਕੇ ਖੜਾ ਦਿਓ ਖਾਲੀ ਥਾਂ 'ਤੇ, ਤੁਸੀਂ ਉਹਨੂੰ ਸਾਰਾ ਕੁਛ ਮੁਹੱਈਆ ਕਰਵਾ ਦਿਓ, ਉੱਥੇ ਇੱਕ ਸੋਹਣੀ ਜਿਹੀ ਬਿਲਡਿੰਗ ਤਿਆਰ ਕਰ ਦਊਗਾ। ਬਾਅਦ ਵਿੱਚ ਉਹ ਕਿੰਨੀ ਆਕਰਸ਼ਕ ਬਣ ਜਾਊਗੀ। ਫੋਰ ਐਗਜ਼ਾਮਪਲ ਤੁਸੀਂ ਕਿਸੇ ਚੀਜ਼ ਦੀ ਉਦਾਹਰਨ ਲਓ, ਜਿਵੇਂ ਕਿਆ ਕਰਦੇ ਨੇ ਹੈ ਨਾ, ਕਿ ਜਿਵੇਂ ਕੋਈ ਆਪਣੇ ਉਹ ਮਤਲਬ ਸਟੈਚੂ ਆਫ ਯੂਨਿਟੀ ਬਣੀ ਹੈ, ਵੀ ਉੱਥੇ ਲੋਕ ਦੇਖਣ ਲਈ ਆਏ, ਤਾਂ ਉਹ ਕਿਹਦੇ ਕਰਕੇ ਆਏ? ਮਿਸਤਰੀਆਂ ਨੇ। ਜੇ ਕੋਈ ਅਜੂਬਾ ਬਣਾਇਆ ਤਾਂ ਦੇਖਣ ਆਏ, ਤਾਜ ਮਹਿਲ ਦੇਖਣ ਆਉਂਦੇ ਨੇ ਲੋਕ। ਉਹ ਪਹਿਲਾਂ ਤਾਂ ਜੇ ਉਹ ਤਾਜ ਮਹਿਲ ਮਿਸਤਰੀਆਂ ਨੇ ਉੱਥੇ ਤਿਆਰ ਕੀਤਾ ਹੈ, ਮਤਲਬ ਮਿਸਤਰੀਆਂ ਦੇ ਦਿਮਾਗ ਵਿੱਚ ਨਕਸ਼ਾ ਆਇਆ, ਉਹਨੂੰ ਇੰਪਲੀਮੈਂਟ ਕੀਤਾ, ਬਣਾਇਆ, ਤਾਂ ਉਹ ਕੰਮ ਕਿਹਦਾ ਸੀ? ਜਿਹੜਿਆਂ ਦੇ ਵਿੱਚ ਉਹ ਬੁੱਧੀ ਸੀ। ਕਿਹੜੀ ਬੁੱਧੀ? ਪੁਲਾੜਵਾਦਕ ਜਾਂ ਸਪੇਸ਼ੀਅਲ ਇੰਟੈਲੀਜੈਂਸ ਸੀ, ਜਿਹਦੇ ਵਿੱਚ ਉਹਨਾਂ ਨੂੰ ਲੱਗਿਆ ਇੱਥੇ ਇਹ ਚੀਜ਼ ਬਣ ਸਕਦੀ ਹੈ, ਇੱਥੇ ਖੰਭਾ ਲਗਾਇਆ ਜਾ ਸਕਦਾ ਹੈ, ਇੱਥੇ ਤੋਂ ਇਹਦੀ ਗਲਾਈ ਕੀਤੀ ਜਾ ਸਕਦੀ ਹੈ, ਇਹ ਐਵੇਂ ਚੀਜ਼ ਆਕਰਸ਼ਕ ਬਣ ਸਕਦੀ ਹੈ। ਤਾਂ ਉਹ ਉਹਨਾਂ ਦੀ ਬੁੱਧੀ ਸੀ। ਸਮਝ ਗਏ? ਹੋ ਸਕਦਾ ਉਹਨਾਂ ਨੂੰ ਭਾਸ਼ਾ ਦਾ ਗਿਆਨ ਨਾ ਹੋਵੇ, ਉਹਨਾਂ ਨੂੰ ਸ਼ਬਦਾਂ ਦਾ ਗਿਆਨ ਨਾ ਹੋਵੇ, ਲੌਜਿਕ ਨਾ ਆਉਂਦਾ ਹੋਵੇ, ਤਾਂ ਉਹਨਾਂ 'ਚ ਜਿਹੜੀ ਬੁੱਧੀ ਸੀ ਉਹ ਕਿਹੜੀ ਸੀ? ਪੁਲਾੜਵਾਦਕ ਸੀ। ਇਸੇ ਤਰ੍ਹਾਂ ਕੋਈ ਚਿੱਤਰਕਾਰ ਹੈ, ਉਹਨੂੰ ਤੁਸੀਂ ਖਾਲੀ ਪੇਜ ਦੇ ਦਿਓ, ਉਹ ਇੰਨੀ ਸੋਹਣੀ ਪੇਂਟਿੰਗ ਬਣਾਊਗਾ ਵੀ ਕਮਾਲ ਬਣ ਜੂਗੀ ਉਹ ਪੇਂਟਿੰਗ। ਠੀਕ ਹੈ, ਤਾਂ ਇਸੇ ਤਰ੍ਹਾਂ ਕਹਿ ਸਕਦੇ ਆਪਾਂ ਪੇਂਟਰ ਹੈ, ਉਹ ਖਾਲੀ ਕੰਧ ਪਈ ਹੈ, ਉਹਨੂੰ ਕੋਈ ਨਹੀਂ ਦੇਖਦਾ, ਜੇ ਉਹਨੇ ਕੋਈ ਫੋਟੋਸ਼ਾਪ ਦੇ ਉੱਤੇ ਲੋਕ ਖੜ ਦੇਖਣਗੇ। ਠੀਕ ਹੈ, ਤਾਂ ਸ਼ਿਲਪਕਾਰ, ਪੇਂਟਰ, ਇੰਜੀਨੀਅਰ, ਮਕੈਨਿਕ, ਮਿਸਤਰੀ, ਜਹਾਜ਼ ਬਣਾਉਣ ਵਾਲੇ, ਸਰਵੇਖਣ ਕਰਨ ਵਾਲੇ, ਇਹ ਸਭ ਇਹਦੇ ਵਿੱਚ ਆਉਂਦੇ ਨੇ। ਇਹਨਾਂ ਵਿੱਚ ਅਜਿਹੀ ਬੁੱਧੀ ਹੁੰਦੀ ਹੈ। ਤਾਂ ਇਹਦੇ 'ਚ ਕੀ ਸ਼ਾਮਲ ਹੈ? ਕੋਈ ਦ੍ਰਿਸ਼ਟੀ ਕਲਾ, ਠੀਕ ਹੈ, ਸ਼ਿਲਪ ਕਲਾ, ਤਸਵੀਰਾਂ ਉਕੇਰਨਾ, ਕੁਝ ਉਸਾਰਨਾ, ਕ੍ਰੀਏਟ ਕਰਨਾ, ਕ੍ਰੀਏਟ ਸਮਥਿੰਗ। ਠੀਕ ਹੈ, ਤਾਂ ਇਹ ਇਸ ਬੁੱਧੀ ਦੇ ਵਿੱਚ ਆਉਂਦੇ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਸੰਗੀਤਕ, ਮਿਊਜ਼ੀਕਲ। ਬਹੁਤੇ ਕੀ ਕਰਦੇ ਨੇ? ਉਹ ਕਹਿ ਦਿੰਦੇ ਨੇ ਯਾਰ ਇਹ ਗਾਣਾ ਮੈਂ ਅੱਛਾ ਇਹ ਫਲਾਣੇ ਕਲਾਕਾਰ ਦਾ ਗਾਣੇ ਨਾਲ ਸ਼ਾਇਦ ਉਹਨਾਂ ਨੇ ਕੀ ਹੋਵੇ, ਹੋ ਸਕਦਾ ਉਹ ਗਾਣਾ ਪਹਿਲੀ ਵਾਰ ਸੁਣਿਆ ਹੋਵੇ, ਫਿਰ ਵੀ ਉਹ ਆਵਾਜ਼ ਪਹਿਚਾਣ ਜਾਂਦੇ ਨੇ ਕਲਾਕਾਰ ਦੀ, ਉਹਨਾਂ 'ਚ ਆਵਾਜ਼ ਪਹਿਚਾਨਣ ਦਾ ਗੁਣ ਹੈ।
ਤੇ ਹੋਰ ਗੱਲ ਆਪਣੇ ਵਰਗੇ ਨੂੰ ਨਹੀਂ ਕਿਸੇ ਨੂੰ ਪਤਾ ਹੁੰਦਾ ਵੀ ਕਿਹੜਾ ਰਾਗ ਹੈ, ਕਿਹੜੀ ਸੁਰ ਹੈ, ਉੱਚੀ ਸੁਰ ਹੈ, ਨੀਵੀਂ ਸੁਰ ਹੈ, ਕਿਹੜੇ ਸੁਰ ਦੇ 'ਚ ਗਾਇਆ ਜਾ ਰਿਹਾ। ਬਹੁਤੇ ਹੀ ਧਿਆਨ ਦਿੰਦੇ ਨੇ ਇਹ ਯਾਰ ਉੱਚੀ ਸੁਰ 'ਚ ਗਾ ਰਿਹਾ, ਇਹ ਨੀਵੀਂ ਸੁਰ 'ਚ ਗਾ ਰਿਹਾ। ਉਹਨਾਂ ਨੂੰ ਸੁਰ ਦਾ ਗਿਆਨ ਹੁੰਦਾ, ਤਾਲ ਦਾ ਗਿਆਨ ਹੁੰਦਾ ਹੈ ਨਾ, ਉਹਨਾਂ ਨੂੰ ਸਾਜ਼ਾਂ ਦਾ ਗਿਆਨ ਹੁੰਦਾ। ਤਾਂ ਤਾਲ ਸ਼ਾਸਤਰ ਦੀ ਬੁੱਧੀ ਹੁੰਦੀ ਹੈ ਬਹੁਤਿਆਂ 'ਚ, ਠੀਕ ਹੈ। ਕੋਈ ਸੁਰ ਨੂੰ ਪਹਿਚਾਨਣਾ, ਤਾਲ ਨੂੰ, ਆਵਾਜ਼ਾਂ ਨੂੰ ਪਹਿਚਾਨਣਾ, ਮਨੁੱਖੀ ਆਵਾਜ਼ ਵਿੱਚ ਅੰਤਰ ਲੱਭਣਾ ਵੀ ਇਹਨੇ ਯਾਰ ਹੁਣ ਗਲਤ ਰਾਗ ਲਾਤਾ, ਇਹਨੇ ਸੁਰ ਗਲਤ ਹੋ ਗਈ, ਇਹ ਤੋਂ ਤਾਲ ਬਣੀ ਨਹੀਂ ਹੈਗੀ। ਬਹੁਤਿਆਂ ਨੂੰ ਗਿਆਨ ਹੁੰਦਾ ਉਹ ਚੀਜ਼ ਦਾ, ਠੀਕ ਹੈ। ਤਾਂ ਸੰਗੀਤ ਸਾਜ਼ ਨੂੰ ਪਹਿਚਾਣ ਦਿੰਦੇ ਨੇ। ਬਹੁਤਿਆਂ ਲਈ ਤਾਂ ਜਿਹੜੇ ਨੂੰ ਸਾਜ਼ ਦਾ ਨਹੀਂ ਨੌਲੇਜ ਆ ਉਹ ਕੀ ਹੈ, ਬਹੁਤਿਆਂ ਲਈ ਉਹ ਮਤਲਬ ਸ਼ੋਰ ਹੀ ਹੈ, ਉਹਨਾਂ ਦੇ ਕੰਨ ਹੀ ਖਾ ਰਿਹਾ ਉਹ ਸ਼ੋਰ ਸ਼ਰਾਬਾ। ਪਰ ਜਿਹਨੂੰ ਨੌਲੇਜ ਆ ਉਹ ਆਨੰਦ ਲੈਂਦੇ ਨੇ ਉਹਦਾ, ਯਾਰ ਕਿੰਨਾ ਸੋਹਣਾ ਸੁਰ ਲਾਇਆ ਇਹਨੇ, ਕਿੰਨੀ ਸੋਹਣੀ ਆਵਾਜ਼ ਪੇਸ਼ ਕੀਤੀ ਹੈ। ਤਾਂ ਉਹਨਾਂ ਨੂੰ ਆਵਾਜ਼ ਦੀ ਨੌਲੇਜ ਉਹਨਾਂ 'ਚ ਬੁੱਧੀ ਕਿਹੜੀ ਹੈ, ਸੰਗੀਤਕ, ਯਾਨੀ ਕਿ ਮਿਊਜ਼ੀਕਲ ਇੰਟੈਲੀਜੈਂਸ ਸੀ ਉਹਨਾਂ 'ਚ, ਠੀਕ ਹੈ। ਇਹਦੇ 'ਚ ਕੌਣ ਆਉਂਦੇ ਨੇ, ਕਵੀ, ਸੰਗੀਤਕਾਰ, ਗਾਇਕ, ਸੰਗੀਤ ਪ੍ਰੇਮੀ, ਸਰੋਤੇ, ਠੀਕ ਹੈ। ਤਾਂ ਇਹ ਸਭ ਇਸ ਦੇ ਵਿੱਚ ਸ਼ਾਮਲ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਰੀਰਕ, ਠੀਕ ਹੈ, ਜਾਂ ਕਹਿ ਲਓ ਸਰੀਰਕ ਅਤੇ ਆਤਮਿਕ, ਬੋਡੀਲੀ ਕਾਇਨਸਥੈਟਿਕ ਇੰਟੈਲੀਜੈਂਸੀ ਦੇ ਵਿੱਚ ਉਹ ਆਉਂਦੇ ਨੇ ਜਿਹੜੇ ਕੋਈ ਕੰਮ ਕਰਨ ਵੇਲੇ ਆਪਣੇ ਸਰੀਰ ਨੂੰ ਵਿੱਚ ਇਨਵੋਲਵ ਕਰ ਰਹੇ ਨੇ, ਠੀਕ ਹੈ। ਸਰੀਰਕ ਕਿਰਿਆਵਾਂ ਉਸ ਦੇ ਵਿੱਚ ਸ਼ਾਮਲ ਨੇ, ਜਿਵੇਂ ਨਾਟਕ ਕਰਨਾ, ਰੋਲ ਕਰਨਾ। ਹੁਣ ਦੇਖੋ ਰੋਲ ਕਰਨਾ ਵੀ ਕੋਈ ਸੌਖੀ ਗੱਲ ਨਹੀਂ, ਉਹ ਆਪਣੇ ਆਪ ਨੂੰ ਉਸ ਅਕੋਰਡਿੰਗ ਢਾਲਦੇ ਨੇ, ਉਸ ਤਰ੍ਹਾਂ ਦੀ ਇਮੋਸ਼ਨਲ ਬਣਾਉਂਦੇ ਨੇ, ਹੈ ਨਾ। ਜਿਵੇਂ ਵੀ ਉਹ ਝੁਕਦੇ ਨੇ, ਕਦੇ ਉੱਪਰ ਹੋਏ ਹੇਠਾਂ ਹੋਏ, ਆਪਣੀ ਬੋਡੀ ਲੈਂਗੁਏਜ ਨੂੰ ਯੂਜ਼ ਕੀਤਾ। ਇਸੇ ਤਰ੍ਹਾਂ ਕੋਈ ਖਿਡਾਰੀ ਨੇ, ਉਹ ਕੀ ਕਰ ਰਹੇ ਨੇ, ਉਛਲ ਰਹੇ ਨੇ, ਕੁੱਦ ਰਹੇ ਨੇ, ਆਪਣੀ ਸਰੀਰ ਦੀ ਮਤਲਬ ਹੱਥ ਪੈਰਾਂ ਨੂੰ ਇੱਦਾਂ ਘੁਮਾ ਰਹੇ ਨੇ ਵੀ ਉਹ ਕੁਛ ਐਕਟੀਵਿਟੀ ਕਰ ਰਹੇ ਨੇ। ਤਾਂ ਇਹ ਉਹਨਾਂ ਦਾ ਗੁਣ ਹੈ ਕਿ ਮਤਲਬ ਇਹ ਉਹਨਾਂ ਦੇ 'ਚ ਕੀ ਹੈ, ਬੋਡੀਲੀ ਕਾਇਨਸਥੈਟਿਕ ਦੀ ਬੁੱਧੀ ਹੈ, ਠੀਕ ਹੈ। ਨੈਕਸਟ ਇਹਦੇ 'ਚ ਐਗਜ਼ਾਮਪਲ ਸਮਝ ਲਓ, ਖਿਡਾਰੀ ਜਾਂ ਖਿਡਾਰਨ, ਠੀਕ ਹੈ, ਨਾਚਕਾਰ, ਕਲਾਕਾਰ, ਐਕਟਰਸ, ਠੀਕ ਹੈ। ਤਾਂ ਇਹ ਸਭ ਨੇ ਜਿਹੜੇ ਇਸ 'ਚ ਸ਼ਾਮਲ ਹੁੰਦੇ ਨੇ। ਨਾਟਕ ਵਾਲੇ ਹੋ ਗਏ ਅਤੇ ਜਿਹੜੇ ਆਂਦਾ ਸਰੀਰਕ ਕਿਰਿਆਵਾਂ ਕਰਦੇ ਨੇ, ਕੋਈ ਖਿਡਾਰੀ, ਨਾਚਕਾਰ, ਠੀਕ ਹੈ, ਸਮਝ ਗਏ ਹੋਵੇਂ ਤੁਸੀਂ। ਨੈਕਸਟ ਆਪਾਂ ਗੱਲ ਕਰਦੇ ਹਾਂ ਅੰਤਰ ਵਿਅਕਤੀਗਤ ਬੁੱਧੀ, ਯਾਨੀ ਕਿ ਇੰਟਰਪਰਸਨਲ। ਇੰਗਲਿਸ਼ ਦੇ 'ਚ ਇਹਦਾ ਨਾਮ ਯਾਦ ਕਰੋ, ਠੀਕ ਹੈ, ਇੰਟਰਪਰਸਨਲ। ਇਹ ਸਪੈਲਿੰਗ ਅਤੇ ਇਹ ਸਪੈਲਿੰਗ ਥੋੜ੍ਹਾ ਜਿਹਾ ਫਰਕ ਹੀ ਹੈ ਬਸ, ਠੀਕ ਹੈ। ਇੰਗਲਿਸ਼ ਦੇ ਵਿੱਚ ਨਾਮ ਇਹਦਾ ਯਾਦ ਕਰੋ, ਮੈਂ ਤੁਹਾਨੂੰ ਨੀਚੇ 'ਚ ਰਿਕਮੈਂਡ ਕਰਾਂਗਾ। ਪੰਜਾਬੀ ਦੇ ਵਿੱਚ ਨਾਮ ਕਈ ਵਾਰ ਹੋਰਾਂ ਪਰਾਂ ਹੁੰਦਾ, ਠੀਕ ਹੈ। ਤਾਂ ਇੰਟਰਪਰਸਨਲ ਦੀ ਜਦੋਂ ਗੱਲ ਹੈ, ਇਹ ਉਹ ਇਨਸਾਨ ਨੇ ਜਿਹੜੇ ਤੁਰੇ ਜਾਂਦੇ ਕੀ ਕਰ ਲੈਂਦੇ ਨੇ, ਸਕੀਰੀਆਂ ਕੱਢ ਲੈਂਦੇ ਨੇ। ਵੀ ਬਹੁਤੇ ਤੁਸੀਂ ਦੇਖਿਆ ਹੋਣਾ ਵੀ ਉਹ ਰੇਲ ਗੱਡੀ 'ਚ ਚੜ੍ਹ ਗਏ ਅਤੇ ਜਦੋਂ ਰੇਲ ਗੱਡੀ ਦੇ ਜਿਹੜੇ ਡੱਬੇ 'ਚ ਬੈਠੇ ਉੱਥੇ ਅਣਜਾਣ ਸੀ ਲੋਕ ਸਾਰੇ, ਠੀਕ ਹੈ। ਅਤੇ ਉਸ ਤੋਂ ਬਾਅਦ ਘੰਟੇ ਕੁ ਨੂੰ ਪਤਾ ਲੱਗਿਆ ਵੀ ਉਹਨੇ ਤਾਂ ਸਾਰਿਆਂ ਨਾਲ ਜਾਣ ਪਛਾਣ ਕਰ ਲਈ। ਬਹੁਤੇ ਲੋਕਾਂ 'ਚ ਗੁਣ ਹੁੰਦਾ, ਬੱਸ 'ਚ ਚੜ੍ਹ ਗਏ, ਉਹ ਫਲਾਣੇ ਨੂੰ ਨਾਲ ਵਾਲੇ ਨੂੰ ਪੁੱਛਦੇ ਨੇ ਤੂੰ ਕਿੱਥੋਂ ਆਇਆ, ਕਿੱਥੇ ਦਾ ਰਹਿਣ ਵਾਲਾ, ਕਿੱਥੇ ਜਾ ਰਿਹਾ, ਕੀ ਕੰਮ ਹੈ ਤੈਨੂੰ, ਮਤਲਬ ਸਾਰੀ ਜਾਣ ਪਛਾਣ ਕਰ ਲੈਂਦੇ, ਕਿਉਂਕਿ ਉਹਨਾਂ 'ਚ ਗੁਣ ਹੀ ਹੁੰਦਾ। ਗੁਣ ਕੀ ਹੁੰਦਾ ਵੀ ਉਹ ਦੂਸਰਿਆਂ ਨਾਲ ਛੇਤੀ ਘੁਲ ਮਿਲ ਜਾਂਦੇ ਨੇ। ਜਿਵੇਂ ਸਿਆਸਤਦਾਨ ਹੈ, ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਸਿਆਸਤਦਾਨ ਕੀ ਕਰਦੇ ਨੇ, ਉਹ ਲੋਕਾਂ ਨਾਲ ਜਾਣ ਪਛਾਣ ਬਣਾ ਲੈਂਦੇ ਨੇ। ਜਿਹੜੇ ਪਿੰਡ 'ਚ ਹੋ ਸਕਦਾ ਉਹ ਪਹਿਲੇ ਦਿਨ ਵੋਟਾਂ ਮੰਗਣ ਗਏ ਹੁਣ, ਲੋਕਾਂ ਨੂੰ ਆਪਦਾ ਫੈਨ ਬਣਾ ਕੇ ਆ ਗਏ ਹੁਣ, ਹੈ ਨਾ। ਅਤੇ ਇਸ ਤੋਂ ਬਾਅਦ ਬਿਨਾਂ ਤੁਸੀਂ ਇੱਕ ਹੋਰ ਇਹਦੀ ਐਗਜ਼ਾਮਪਲ ਲਓ, ਜਿਹੜੇ ਦੁਕਾਨਦਾਰ ਹੁੰਦੇ ਨੇ, ਕੋਈ ਮਤਲਬ ਵੇਚਣ ਵਾਲੇ, ਜਿਵੇਂ ਦਲਾਲ ਹੁੰਦੇ ਨੇ, ਉਹ ਆਪਣੀਆਂ ਗੱਲਾਂ 'ਚ ਲੋਕਾਂ ਨੂੰ 2 ਮਿੰਟਾਂ 'ਚ ਕੀ ਕਰ ਦਿੰਦੇ ਨੇ, ਗੱਲਾਂ 'ਚ ਲੈ ਜਾਂਦੇ ਨੇ। ਅਤੇ ਇੱਕ ਜਿਵੇਂ ਦੁਕਾਨਦਾਰ ਨਹੀਂ ਹੁੰਦੇ, ਤੁਸੀਂ ਉਹਨਾਂ 'ਤੇ ਦੁਕਾਨ 'ਤੇ ਕੋਈ ਚੀਜ਼ ਲੈਣ ਵਗ ਜਾਓ, ਉਹ ਤੁਹਾਡੇ ਨਾਲ ਜਾਣ ਪਛਾਣ ਕਰ ਲੈਣਗੇ, ਅੱਛਾ ਇਹ ਚੀਜ਼ ਲੈਣੀ ਹੈ, ਕਿਵੇਂ, ਕੀ ਲੋੜ ਹੈ, ਕਿਉਂ। ਉਸ 'ਤੇ ਹੌਲੀ ਹੌਲੀ ਕੋਈ ਬੱਚਾ ਹੈ, ਉਹ ਬੱਚੇ ਨਾਲ ਖੇਡ 'ਚ ਲੱਗ ਜਾਣਗੇ, ਉਸ ਦੇ ਨਾਲ ਕੋਈ ਰਿਐਕਟ ਜਿਹਾ ਕਰਨਗੇ, ਉਹ ਬੱਚੇ ਤੋਂ ਕੁਛ ਪੁੱਛਣ ਜੇਗੇ ਤੂੰ ਕਿਹੜੀ ਕਲਾਸ 'ਚ ਪੜ੍ਹਦਾ, ਕੀ ਹੈ ਮਤਲਬ, ਉਹੀ ਜਾਣ ਪਛਾਣ ਜੀ ਕਰ ਲੈਂਦੇ ਨੇ, ਘੁਲ ਮਿਲ ਜਾਂਦੇ ਨੇ ਤਾਂ ਕਿ ਉਹਨਾਂ ਦਾ ਸੌਦਾ ਵਧੀਆ ਵਿਕ ਜੇ, ਠੀਕ ਹੈ। ਤਾਂ ਉਹ ਕੀ ਕਰ ਜਾਂਦੇ ਨੇ, ਛੇਤੀ ਘੁਲ ਮਿਲ ਜਾਂਦੇ ਨੇ। ਅਜਿਹੀ ਕਹਿ ਸਕਦੇ ਹਾਂ ਕਿ ਬੁੱਧੀ ਕਿਸੇ ਕਿਸੇ 'ਚ ਹੁੰਦੀ ਹੈ, ਠੀਕ ਹੈ। ਤਾਂ ਹੁਣ ਅਜਿਹਿਆਂ 'ਚ ਜਿਹੜੇ ਬੁੱਧੀ ਹੁੰਦੀ ਆ ਉਹ ਹੁੰਦੇ ਨੇ ਸਿਆਸਤਦਾਨ, ਠੀਕ ਹੈ। ਮਤਲਬ ਮੈਂ ਉਦਾਹਰਨ ਦੇ ਰਹੀ ਹਾਂ ਵੀ ਇਹ ਨਹੀਂ ਮਤਲਬ ਸਿਆਸਤਦਾਨ ਵੀ ਇਹ ਉਹਦੀ ਟਾਈਪ ਬਣ ਗਈ ਵੀ ਸਿਆਸਤਦਾਨਾਂ 'ਚ ਵੀ ਇਹੀ ਬੁੱਧੀ ਹੁੰਦੀ ਹੈ। ਦਲਾਲ 'ਚ ਵਿਕਰੇਤਾ, ਠੀਕ ਹੈ, ਮਨੋਚਿਕਿਤਸਕ ਆਗੂ, ਠੀਕ ਹੈ। ਹੁਣ ਕੋਈ ਯੂਨੀਅਨ ਦਾ ਆਗੂ ਬਣਿਆ ਹੋਇਆ, ਇਹ ਨਹੀਂ ਹੈਗਾ ਵੀ ਉਹ ਚੁੱਪ ਜਿਹੇ ਰਹਿਣ ਵਾਲਾ ਇਨਸਾਨ ਹੋਊਗਾ ਵੀ ਬਸ ਚੁੱਪ ਜਿਹਾ ਰਹਿੰਦਾ ਬਸ। ਉਹਦੇ 'ਚ ਅਜਿਹੀ ਸ਼ਕਤੀ ਹੋਊਗੀ ਵੀ ਉਹ ਲੋਕਾਂ ਨੂੰ ਹਸਾ ਸਕੂਗਾ, ਉਹਨੂੰ ਰਵਾ ਸਕੂਗਾ, ਅਤੇ ਉਹ ਮਤਲਬ ਇੰਜੋਏ ਕਰ ਸਕੂਗਾ, ਬੋਲਣ ਚੱਲਣ ਦਾ ਖੁੱਲ੍ਹਾ ਹੋਊਗਾ, ਠੀਕ ਹੈ। ਤਾਂ ਅਜਿਹੇ ਗੁਣ ਉਹ 'ਚ ਹੁੰਦੇ ਨੇ। ਤਾਂ ਇਹ ਕੀ ਕਰਦੇ ਨੇ, ਮੇਲ ਜੋਲ ਅਤੇ ਸੰਚਾਰ ਕਰਨ ਦੀ ਇਹਨਾਂ 'ਚ ਯੋਗਤਾ ਹੁੰਦੀ ਹੈ, ਛੇਤੀ ਘੁਲ ਮਿਲ ਜਾਂਦੇ ਨੇ, ਠੀਕ ਹੈ। ਗੱਲਾਂ ਹੀ ਅਜਿਹੀਆਂ ਢੰਗ ਨਾਲ ਕਰਦੇ ਨੇ ਵੀ ਲੋਕ ਉਹਨਾਂ ਦੇ ਫੈਨ ਹੋ ਜਾਂਦੇ ਨੇ, ਠੀਕ ਹੈ। ਕੁੱਲ ਮਿਲਾ ਕੇ ਇਹ ਗੱਲ ਅਜਿਹੀ ਬੁੱਧੀ ਨੂੰ ਗਾਰਡਨਰ ਕੀ ਆਖਦਾ, ਇੰਟਰਪਰਸਨਲ ਬੁੱਧੀ ਆਖਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਇੰਟਰਾਪਰਸਨਲ ਦੀ। ਸ਼ਬਦਾਂ 'ਚ ਥੋੜ੍ਹਾ ਜਿਹਾ ਹੀ ਫਰਕ ਹੈ। ਇੰਟਰਾਪਰਸਨਲ ਤਾਂ ਹੁਣ ਇਹਦੇ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਆਪਣੇ ਆਪ 'ਚ ਮਸਤ ਹੁੰਦੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਉਹ ਕੀ ਹੁੰਦੇ ਨੇ, ਰੇਲ ਗੱਡੀ ਦੇ ਡੱਬੇ 'ਚ ਚੜ੍ਹੇ, ਉਹ ਚਾਹੇ ਆਪਦੇ ਸਾਥੀਆਂ ਨਾਲ ਉਹਦੀ ਜਿਹੜੀ ਸੀਟ 'ਤੇ ਬੈਠੇ ਉਹਦੇ ਨਾਲ ਚਾਹੇ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਣ, ਹੋ ਸਕਦਾ ਉਸ ਤੋਂ ਇਹ ਨਾ ਪੁੱਛ ਸਕਣ ਬਈ ਤੂੰ ਕੌਣ ਹੈ, ਕਿੱਥੇ ਜਾਣਾ, ਇਹ ਵੀ ਨਾ ਪੁੱਛ ਸਕਣ, ਕਿਉਂਕਿ ਆਪਦੇ 'ਚ ਮਸਤ ਹੁੰਦੇ ਨੇ।
ਜਾਂ ਤਾਂ ਮੋਬਾਈਲ 'ਤੇ ਹੈੱਡਫੋਨ ਜੇ ਲਾ ਕੇ ਬੈਠੇ ਰਹਿੰਦੇ ਨੇ, ਜਾਂ ਕੋਈ ਸਾਧ ਸੰਤ ਬਸ ਉਹਨਾਂ ਨੂੰ ਆਪਦੀ ਕਹਿ ਸਕਦੇ ਹਾਂ ਨੌਲੇਜ ਤੱਕ ਮਤਲਬ ਹੁੰਦਾ ਵੀ ਉਹ ਆਪਦੇ ਬਸ ਪਾਠ ਪੂਠ ਜਿਹਾ ਕਰੀ ਜਾਂਦੇ ਨੇ, ਕੋਈ ਬੈਠਿਆ ਠੀਕ ਹੈ, ਜਾਂ ਕੋਈ ਹੋ ਸਕਦਾ ਆਪਦੀ ਕੋਈ ਕਿਤਾਬ ਕਤੂਬ ਪੜ੍ਹ ਰਿਹਾ ਹੋਵੇ ਠੀਕ ਹੈ। ਤਾਂ ਮਤਲਬ ਉਹਨਾਂ ਨੂੰ ਆਪਣੇ ਆਲੇ ਦੁਆਲੇ ਨਾਲ ਕੋਈ ਮਤਲਬ ਨਹੀਂ ਹੁੰਦਾ, ਜਿਵੇਂ ਕਿ ਨਹੀਂ ਕਰਦੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਉਹ ਕਹਾਵਤ ਇਹਨਾਂ ਦੇ ਫਿੱਟ ਹੁੰਦੀ ਹੈ। ਆਪਦੇ ਆਪ 'ਚ ਮਸਤ ਨੇ, ਇਹਨਾਂ ਨੂੰ ਨਹੀਂ ਮਕਸਦ ਵੀ ਮੇਰੇ ਨਾਲ ਜਿਹੜਾ ਸੀਟ 'ਤੇ ਬੈਠਾ ਉਹ ਕਿੱਥੇ ਜਾਣ ਵਾਲਾ, ਉਹ ਫਲਾਣਾ ਵਿਅਕਤੀ ਕੀ ਕਰ ਰਿਹਾ, ਕੋਈ ਮਤਲਬ ਨਹੀਂ ਇਹਨਾਂ ਨੂੰ ਆਲੇ ਦੁਆਲੇ ਤੱਕ। ਜਿਵੇਂ ਉਹ ਨਹੀਂ ਕਿਹਾ ਕਰਦੇ ਵੀ ਸੰਨਿਆਸ ਲੈ ਲਿਆ ਫਲਾਣੇ ਨੇ ਅਤੇ ਉਹ ਜੰਗਲਾਂ 'ਚ ਜਾ ਕੇ ਬੈਠ ਗਿਆ, ਕਿਉਂਕਿ ਉਹਨੂੰ ਦੁਨੀਆ ਤੱਕ ਕੋਈ ਮਤਲਬ ਹੀ ਨਹੀਂ ਰਿਹਾ ਵੀ ਸਮਾਜ 'ਚ ਕੀ ਹੋ ਰਿਹਾ, ਕਿਹੜੀ ਟੈਕਨੋਲੋਜੀ ਆ ਰਹੀ ਹੈ, ਮੇਰੇ ਸਮਾਜ 'ਚ ਕੀ ਹੋ ਗਿਆ, ਕਿਹੜਾ ਮਰ ਰਿਹਾ ਹੈ, ਕਿਹੜਾ ਜਿਉਂ ਗਿਆ ਠੀਕ ਹੈ। ਕਹਿ ਸਕਦੇ ਵੀ ਕਿਹੜਾ ਤਰੱਕੀ ਕਰ ਰਿਹਾ, ਕਿਹੜੇ ਨੇ ਨਵੀਂ ਖੋਜ ਕਰ ਲਈ, ਉਹਨੂੰ ਕੋਈ ਮਕਸਦ ਨਹੀਂ ਹੈਗਾ। ਤਾਂ ਇਹ ਅੰਤਰਮੁਖੀ ਬੁੱਧੀ ਵਾਲੇ ਹੁੰਦੇ ਨੇ, ਆਪਣੇ ਆਪ ਵਿੱਚ ਇਹ ਮਸਤ ਰਹਿੰਦੇ ਨੇ। ਇਹਨਾਂ 'ਚ ਆਪਾਂ ਕਿਤੇ ਕਿਤੇ ਉਦਾਹਰਨ ਲੈ ਸਕਦੇ ਹਾਂ, ਸੰਤ ਰਿਸ਼ੀ ਬਹੁਤੇ ਕੀ ਕਰ ਦਿੰਦੇ ਨੇ, ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਜੰਗਲਾਂ 'ਚ ਜਾ ਬੈਠੇ, ਕਿਉਂਕਿ ਉਹਨਾਂ ਨੂੰ ਮਤਲਬ ਟੁੱਟ ਗਏ ਪਰਿਵਾਰ ਨਾਲੋਂ, ਉਹਨਾਂ ਨੂੰ ਕੋਈ ਐਡਾ ਕਹਿ ਸਕਦੇ ਹਾਂ ਦਿਲਚਸਪੀ ਨਹੀਂ ਰਹੀ ਠੀਕ ਹੈ। ਤਾਂ ਮਹਾਤਮਾ, ਯੋਗੀ, ਪੀਰ ਠੀਕ ਹੈ, ਇਹ ਸਭ ਨੇ ਜਿਹੜੇ ਇਹਦੇ 'ਚ ਆ ਜਾਂਦੇ ਨੇ, ਮਤਲਬ ਕਿ ਸਪਿਰਚੁਅਲ ਜਿਹੇ ਲੋਕ ਇਹਦੇ 'ਚ ਆਉਂਦੇ ਨੇ ਠੀਕ ਹੈ, ਜਿਹਨਾਂ ਨੂੰ ਕੋਈ ਮਕਸਦ ਨਹੀਂ ਵੀ ਨਵੀਂ ਖੋਜ ਕਿਹੜੀ ਹੋ ਗਈ ਅੱਜ, ਕਿਹੜਾ ਗੀਤ ਲਾਉਣ 'ਚ ਹੋ ਗਿਆ। ਜਿਹੜੇ ਇਹ ਉੱਪਰਲੀ ਕਿਸਮ ਪੜ੍ਹੀ ਸੀ ਆਪਾਂ ਨੇ, ਇਹ ਰੋਜ਼ ਅਪਡੇਟਾਂ ਚੈੱਕ ਕਰਦੇ ਨੇ ਵੀ ਅੱਜ ਕਿਹੜਾ ਗੀਤ ਆਇਆ ਹੋਏ, ਉਹ ਗੀਤ ਕਿਵੇਂ ਹੋਏ, ਕਿੰਨੇ ਪੈਰਿਆਂ ਦਾ ਹੋਏ ਹੈ ਨਾ, ਵੀ ਇੱਦਾਂ ਦੀਆਂ ਮਤਲਬ ਕਿਉਂਕਿ ਉਹਨਾਂ ਨੂੰ ਚਾਅ ਹੈ ਨਵਾਂ ਕੁਛ ਸਿੱਖਣ ਦਾ ਠੀਕ ਹੈ। ਤਾਂ ਕੁਝ ਲੋਕ ਅਜਿਹੇ ਵੀ ਹੁੰਦੇ ਨੇ, ਕੁਝ ਲੋਕ ਅਜਿਹੇ ਵੀ ਹੁੰਦੇ ਨੇ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਵੀ ਤੁਸੀਂ ਇਹ ਟਾਈਪ ਦੇ ਵਿਅਕਤੀ ਹੋ ਕਿ ਇਹ ਟਾਈਪ ਦੇ ਵਿਅਕਤੀ ਹੋ ਠੀਕ ਹੈ। ਜੇ ਇਹ ਟਾਈਪ ਦੇ ਵਿਅਕਤੀ ਹੁੰਦੇ ਫਿਰ ਤਾਂ ਮਸਤ ਮੌਲਾ ਹੁੰਦੇ ਤੁਸੀਂ ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਦੇਖੋ ਜੀ 7 ਫੈਕਟਰ ਤਾਂ ਆਪਾਂ ਨੇ ਮੇਨ ਪੜ੍ਹੇ ਨੇ ਗਾਰਡਨਰ ਦੇ ਠੀਕ ਹੈ। ਇਸ ਤੋਂ ਬਾਅਦ ਕੁਐਸਚਨ ਜਿਹੜਾ ਉਹ ਇਹਨਾਂ ਫੈਕਟਰਾਂ 'ਚੋਂ ਵੀ ਬਣ ਸਕਦਾ ਹੈ ਠੀਕ ਹੈ। ਤਾਂ ਕੁੱਲ ਮਿਲਾ ਕੇ ਆਪਾਂ 8ਵਾਂ ਫੈਕਟਰ ਪੜ੍ਹਦੇ ਹਾਂ ਇਹਦਾ। ਤਾਂ ਗਾਰਡਨਰ ਨੇ 8ਵਾਂ ਜਿਹੜਾ ਫੈਕਟਰ ਪੇਸ਼ ਕੀਤਾ ਉਹ ਹੈ ਨੇਚਰਲਿਸਟਿਕ, ਮਤਲਬ ਕਿ ਕੁਦਰਤ ਨਾਲ ਸੰਬੰਧਿਤ। ਬਹੁਤੇ ਲੋਕਾਂ ਦੀ ਪਤਾ ਕੀ ਆਦਤ ਹੁੰਦੀ ਹੈ ਵੀ ਤੁਸੀਂ ਉਹਨਾਂ ਨਾਲ ਤੁਰ ਕੇ ਖੇਤਾਂ ਕਨੀ ਗੇੜਾ ਮਾਰਨ ਵਗ ਜਾਓ, ਰਸਤੇ 'ਚ ਹਰੇਕ ਬੂਟੇ ਨੂੰ ਦੇਖ ਕੇ ਕਿਹਾ ਕਰਨਗੇ ਯਾਰ ਇਹ ਤਾਂ ਫਲਾਣਾ ਫੁੱਲ ਹੈ, ਇਹ ਫਲਾਣਾ ਪੌਦਾ ਹੈ, ਮਤਲਬ ਉਹਨਾਂ ਨੂੰ ਪਹਿਚਾਣ ਹੈ। ਉਹ ਮਤਲਬ ਜਿਵੇਂ ਕੋਈ ਕਣਕ ਦੀ ਫਸਲ ਬੀਜੀ ਹੋਈ ਹੈ, ਇਹਦੇ 'ਚ 3-4 ਤਰ੍ਹਾਂ ਦਾ ਘਾਸ ਹੋ ਰਿਹਾ ਹੈਗਾ ਠੀਕ ਹੈ, ਘਾਹ ਹੋ ਰਿਹਾ, ਉਹ ਦੇਖ ਕੇ ਦੱਸ ਦੇਣਗੇ ਯਾਰ ਇਹ ਤਾਂ ਫਲਾਣੇ ਤਾਂ ਬਾਥੂ ਦਾ ਪੇਡਾ ਹੈ, ਗੁੱਲੀ ਡੰਡਾ ਹੈ, ਮਤਲਬ ਉਹ ਪਹਿਚਾਣ ਹੈ ਉਹਨਾਂ ਨੂੰ ਹੈ ਨਾ। ਬਹੁਤੇ ਕੀ ਕਰਦੇ ਨੇ ਵੀ ਉਹ ਦੂਰ ਤੋਂ ਦੇਖ ਲੈਂਦੇ ਨੇ, ਉਹ ਫਲਾਣੇ ਫੁੱਲ ਫਲਾਣਾ, ਇਹ ਤਾਂ ਫਲਾਣਾ ਪੌਦਾ ਹੈ, ਫਲਾਣਾ ਫੁੱਲ ਹੈ। ਉਹਨੂੰ ਕੁਦਰਤ ਨਾਲ ਜੁੜੇ ਹੋਏ ਲੋਕ ਨੇ ਉਹ ਹੈ ਨਾ। ਮੰਨ ਕੇ ਚੱਲੋ ਉਹਨਾਂ ਦੇ ਕੋਲ ਦੀ ਕੋਈ ਗਾਂ ਲੰਘ ਗਈ, ਕੋਈ ਪਸ਼ੂ ਲੰਘ ਗਿਆ, ਉਹ ਦੇਖ ਕੇ ਦੱਸ ਦੇਣਗੇ ਤਾਂ ਫਲਾਣੀ ਨਸਲ ਦਾ ਪਸ਼ੂ ਹੈ। ਉਹ ਕੁਦਰਤ ਨਾਲ ਜੁੜੇ ਹੋਏ ਲੋਕ ਨੇ। ਇਹਦੇ ਵਿੱਚ ਕੌਣ ਆਉਂਦੇ ਨੇ, ਕਿਸਾਨ, ਮਾਲੀ। ਕਿਸਾਨ ਨੇ ਨਾ ਜਿਹੜੇ ਮਤਲਬ ਉਹ ਬਿਨਾਂ ਦੇਖੀ ਦੱਸ ਦੇਣਗੇ ਤਾਂ ਯਾਰ ਘਾਹ ਦਾ ਪੌਦਾ ਇਹ ਫਸਲ ਹੈ, ਇਹ ਘਾਹ ਦਾ ਪੌਦਾ ਹੈ, ਇਹ ਫਸਲ ਵਧੀਆ, ਇਹ ਮਾੜੀ ਹੈ। ਬਹੁਤੇ ਕੀ ਕਰਦੇ ਨੇ ਉਹ ਫਸਲ ਦੇ ਵਿੱਚ ਵੜ ਕੇ ਨਹੀਂ ਦੇਖਦੇ, ਉਹ ਦੂਰ ਤੋਂ ਦੱਸ ਦਿੰਦੇ ਨੇ ਇਹ ਫਸਲ ਨੂੰ ਫਲਾਣਾ ਵੇਦ ਲੱਗ ਰਿਹਾ, ਫਲਾਣੀ ਇਸ ਨੂੰ ਬਿਮਾਰੀ ਹੋ ਰਹੀ ਹੈ। ਤਾਂ ਇੱਦਾਂ ਉਹ ਕੀ ਨੇ, ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਨੇ ਠੀਕ ਹੈ। ਇਹਦੇ 'ਚ ਕਿਸਾਨ ਆਉਣਗੇ, ਮਾਲੀ ਆਉਣਗੇ, ਉਹ ਕੀ ਕਰ ਦੇਣਗੇ, ਤੁਰੇ ਜਾਂਦੇ ਦੇ ਨਾਨਕੇ ਦੱਸਣ ਵਾਲਾ ਕੰਮ ਕਰਦੇ ਨੇ, ਦੂਰ ਤੋਂ ਹੀ ਦੱਸ ਦਿੰਦੇ ਨੇ ਠੀਕ ਹੈ। ਤਾਂ ਉਹ ਕੁਦਰਤ ਨਾਲ ਜੁੜੇ ਹੁੰਦੇ ਨੇ। ਨੈਕਸਟ ਜੋ ਗੱਲ ਆ ਗਈ ਜੀ ਇਹ ਹੈ ਅਸਤਿਤਵਵਾਦ ਠੀਕ ਹੈ। ਬਾਇਓਂਡ ਇੱਕ ਪੂਰਾ ਵੱਡਾ ਕਨਸੈਪਟ ਹੈ, ਵੀ ਸਮਝੋ ਬਾਹਰ ਹੈ ਇਹ ਠੀਕ ਹੈ, ਅਸਧਾਰਨ ਹੈ, ਸਮਝੋ ਬਾਹਰ ਹੈ। ਤਾਂ ਇਸ ਤਰ੍ਹਾਂ ਇਹ 9 ਫੈਕਟਰ ਦਿੱਤੇ ਨੇ। ਤੁਹਾਨੂੰ ਜੇਕਰ ਪੁੱਛ ਲਿਆ ਜਾਵੇ ਵੀ ਗਾਰਡਨਰ ਨੇ ਕਿੰਨੇ ਫੈਕਟਰ ਦਿੱਤੇ ਨੇ, ਤੁਸੀਂ ਆਪਸ਼ਨ ਦੇ ਵਿੱਚ 7 ਹੈ ਤਾਂ 7 ਲਗਾ ਸਕਦੇ ਹੋ, ਆਪਸ਼ਨ ਦੇ ਵਿੱਚ 8 ਹੈ ਤਾਂ 8 ਲਗਾ ਸਕਦੇ ਹੋ ਠੀਕ ਹੈ। 9 ਹੈ ਤਾਂ 9 ਲਗਾ ਸਕਦੇ ਹੋ। ਜੇਕਰ ਸਾਰੇ ਹੀ ਪਏ ਨੇ ਆਪਸ਼ਨ 'ਚ ਤਾਂ ਮੈਂ ਕਹਿੰਦਾ ਵਿੱਚ ਵਿਚਾਲਾ ਜਿਹਾ ਕਰ ਲਿਓ, 8 ਲਗਾ ਕੇ ਆ ਜਿਓ ਠੀਕ ਹੈ। ਬਾਕੀ ਪੇਪਰ ਪਾਉਣ ਵਾਲੇ ਦੇ ਸਾਰੇ ਹੁੰਦੇ ਨੇ ਇਹ, ਜਾਂ ਜਿਹੜੀ ਚੀਜ਼ 'ਚ ਵਾਦ ਵਿਵਾਦ ਹੈ ਉਹ 'ਚ ਮੈਂ ਜਾਂ ਤੁਸੀਂ ਕੁਛ ਨਹੀਂ ਕਰ ਸਕਦੇ, ਉਹ ਪੇਪਰ ਪਾਉਣ ਵਾਲਾ ਸੈੱਟ ਕਰ ਸਕਦਾ ਵੀ ਚਾਹੇ ਵਿਵਾਦਿਤ ਕੁਐਸਚਨ ਪਾਵੇ ਹੀ ਨਾ ਠੀਕ ਹੈ। ਕਿਉਂਕਿ ਤੁਹਾਨੂੰ ਬਹੁਤੀ ਥਾਵਾਂ 'ਤੇ 7 ਫੈਕਟਰ ਵੀ ਲਿਖੇ ਮਿਲਣਗੇ, ਬਹੁਤੀ ਥਾਵਾਂ 'ਤੇ 8 ਅਤੇ ਬਹੁਤੀ ਥਾਵਾਂ 'ਤੇ 9 ਵੀ ਲਿਖੇ ਮਿਲਣਗੇ। ਮੈਂ ਤੁਹਾਨੂੰ ਸਾਰੇ ਕਰਵਾਤੇ, ਬਾਕੀ ਤੁਹਾਡੀ ਕਿਸਮਤ ਹੈ ਠੀਕ ਹੈ ਵੀ ਕੀ ਪੇਪਰ 'ਚ ਕਿਵੇਂ ਪਾਉਂਦੇ ਨੇ ਉਹ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 8 ਨੰਬਰ ਥਿਊਰੀ ਠੀਕ ਹੈ। ਤਾਂ ਥਿਊਰੀਆਂ ਬਹੁਤ ਹੋ ਗਈਆਂ, ਹਾਲੇ ਲੈਕਚਰ ਬਹੁਤ ਪਏ, 33 ਮਿੰਟ ਹੋ ਗਏ। ਤਾਂ ਰੋਬਰਟ ਸਟਰਨਬਰਗ ਦੇ ਉੱਤੇ ਕੁਐਸਚਨ ਬਣਦਾ ਹੈ ਠੀਕ ਹੈ। ਬਸ ਕਿਵੇਂ ਮਰਜ਼ੀ ਬਣਾ ਦੇਣ, ਉਹਨਾਂ ਨੇ ਬਣਾਉਣਾ ਹੈ ਠੀਕ ਹੈ। ਤਾਂ 1984 ਦੇ ਵਿੱਚ ਸਟਰਨਬਰਗ ਨੇ ਇੱਕ ਤ੍ਰੈਪੱਖੀ ਬੁੱਧੀ ਯਾਨੀ ਕਿ ਟ੍ਰੈਰਿਕ ਥਿਊਰੀ ਦਿੱਤੀ ਸੀ ਠੀਕ ਹੈ। ਟ੍ਰੈਰਿਕ ਥਿਊਰੀ ਆਫ ਇੰਟੈਲੀਜੈਂਸ ਇਹਨੂੰ ਇੱਦਾਂ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਇਹਦੇ ਵਿੱਚ ਇਹ 3 ਤਰ੍ਹਾਂ ਦੀ ਬੁੱਧੀ ਦੀ ਗੱਲ ਕਰਦਾ ਹੈ ਠੀਕ ਹੈ। ਨੰਬਰ 1 ਇਹ ਐਨਾਲਿਟੀਕਲ ਇੰਟੈਲੀਜੈਂਸ ਦੀ ਗੱਲ ਕਰਦਾ ਹੈ। ਨੰਬਰ 2 ਇਹ ਕ੍ਰੀਏਟਿਵ ਇੰਟੈਲੀਜੈਂਸ ਦੀ ਗੱਲ ਕਰਦਾ ਹੈ। ਨੰਬਰ 3 ਪ੍ਰੈਕਟੀਕਲ ਇੰਟੈਲੀਜੈਂਸ ਦੀ ਗੱਲ ਕਰਦਾ ਹੈ ਠੀਕ ਹੈ। ਤਾਂ ਹੁਣ ਇੱਥੇ ਤੋਂ ਮੈਂ ਇੱਕ ਸਿੱਟਾ ਹੋਰ ਕੱਢ ਲਿਆ, ਕਿਉਂਕਿ ਮੈਂ ਪੇਪਰ ਦੇ ਵਿੱਚ ਜਿਹੜੇ ਤਰੀਕੇ ਨਾਲ ਇੱਕ ਵਾਰ ਕੁਐਸਚਨ ਪੁੱਛਿਆ ਸੀ, ਉੱਥੇ ਇਹਨਾਂ ਨੇ ਇਹ ਫੈਕਟਰ ਤਾਂ ਮੈਂਸ਼ਨ ਕਰ ਰੱਖਿਆ ਸੀ ਪਹਿਲਾਂ, ਸੇਮ ਟੂ ਸੇਮ ਇਹ ਵੀ ਮੈਂਸ਼ਨ ਕਰ ਰੱਖਿਆ ਸੀ। ਕ੍ਰੀਏਟਿਵ ਦੀ ਥਾਂ 'ਤੇ ਕਈ ਥਾਵਾਂ 'ਤੇ ਮਤਲਬ ਕੁਐਸਚਨ ਦੇ ਵਿੱਚ ਸਿੰਥੈਟਿਕ ਤੁਹਾਨੂੰ ਲਿਖਿਆ ਮਿਲਿਆ
ਤੇ ਉਹ ਆਪਸ਼ਨ ਉਹਨਾਂ ਨੇ ਸੈੱਟ ਸਹੀ ਕੀਤੀ ਹੋਈ ਸੀ ਵੀ ਉੱਥੇ ਤੋਂ ਮੈਂ ਇਹ ਚੀਜ਼ ਨੂੰ ਮੰਨਿਆ, ਮੈਨੂੰ ਲੱਗਿਆ ਵੀ ਕ੍ਰੀਏਟਿਵ ਨੂੰ ਆਪਾਂ ਕ੍ਰੀਏਟਿਵ ਤੇ ਸਿੰਥੈਟਿਕ ਨੂੰ ਇੱਕ ਟਾਈਪ ਦੇ ਵਿੱਚ ਹੀ ਰੱਖ ਸਕਦੇ ਹਾਂ। ਠੀਕ ਹੈ, ਤਾਂ ਇਸ ਤਰ੍ਹਾਂ ਮੈਂ ਕੀ ਕੀਤਾ ਵੀ ਉਹਦੇ ਵਿੱਚ ਜੋ ਆਪਸ਼ਨ ਸਹੀ ਕੀਤੀ ਸੀ ਉਹਦੇ ਅਕੋਰਡਿੰਗ ਮੈਂ ਚੀਜ਼ ਮਤਲਬ ਸਿੱਟਾ ਕੱਢਿਆ। ਠੀਕ ਹੈ, ਮੈਂ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਤਾ। ਹੁਣ ਤੁਹਾਡੀ ਕਿਸਮਤ ਹੈ ਵੀ ਪੇਪਰ 'ਚ ਕਿਵੇਂ ਪਾਉਂਦੇ ਨੇ। ਬਸ ਤੁਸੀਂ 3 ਚੀਜ਼ਾਂ ਯਾਦ ਰੱਖੋਗੇ, ਐਨਾਲਿਟੀਕਲ, ਠੀਕ ਹੈ, ਕ੍ਰੀਏਟਿਵ ਜਾਂ ਸਿੰਥੈਟਿਕ, ਅਤੇ ਨੰਬਰ 3 ਪ੍ਰੈਕਟੀਕਲ। ਠੀਕ ਹੈ, ਤਾਂ ਇਹ 3 ਟਾਈਪ ਦੀ ਬੁੱਧੀ ਦੀ ਗੱਲ ਕਹਿ ਸਕਦੇ ਆਪਾਂ ਰੋਬਰਟ ਸਟਰਨਬਰਗ ਨੇ ਕੀਤੀ ਹੈ। ਅਤੇ ਇੱਕ ਇਹਦਾ ਨਾਮ ਮੋਸਟ ਇੰਪੋਰਟੈਂਟ ਹੈ, ਟ੍ਰੈਰਿਕ ਥਿਊਰੀ। ਠੀਕ ਹੈ, ਕਿਸ ਨੇ ਦਿੱਤੀ ਹੈ ਇੱਦਾਂ ਪੁੱਛ ਲੈਣ ਤਾਂ ਰੋਬਰਟ ਸਟਰਨਬਰਗ ਤੁਸੀਂ ਇਸ ਦਾ ਨਾਮ ਲੈ ਦਿਓਗੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਇਹਦੀ ਗੱਲ ਕਰ ਚੁੱਕੇ ਹਾਂ। ਨੈਕਸਟ ਇੱਕ ਗੱਲ ਹੋਰ, ਇਹ 3 ਇੰਪੋਰਟੈਂਟ ਫੈਕਟਰਾਂ ਦੀ ਗੱਲ ਕਰਦਾ ਹੈ। ਇੱਕ ਤਾਂ ਇਹ ਮੈਟਾ, ਇੱਕ ਪਰਫੋਰਮੈਂਸ ਅਤੇ ਇੱਕ ਨੌਲੇਜ, ਬਸ ਕਾਫੀ ਹੈ। ਇਹ 3 ਪੁਆਇੰਟਾਂ ਦੀ ਗੱਲ ਇਹਨੇ ਕੀਤੀ ਹੈ। ਅਤੇ ਇੱਕ ਕੁਐਸਚਨ ਇੱਦਾਂ ਆ ਗਿਆ, ਦੇਖੋ ਹੁਣ ਤੁਸੀਂ ਇਹਨੂੰ ਸਿਲੈਕਟ ਕਰੋਗੇ। ਇਹ ਕੁਐਸਚਨ 2023 ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਇਹ ਟ੍ਰੈਰਿਕ ਥਿਊਰੀ, ਦੇਖੋ ਤੁਹਾਨੂੰ ਕਿਹਾ ਨਹੀਂ ਸੀ ਵੀ ਇਹਦਾ ਨਾਮ ਯਾਦ ਰੱਖੋ। ਟ੍ਰੈਰਿਕ ਥਿਊਰੀ ਕਿਸ ਦੀ ਹੈ ਇਹ ਵੀ ਪੁੱਛ ਸਕਦੇ ਨੇ, ਜਾਂ ਫਿਰ ਟ੍ਰੈਰਿਕ ਥਿਊਰੀ ਦੇ ਵਿੱਚੋਂ ਪੁੱਛਿਆ ਇਹ ਦੇਖਦੇ ਕੀ ਕਹਿੰਦੇ ਨੇ। ਟ੍ਰੈਰਿਕ ਥਿਊਰੀ ਆਫ ਇੰਟੈਲੀਜੈਂਸ ਐਜ਼ ਗਿਵਨ ਬਾਈ ਸਟਰਨਬਰਗ ਵਿਚ ਆਫ ਫੋਲੋਇੰਗ ਇਜ਼ ਨਾਟ ਇਨਕਲੂਡਡ। ਇੰਨੇ ਈਜ਼ੀ ਕੁਐਸਚਨ ਪਾਉਂਦੇ ਆ ਤੁਸੀਂ ਪੇਪਰ 'ਚ, ਹੈਰਾਨੀ ਹੁੰਦੀ ਹੈ। ਠੀਕ ਹੈ, ਤਾਂ ਪਹਿਲੀ ਕਿਸਮ ਸਪੇਸ਼ੀਅਲ, ਐਨਾਲਿਟੀਕਲ, ਕ੍ਰੀਏਟਿਵ ਅਤੇ ਪ੍ਰੈਕਟੀਕਲ, ਇਹ ਤਾਂ ਆਪਾਂ ਨੇ ਹੁਣੇ ਪੜ੍ਹੇ ਹੈ, ਇਹ ਵੀ ਹੁਣੇ ਪੜ੍ਹੇ ਹੈ, ਇਹ ਵੀ ਹੁਣੇ ਪੜ੍ਹੇ ਹੈ। ਤਾਂ ਇਹ ਨਹੀਂ ਆਪਾਂ ਨੇ ਸਟਰਨਬਰਗ 'ਚ ਪੜ੍ਹਿਆ ਕਿਤੇ, ਤਾਂ ਇਹ ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਕੁਐਸਚਨ ਬਣ ਚੁੱਕੇ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕੈਟਲ। ਤਾਂ ਕੈਟਲ ਬਾਰੇ ਬਸ ਥੋੜ੍ਹਾ ਜਿਹਾ ਆਪਾਂ ਬਾਹਲਾ ਡਿਟੇਲ 'ਚ ਨਹੀਂ ਜਾਂਦੇ। ਤਾਂ ਕੈਟਲ ਨੇ ਬਸ 2 ਤਰ੍ਹਾਂ ਦੀ ਬੁੱਧੀ ਦੀ ਗੱਲ ਕੀਤੀ ਹੈ। ਇੱਕ ਤਾਂ ਫਲੂਇਡ ਇੰਟੈਲੀਜੈਂਸ ਯਾਨੀ ਕਿ ਤਰਲ ਬੁੱਧੀ ਦੀ ਗੱਲ ਕਰਦਾ ਹੈ, ਅਤੇ ਇੱਕ ਕ੍ਰਿਸਟਲਾਈਜ਼ਡ ਯਾਨੀ ਕਿ ਠੋਸ ਬੁੱਧੀ ਦੀ ਗੱਲ ਕਰਦਾ ਹੈ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਮਤਲਬ ਇਹ ਸੀ, ਜਿਵੇਂ ਕੈਟਲ ਨੇ ਗੱਲ ਕੀਤੀ ਉਵੇਂ ਹੀ ਡੋਨਾਲਡ ਹੈਬ ਨੇ ਗੱਲ ਕੀਤੀ ਹੈ। ਤਾਂ ਡੋਨਾਲਡ ਹੈਬ ਨੇ ਵੀ ਫੈਕਟਰ ਏ ਅਤੇ ਫੈਕਟਰ ਬੀ ਦੀ ਗੱਲ ਕੀਤੀ ਹੈ। ਠੀਕ ਹੈ, ਤਾਂ ਜਿਵੇਂ ਉਹਦੇ ਵਿੱਚ ਮਤਲਬ ਉਹ ਕ੍ਰਿਸਟਲਾਈਜ਼ਡ ਅਤੇ ਇੱਕ ਕਹਿ ਸਕਦੇ ਹਾਂ ਕਿ ਇੱਕ ਫਲੂਇਡ ਇੰਟੈਲੀਜੈਂਸ ਦੀ ਗੱਲ ਕਰਦਾ, ਇਸੇ ਤਰ੍ਹਾਂ ਇਹ ਏ ਅਤੇ ਬੀ ਦੀ ਗੱਲ ਕਰਦਾ ਹੈ। ਤਾਂ ਇਸ ਤਰੀਕੇ ਨਾਲ ਆਪਣੀ ਇਹਦੀਆਂ ਇੰਟੈਲੀਜੈਂਸ ਦੀਆਂ ਜਿਹੜੀਆਂ ਥਿਊਰੀਆਂ ਨੇ ਉਹ ਮਤਲਬ ਹੋ ਚੁੱਕੀਆਂ ਨੇ ਕਵਰ। ਠੀਕ ਹੈ, ਮਤਲਬ ਇੰਟੈਲੀਜੈਂਸ ਵਾਲੀ ਜਿਹੜੀਆਂ ਥਿਊਰੀਆਂ 10 ਕੁ ਬਹੁਤ ਨੇ। ਠੀਕ ਹੈ, ਤੁਹਾਡੀ ਕਿਸਮਤ ਚੰਗੀ ਹੋਈ ਤਾਂ ਇਹਨਾਂ 'ਚ ਕੁਐਸਚਨ ਬਣ ਜੂਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਆਲੋਚਨਾ ਦੇ ਵਿੱਚੋਂ ਕੁਐਸਚਨ ਬਣ ਸਕਦਾ ਹੈ, ਜੋ ਆਪਾਂ ਨੇ ਕੈਟਲ ਵਾਲਾ ਹੁਣ ਪੜ੍ਹਿਆ ਸੀ। ਠੀਕ ਹੈ, ਫਲੂਇਡ ਕ੍ਰਿਸਟਲਾਈਜ਼ਡ ਥਿਊਰੀ ਆਫ ਇੰਟੈਲੀਜੈਂਸ, ਇਹਦੀ ਆਲੋਚਨਾ ਗਿਲਫੋਰਡ ਨੇ ਕੀਤੀ ਹੈ। ਠੀਕ ਹੈ, ਇਹ ਜਿਹੜਾ ਆਪਾਂ ਨੇ 9ਵਾਂ ਪੜ੍ਹਿਆ ਸੀ, ਦੇਖੋ 9ਵਾਂ ਪੁਆਇੰਟ, ਤਾਂ ਇਹਦੀ ਆਲੋਚਨਾ ਕਿਹਨੇ ਕੀਤੀ ਹੈ? ਗਿਲਫੋਰਡ ਨੇ। ਅਤੇ ਉਸ ਤੋਂ ਬਾਅਦ ਗਿਲਫੋਰਡ ਦਾ ਜਿਹੜਾ ਉਹੀ ਦੇਖੋ SOI ਸਟਰਕਚਰ ਆਫ ਇੰਟਲੈਕਚੁਅਲ ਮਾਡਲ। ਠੀਕ ਹੈ, ਤਾਂ ਉਸ ਦੀ ਆਲੋਚਨਾ ਕਿਹਨੇ ਕੀਤੀ ਹੈ? ਫਲੇਅਰ ਨੇ। ਠੀਕ ਹੈ, ਇਹਨੂੰ ਧਿਆਨ 'ਚ ਰੱਖਿਓ। ਅਤੇ ਜਿਹੜਾ ਹਵਾਰਡ ਗਾਰਡਨਰ ਸੀ, ਠੀਕ ਹੈ, ਮਤਲਬ ਉਹੀ ਜਿਹੜਾ ਆਪਾਂ ਮਲਟੀਪਲ ਇੰਟੈਲੀਜੈਂਸ ਵਾਲੇ ਜਿਹਦੇ ਵਿੱਚ ਆਪਾਂ 9 ਫੈਕਟਰ ਪੜ੍ਹੇ ਸੀ, ਤਾਂ ਉਹਦੀ ਆਲੋਚਨਾ ਸਟਰਨਬਰਗ ਨੇ ਕੀਤੀ ਹੈ। ਠੀਕ ਹੈ, ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਆਲੋਚਨਾਵਾਂ ਵੀ ਮੋਸਟ ਇੰਪੋਰਟੈਂਟ ਨੇ, ਤਾਂ ਲਾਸਟ ਵਿੱਚ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ। ਤਾਂ ਹੁਣ ਆਪਣੀ ਕਲਾਸ ਨੈਕਸਟ ਫੇਜ਼ ਦੇ ਉੱਤੇ ਪਹੁੰਚ ਚੁੱਕੀ ਹੈ ਜੀ। ਹੁਣ ਆਪਾਂ ਨੇ ਸਮਝਣਾ ਗਾ, ਦੇਖੋ ਇਹ ਪੁਆਇੰਟ ਆਪਣਾ ਕਵਰ ਹੋ ਗਿਆ। ਆਪਾਂ ਨੇ ਇੰਟੈਲੀਜੈਂਸ ਸਮਝ ਲਿਆ, ਇਹਦੇ ਸਿਧਾਂਤ ਸਮਝ ਲਏ ਅਤੇ ਇਹਦੀਆਂ ਕਿਸਮਾਂ ਸਮਝ ਲਈਆਂ। ਹੁਣ ਆਪਾਂ ਗੱਲ ਕਰਾਂਗੇ ਇੰਟੈਲੀਜੈਂਸ ਟੈਸਟ ਦੀ, ਇੰਟੈਲੀਜੈਂਸ ਟੈਸਟ ਦੀ ਅਤੇ ਇੰਟੈਲੀਜੈਂਸ ਕੋਸ਼ੈਂਟ ਦੀ, ਯਾਨੀ ਕਿ ਬੁੱਧੀ ਅੰਕ। IQ ਵੀ ਆਪਾਂ ਇਹਨੂੰ ਸ਼ਾਰਟ 'ਚ ਕਹਿ ਦਿੰਦੇ ਹਾਂ ਬੁੱਧੀ ਅੰਕ ਨੂੰ। ਇੰਟੈਲੀਜੈਂਸ ਕੋਸ਼ੈਂਟ ਦੀ ਫੁੱਲ ਫਾਰਮ ਹੈ। ਠੀਕ ਹੈ, ਅਤੇ ਬੁੱਧੀ ਮਾਪਣ ਨੂੰ ਆਪਾਂ ਇੰਟੈਲੀਜੈਂਸ ਟੈਸਟ ਕਹਾਂਗੇ। ਠੀਕ ਹੈ ਜੀ, ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਆਪਾਂ ਹੁਣ ਇੱਥੇ ਗੱਲ ਕਰਦੇ ਹਾਂ ਇੰਟੈਲੀਜੈਂਸ ਟੈਸਟ ਦੀ। ਤਾਂ ਇਹਦੇ ਵਿੱਚੋਂ ਸਵਾਲ ਤਾਂ ਬਣੂਗਾ, ਪਰ ਉਹ ਸਵਾਲ ਥੋੜ੍ਹਾ ਜਿਹਾ ਮਤਲਬ ਉਹ ਕੀ ਕਰਦੇ ਨੇ, ਪਾਉਣ ਵੇਲੇ ਜਦੋਂ ਪਾਉਂਦੇ ਨੇ ਤਾਂ ਉੱਥੇ ਸਮਝਣ ਦੀ ਲੋੜ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਚੀਜ਼ਾਂ ਡੀਪ 'ਚ ਨੇ। ਕਿਵੇਂ ਸਮਝੋ ਗੱਲ, ਆਪਾਂ ਪਹਿਲਾਂ ਕਰਦੇ ਹਾਂ ਬੁੱਧੀ ਮਾਪਣ ਜਾਂ ਕਹਿ ਲਓ ਬੁੱਧੀ ਪ੍ਰੀਖਿਆ ਜਾਂ ਇੰਟੈਲੀਜੈਂਸ ਟੈਸਟ ਦੀ। ਤਾਂ ਸਭ ਤੋਂ ਪਹਿਲਾਂ ਗੱਲ ਆਪਾਂ ਵਿਨੇ ਦਾ ਜ਼ਿਕਰ ਕਰਾਂਗੇ, ਐਲਫਰੈਡ ਵਿਨੇ। ਠੀਕ ਹੈ, ਤਾਂ ਇਹਨੇ ਗੱਲ ਕੀਤੀ ਸੀ, ਇਹਨੂੰ ਆਪਾਂ ਫਾਦਰ ਆਫ ਇੰਟੈਲੀਜੈਂਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋਗੇ। ਇਹਨੇ ਮੈਂਟਲ ਏਜ ਦੀ ਗੱਲ ਕੀਤੀ ਹੈ। ਮੈਂਟਲ ਏਜ ਕਹਿ ਰਿਹਾ ਮੈਂ ਸਿਰਫ, ਜਿਹੜਾ ਆਪਾਂ ਫਾਰਮੂਲਾ ਪੜ੍ਹਦੇ ਹੋਣੇ ਨੇ ਇੱਦਾਂ MA/CA। ਠੀਕ ਹੈ, ਇਹ ਵੀ ਆਪਾਂ ਅੱਗੇ ਡਿਟੇਲ 'ਚ ਪੜ੍ਹਾਂਗੇ। ਤਾਂ ਗੁਣਾ 100 ਹੁੰਦਾ ਇਹਦੇ ਨਾਲ। ਠੀਕ ਹੈ, ਤਾਂ ਇਹ ਜਿਹੜਾ ਆਪਾਂ ਫਾਰਮੂਲਾ ਪੜ੍ਹਦੇ ਹਾਂ, ਇਹਦੇ ਵਿੱਚ ਜਿਹੜਾ ਇਹ ਲਿਖਿਆ ਹੋਇਆ ਨਾ ਮੈਂਟਲ ਏਜ ਉੱਪਰ ਮਾਨਸਿਕ ਉਮਰ। ਠੀਕ ਹੈ, ਸਿਰਫ ਇਹਦੀ ਗੱਲ ਕੀਤੀ ਹੈ। ਡੀਪ 'ਚ ਜਾ ਰਹੇ ਮੈਂ, ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ। ਸਿਰਫ ਜਿਹੜਾ ਉੱਪਰ ਮੈਂਟਲ ਏਜ ਲਿਖਿਆ ਹੋਇਆ ਨਾ, ਮੈਂਟਲ ਏਜ ਯਾਨੀ ਕਿ ਮਾਨਸਿਕ ਉਮਰ ਆਪਾਂ ਉੱਪਰ ਲਿਖਦੇ ਹਾਂ, ਨੀਚੇ ਵਾਸਤਵਿਕ ਉਮਰ ਲਿਖਦੇ ਹਾਂ ਫਾਰਮੂਲੇ 'ਚ। ਸਿਰਫ ਮੈਂਟਲ ਏਜ ਦਾ ਕਨਸੈਪਟ ਇਹਨੇ ਦਿੱਤਾ ਸੀ।
ਜੇਕਰ ਤੁਹਾਨੂੰ ਪੁੱਛ ਲਿਆ ਵੀ ਮੈਂਟਲ ਏਜ ਯਾਨੀ ਕਿ ਮਾਨਸਿਕ ਉਮਰ ਦਾ ਸੰਕਲਪ ਕਿਹਨੇ ਦਿੱਤਾ ਤਾਂ ਤੁਸੀਂ ਕਹੋਗੇ ਬਿਨੇ ਨੇ। ਕਿਹਨੇ? ਅਲਫਰੈਡ ਬਿਨੇ ਨੇ। ਤਾਂ ਇਹਦੀ ਗੱਲ ਤਾਂ ਹੋ ਗਈ। ਹੁਣ ਗੱਲ ਸੁਣੋ, ਹੁਣ ਜਿਹੜਾ ਬਿਨੇ ਸੀ ਉਹਨੇ ਮੈਂਟਲ ਏਜ ਦੀ ਗੱਲ ਕੀਤੀ, ਨੰਬਰ 1 ਪੁਆਇੰਟ। ਨੰਬਰ 2 ਪੁਆਇੰਟ ਇੰਟੈਲੀਜੈਂਸ ਟੈਸਟ, ਫਸਟ ਇੰਟੈਲੀਜੈਂਸ ਟੈਸਟ ਜਿਹੜਾ ਉਹ ਕਿਹਨੇ ਤਿਆਰ ਕੀਤਾ ਸੀ? ਬਿਨੇ ਨੇ। ਠੀਕ ਹੈ, ਤਾਂ ਇੰਟੈਲੀਜੈਂਸ ਟੈਸਟ 1905 ਦੇ ਵਿੱਚ ਤਿਆਰ ਕੀਤਾ ਬਿਨੇ ਨੇ। ਤਾਂ ਬਿਨੇ ਨੇ ਟੈਸਟ ਤਿਆਰ ਕਰਤਾ, ਮਤਲਬ ਇਹ ਸਕੂਲ ਦਾ ਡਾਇਰੈਕਟਰ ਸੀ। ਠੀਕ ਹੈ, ਉਹਨੇ ਸੋਚਿਆ ਯਾਰ ਬੱਚਿਆਂ ਦਾ ਮਾਪਣ ਕਰੀਏ ਆਪਾਂ, ਵੀ ਇਹਨਾਂ ਦੀ ਬੁੱਧੀ ਦਾ ਪਤਾ ਲਗਾਈਏ, ਵੀ ਇਹਨਾਂ ਦੀ ਮਾਨਸਿਕ ਉਮਰ ਦਾ ਪਤਾ ਲਗਾਈਏ ਆਪਾਂ। ਠੀਕ ਹੈ, ਤਾਂ ਇਸ ਚੀਜ਼ ਦੀ ਗੱਲ ਕੀਤੀ ਇਹਨੇ। ਅਤੇ ਉਸ ਤੋਂ ਬਾਅਦ ਇਹ ਜਾ ਕੇ ਮਿਲ ਗਿਆ ਸਾਈਮਨ ਸੀ। ਠੀਕ ਹੈ, ਤਾਂ ਸਾਈਮਨ ਦੇ ਨਾਲ ਬਿਨੇ ਨੇ ਸਾਈਮਨ ਦੇ ਨਾਲ ਮਿਲ ਕੇ 1908 ਦੇ ਵਿੱਚ ਆਪਦੇ ਵਾਲੇ ਟੈਸਟ ਨੂੰ ਕਹਿ ਲਓ ਮੋਡੀਫਾਈ ਕਰ ਲਿਆ। ਠੀਕ ਹੈ, ਤਾਂ ਉਸ ਤੋਂ ਬਾਅਦ ਇਹ ਜਦੋਂ ਮੋਡੀਫਾਈ ਕੀਤਾ, ਸਾਈਮਨ ਕਹਿੰਦਾ ਯਾਰ ਤੂੰ ਤਾਂ ਆਪਦਾ ਨਾਮ ਹੀ ਚਲਾਈ ਜਾਂਦਾ, ਕਹਿੰਦਾ ਫਿਰ ਮੇਰਾ ਨਾਮ ਵੀ ਪਾ ਵਿੱਚ। ਤਾਂ ਇਹਨਾਂ ਦੇ ਟੈਸਟ ਦਾ ਨਾਮ 1908 ਦੇ ਵਿੱਚ, ਮਤਲਬ ਜਿਹੜਾ ਟੈਸਟ ਬਣਾਇਆ ਉਹਦਾ ਨਾਮ ਇਹਨਾਂ ਨੇ ਰੱਖ ਲਿਆ ਬਿਨੇ ਸਾਈਮਨ ਟੈਸਟ। ਠੀਕ ਹੈ, ਤਾਂ ਬਿਨੇ ਸਾਈਮਨ ਟੈਸਟ। ਹੁਣ ਸਮਝ ਗਏ ਵੀ ਪਹਿਲਾ ਟੈਸਟ ਸੀ ਜਿਹੜਾ ਉਹ ਸੀ, ਕਹਿ ਸਕਦੇ ਹਾਂ ਬਿਨੇ ਦਾ ਟੈਸਟ ਸੀ। ਠੀਕ ਹੈ, ਤਾਂ ਇਹਨੂੰ ਆਪਾਂ ਫਸਟ, ਇੱਥੇ ਕੁਐਸਚਨ ਬਣ ਸਕਦਾ ਫਸਟ ਇੰਟੈਲੀਜੈਂਸ ਟੈਸਟ ਕਿਹਨੇ ਬਣਾਇਆ? ਬਿਨੇ ਨੇ। ਕਦੋਂ ਬਣਾਇਆ? 1905 'ਚ। ਠੀਕ ਹੈ, ਅਤੇ ਉਸ ਤੋਂ ਬਾਅਦ ਅੱਗੇ 1908 ਦੇ ਵਿੱਚ ਕਹਿ ਸਕਦੇ ਇਸ 'ਤੇ ਕੰਮ ਹੋਇਆ, ਤਾਂ ਉਹ ਟੈਸਟ ਸੀ ਬਿਨੇ ਸਾਈਮਨ ਟੈਸਟ। ਠੀਕ ਹੈ, ਕਿਉਂਕਿ ਸਾਈਮਨ ਇਹਦੇ ਨਾਲ ਆ ਕੇ ਮਿਲ ਗਿਆ ਸੀ। ਹੁਣ ਇਹ ਤਾਂ ਦੇਖੋ ਗੱਲ ਹੋ ਗਈ, ਇਹ ਚੀਜ਼ ਨੂੰ ਮਤਲਬ ਇੱਕ ਪਾਸੇ ਰੱਖ ਦਿਓ। ਹੁਣ ਗੱਲ ਆਊਗੀ ਸਟਰਨ ਦਾ ਜ਼ਿਕਰ ਆਊਗਾ। ਠੀਕ ਹੈ, ਤਾਂ ਜਿਹੜਾ ਵਿਲੀਅਮ ਸਟਰਨ ਸੀ, ਹੁਣ ਗੱਲ ਆ ਗਈ IQ ਸ਼ਬਦ ਵਰਤਣ ਦੀ। ਚੀਜ਼ਾਂ ਨੂੰ ਡੀਪ ਦੇ ਵਿੱਚ ਸਮਝਿਓ। IQ ਸ਼ਬਦ ਵਰਤੇ ਹੈ, ਫਾਰਮੂਲੇ ਦੀ ਨਹੀਂ ਮੈਂ ਗੱਲ ਕਰ ਰਿਹਾ। IQ ਸ਼ਬਦ, ਤਾਂ IQ ਸ਼ਬਦ ਕਿਹਨੇ ਵਰਤੇ ਅੱਗੇ? 1912 ਦੇ ਵਿੱਚ ਵਿਲੀਅਮ ਸਟਰਨ ਨੇ। ਸਮਝ ਰਹੇ ਹੋ? ਬਿਨੇ ਨੇ ਪਹਿਲਾ ਟੈਸਟ ਦਿੱਤਾ ਅਤੇ ਮੈਂਟਲ ਏਜ ਦੀ ਗੱਲ ਕਰਤੀ ਬਿਨੇ ਨੇ। ਠੀਕ ਹੈ, ਹੁਣ ਸਟਰਨ ਨੇ IQ ਸ਼ਬਦ ਵਰਤੇ, ਯਾਨੀ ਕਿ ਇੰਟੈਲੀਜੈਂਸ ਕੋਸ਼ੈਂਟ ਸ਼ਬਦ ਵਰਤੇ ਹੈ। ਸਮਝ ਗਏ? ਇਦੋਂ ਪਹਿਲਾਂ ਤਾਂ ਗੱਲਾਂ ਕਰਕੇ ਗਏ ਸੀ, ਤਾਂ ਸਟਰਨ ਨੇ ਕੀ ਕਰਤਾ? IQ ਦਾ ਕਨਸੈਪਟ ਦੇਤਾ। ਹੁਣ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਇੰਟੈਲੀਜੈਂਸ ਕੋਸ਼ੈਂਟ ਯਾਨੀ ਕਿ ਬੁੱਧੀ ਅੰਕ ਦਾ ਸੰਕਲਪ ਕਿਹਨੇ ਦਿੱਤਾ? ਕਨਸੈਪਟ ਆਫ ਇੰਟੈਲੀਜੈਂਸ ਕੋਸ਼ੈਂਟ ਪੁੱਛਿਆ ਗਿਆ, ਤਾਂ ਤੁਸੀਂ ਸਟਰਨ ਦਾ ਨਾਮ ਲੈ ਦੋਗੇ। ਸਮਝ ਗਏ? ਮੈਂ ਚੀਜ਼ਾਂ ਰਿਵਾਈਜ਼ ਕਰ ਰਿਹਾ ਤਾਂ ਕਿ ਚੀਜ਼ਾਂ ਮਿਕਸ ਨਾ ਹੋਣ। ਮੈਂਟਲ ਏਜ ਦੀ ਗੱਲ ਬਿਨੇ ਨੇ ਕੀਤੀ। ਠੀਕ ਹੈ, ਪਹਿਲਾ ਟੈਸਟ ਬਿਨੇ ਨੇ ਦਿੱਤਾ, IQ ਸ਼ਬਦ ਸਟਰਨ ਨੇ ਵਰਤਿਆ, ਅਤੇ IQ ਦਾ ਕਨਸੈਪਟ ਕਿਹਨੇ ਦਿੱਤਾ? ਸਟਰਨ ਨੇ ਦਿੱਤਾ। ਠੀਕ ਹੈ, 1912 'ਚ ਸ਼ਬਦ ਵਰਤਿਆ ਗਿਆ ਸੀ ਪਹਿਲੀ ਵਾਰ। ਠੀਕ ਹੈ, ਅਤੇ ਉਸ ਤੋਂ ਬਾਅਦ ਦੇਖੋ ਹੁਣ ਗੱਲ ਸੁਣੋ, ਜਿਹੜਾ ਟਰਮਨ ਸੀ ਉਹਨੇ ਕੀ ਕਹਿਤਾ? ਕਹਿੰਦਾ ਯਾਰ IQ ਦੀ ਵੀ ਗੱਲ ਲੋਕ ਕਰੀ ਜਾਂਦੇ ਨੇ, ਵੀ ਸਟਰਨ ਹੋਰ ਉਦੋਂ ਕਰੀ ਜਾਂਦੇ ਨੇ IQ ਦੀ ਗੱਲ। ਠੀਕ ਹੈ, ਕਹਿੰਦਾ ਮੈਂਟਲ ਏਜ ਦੀ ਗੱਲ ਬਿਨੇ ਕਰੀ ਜਾਂਦੇ ਯਾਰ। ਫਿਰ ਉਹਨੇ ਫਾਇਦਾ ਚੁੱਕ ਲਿਆ। ਜਿਹੜਾ ਟਰਮਨ ਸੀ ਇਹ ਸਟੈਨਫੋਰਡ ਯੂਨੀਵਰਸਿਟੀ 'ਚ ਕੰਮ ਕਰਦਾ ਸੀ, ਤਾਂ ਇੱਥੇ ਕੰਮ ਕਰਦੇ ਕਰਦੇ ਇਹਨੇ ਯਾਰ ਸੋਚਿਆ ਯਾਰ ਬਿਨੇ ਨੇ ਜਿਹੜਾ ਟੈਸਟ ਦਿੱਤਾ ਕੋਈ ਮਾੜਾ ਨਹੀਂ। ਠੀਕ ਹੈ, ਤਾਂ ਇਹਨੇ ਬਿਨੇ ਵਾਲੇ ਟੈਸਟ ਨੂੰ ਕੀ ਕਰ ਲਿਆ? ਮੋਡੀਫਾਈ ਕਰ ਲਿਆ, ਉਹਦੇ ਵਿੱਚ ਸੋਧ ਕਰ ਲਈ। ਠੀਕ ਹੈ, ਉਹਦੇ ਵਿੱਚ ਇੰਪਰੂਵਮੈਂਟਸ ਕਰ ਲਈਆਂ। ਤਾਂ ਜਦੋਂ ਉਹਦੇ ਵਿੱਚ ਸੋਧ ਕਰ ਲਈ, ਅਤੇ ਹੁਣ ਜਿਹੜਾ ਟਰਮਨ ਸੀ ਉਹ ਸਟੈਨਫੋਰਡ ਯੂਨੀਵਰਸਿਟੀ 'ਚ ਕੰਮ ਕਰਦਾ ਸੀ, ਉੱਥੇ ਕੰਮ ਕਰਦੇ ਕਰਦੇ ਇਹਨੇ ਖੋਜ ਕੀਤੀ ਸੀ, ਤਾਂ ਇਹਨੇ ਨਾਲ ਯੂਨੀਵਰਸਿਟੀ ਦਾ ਨਾਮ ਜੋੜ ਲਿਆ ਅਤੇ ਬਿਨੇ ਵਾਲੇ ਟੈਸਟ ਨੂੰ ਸੋਧਿਆ ਸੀ। ਤਾਂ ਬਿਨੇ ਗੁੱਸਾ ਨਾ ਕਰ ਜੀ, ਤਾਂ ਇਹਨੇ ਕੀ ਕਰ ਲਿਆ? ਟੈਸਟ ਦਾ ਨਾਮ ਹੀ ਰੱਖ ਲਿਆ ਸਟੈਨਫੋਰਡ ਬਿਨੇ ਟੈਸਟ। ਯੂਨੀਵਰਸਿਟੀ 'ਚ ਕੰਮ ਕਰਦਾ ਸੀ ਸਟੈਨਫੋਰਡ 'ਚ, ਕੌਣ? ਟਰਮਨ। ਤਾਂ ਇਹਨੇ 1916 ਦੇ ਵਿੱਚ ਟੈਸਟ ਤਿਆਰ ਕੀਤਾ ਜਿਹਦਾ ਨਾਮ ਰੱਖਿਆ ਗਿਆ ਸਟੈਨਫੋਰਡ ਬਿਨੇ ਟੈਸਟ। ਤਾਂ ਹੁਣ ਸਮਝ ਗਏ ਵੀ ਪੂਰੀ ਕਹਾਣੀ ਕੀ ਹੈ? IQ ਦੀ ਗੱਲ ਬਿਨੇ ਕਰ ਗਿਆ, ਅਤੇ ਮੈਂਟਲ ਏਜ ਦੀ ਗੱਲ ਬਿਨੇ ਕਰ ਗਿਆ, IQ ਦੀ ਸ਼ਬਦ ਵਰਤਿਆ ਸਟਰਨ ਨੇ, ਅਤੇ IQ ਦਾ ਕਨਸੈਪਟ ਦਿੱਤਾ ਸਟਰਨ ਨੇ। ਅਤੇ ਅੱਗੇ ਜਾ ਕੇ ਟਰਮਨ ਨੇ ਕੀ ਕੀਤਾ? ਇੱਕ ਤਾਂ ਬਿਨੇ ਵਾਲੇ ਟੈਸਟ ਨੂੰ ਸੁਧਾਰ ਲਿਆ, ਸਟੈਨਫੋਰਡ ਬਿਨੇ ਟੈਸਟ ਇਹਦਾ ਨਾਂ ਰੱਖਤਾ, ਅਤੇ ਇੱਕ ਗੱਲ ਇਹਨੇ ਹੋਰ ਪਤਾ ਕੀ ਕੀਤੀ? ਇਹਨੇ ਫਾਰਮੂਲਾ ਦੇਤਾ IQ ਦਾ, ਜਿਹੜਾ ਆਪਾਂ ਫਾਰਮੂਲਾ ਪੜ੍ਹਦੇ ਨਾ, ਮੈਂਟਲ ਏਜ ਅਪੋਨ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100, ਇਹ ਫਾਰਮੂਲਾ ਜਿਹੜਾ ਆਪਾਂ ਪੜ੍ਹਦੇ ਹਾਂ, ਇਹ ਫਾਰਮੂਲਾ ਦਿੱਤਾ ਟਰਮਨ ਨੇ। ਕਿਹਨੇ ਦਿੱਤਾ ਜੀ? ਟਰਮਨ ਨੇ ਦਿੱਤਾ। ਹੁਣ ਤੁਸੀਂ ਦੇਖੋ ਵੀ ਟਰਮਨ ਸੀ ਜਿਹੜਾ ਉਹ ਬੰਦਾ ਘੈਂਟੇ ਸੀ, ਉਹਨੇ ਕੀ ਕੀਤਾ? ਮੈਂਟਲ ਏਜ ਵਰਤ ਲਈ ਬਿਨੇ ਵਾਲੀ। ਠੀਕ ਹੈ, ਅਤੇ IQ ਦੀ ਗੱਲ ਕਰ ਗਿਆ ਸੀ ਸਟਰਨ, ਅਤੇ ਇਹਨੇ ਤਾਂ ਚੱਕ ਕੇ ਕੀ ਕਰ ਲਿਆ? ਫਾਰਮੂਲਾ ਬਣਾ ਲਿਆ। ਠੀਕ ਹੈ, ਤਾਂ ਫਾਰਮੂਲਾ ਕਿਹਨੇ ਬਣਾ ਲਿਆ? ਟਰਮਨ ਨੇ। ਹੁਣ ਫਾਰਮੂਲਾ ਹੀ ਬਣ ਗਿਆ, ਤਾਂ ਟਰਮਨ ਇੰਨੀ ਛੇਤੀ ਹਾਰ ਮੰਨਣ ਵਾਲਾ ਨਹੀਂ ਸੀ। ਠੀਕ ਹੈ, ਇੱਕ ਤਾਂ ਦੇਖੋ ਉਹਨੇ ਹੁਣ ਟੈਸਟ ਬਣਾ ਲਿਆ, ਉਹਦੇ ਹੱਥ 'ਚ ਸਾਰਾ ਕੁਛ ਆ ਗਿਆ। ਇੱਕ ਤਾਂ ਉਹਨੇ ਸਟੈਨਫੋਰਡ ਬਿਨੇ ਟੈਸਟ ਤਿਆਰ ਕਰ ਲਿਆ। ਸਟੈਨਫੋਰਡ ਬਿਨੇ ਟੈਸਟ ਉਹੀ ਹੈ, ਬਿਨੇ ਵਾਲੇ ਟੈਸਟ ਨੂੰ ਸੋਧਿਆ, ਅਤੇ ਸਟੈਨਫੋਰਡ ਯੂਨੀਵਰਸਿਟੀ 'ਚ ਕੰਮ ਕਰਦਾ ਸੀ ਕੌਣ? ਟਰਮਨ, 1916 'ਚ। ਠੀਕ ਹੈ, ਤਾਂ IQ ਦਾ ਇਹਨੇ ਫਾਰਮੂਲਾ ਬਣਾ ਲਿਆ। ਹੁਣ ਗੱਲ ਕਾਹਦੀ ਆ ਗਈ? ਇਹ ਕਹਿੰਦੇ ਯਾਰ IQ ਦਾ ਫਾਰਮੂਲਾ ਹੀ ਬਣ ਗਿਆ,
ਤੇ ਕਹਿੰਦਾ ਮੈਨੂੰ ਟੈਸਟ ਵੀ ਕਰਨੇ ਆਉਂਦੇ ਨੇ ਹੈ ਨਾ, ਵੀ ਸਟੈਨਫੋਰਡ ਵੀ ਨੇ ਟੈਸਟ ਤਿਆਰ ਕਰ ਲਿਆ। ਤਾਂ ਇਹਨੇ ਇੱਕ ਵਰਗੀਕਰਨ ਬਣਾਤਾ, ਠੀਕ ਹੈ। ਤਾਂ ਇਸ ਵਰਗੀਕਰਨ ਦੇ ਬਾਰੇ ਮਤਭੇਦ ਬੜੇ ਨੇ, ਮੈਨੂੰ ਜਿੰਨੀਆਂ ਥਾਵਾਂ 'ਤੇ ਮੈਂ ਪੜ੍ਹੇ ਮੈਨੂੰ ਅਲੱਗ-ਅਲੱਗ ਇਹ 'ਚ ਥੋੜ੍ਹੇ ਬਹੁਤ ਡਿਫਰੈਂਸ ਲਿਖੇ ਮਿਲੇ। ਤਾਂ ਤੁਹਾਨੂੰ ਵੀ ਇਹ ਚੀਜ਼ 'ਚ ਬਹੁਤ ਡਿਫਰੈਂਸ ਮਿਲੂਗਾ ਵੀ ਕੋਈ ਗਿਫਟਡ ਨੂੰ ਜੀਨੀਅਸ ਬੱਚੇ ਦੀ ਮੈਂਟਲ ਏਜ ਕਿੰਨੀ ਆਖ ਦਿੰਦਾ ਹੈ, ਕੋਈ ਐਵਰੇਜ ਦੀ ਕਿੰਨੀ ਆਖ ਦਿੰਦਾ। ਜਿਵੇਂ ਤੁਹਾਨੂੰ ਇੱਥੇ ਕਨਫਿਊਜ਼ਨ ਇੱਦਾਂ ਮਿਲੂਗੀ ਹੈ ਨਾ, ਵੀ ਐਵਰੇਜ ਦੀ ਵੈਸੇ ਇਹਨੇ ਪੂਰਾ ਇਹ ਸੀ, ਮਤਲਬ ਇਹਨੇ ਪੂਰੀ ਇੱਕ ਚੀਜ਼ ਦੱਸੀ ਵੀ ਐਂ, ਉਸ ਤੋਂ ਬਾਅਦ ਜੀਨੀਅਸ ਹੈ ਸਭ ਤੋਂ ਉੱਪਰ, ਠੀਕ ਹੈ। ਉਸ ਤੋਂ ਬਾਅਦ ਅਲੱਗ-ਅਲੱਗ ਨੇ, ਠੀਕ ਹੈ। ਤਾਂ ਇੱਕ ਐਵਰੇਜ, ਇੱਕ ਜੀਨੀਅਸ, ਇੱਕ ਐਵਰੇਜ ਅਤੇ ਇੱਕ ਈਡੀਅਟ, ਠੀਕ ਹੈ। ਇਹ ਮੈਂ ਤੁਹਾਨੂੰ ਕੀ ਕਰਾਂਗਾ ਰਿਕਮੈਂਡ ਵੀ ਇਹ ਤਾਂ ਯਾਦ ਕਰੋ। ਪਰ ਇਹ ਜਿਹੜਾ ਮੈਂ ਇਹ ਦੱਸ ਰਿਹਾ ਤੁਹਾਨੂੰ, ਇਹ ਪੂਰਾ ਸਿਸਟਮ ਵਰਗੀਕਰਨ ਇਹ ਤੁਹਾਨੂੰ ਅਲੱਗ-ਅਲੱਗ ਮਿਲੂਗਾ। ਜਿੰਨੀਆਂ ਥਾਵਾਂ 'ਤੇ ਮੈਨੂੰ ਲੱਗਦਾ ਪੜ੍ਹ ਲਓਗੇ ਤੁਸੀਂ, ਤੁਹਾਨੂੰ ਅਲੱਗ-ਅਲੱਗ ਹੀ ਮਿਲ ਜੇ। ਕਿਉਂਕਿ ਕੋਈ ਕਿੰਨੇ ਆਖਦਾ, ਹੁਣ ਜਿਵੇਂ ਐਵਰੇਜ ਦੀ ਗੱਲ ਹੈ, ਐਵਰੇਜ ਨੂੰ ਕੋਈ 90 ਤੋਂ 109 ਮੰਨੀ ਬੈਠੇ ਹੈ, ਕੋਈ 110 ਮੰਨੀ ਬੈਠੇ ਹੈ। ਤਾਂ ਆਪਾਂ ਇੱਕ ਜਨਰਲ ਗੱਲ ਕਰਦੇ ਹਾਂ ਵੀ ਟਰਮਨ ਨੇ ਕੀ ਗੱਲ ਕਹੀ ਹੈ, ਠੀਕ ਹੈ। ਵੈਸੇ ਸਾਰਿਆਂ ਦੇ ਅਕੋਰਡਿੰਗ ਅਲੱਗ ਹੈ ਜੀ, ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਕਿ ਤੁਸੀਂ ਬਾਅਦ 'ਚ ਕਹੋ ਵੀ ਸਰ ਤੁਸੀਂ ਨੇ ਇਹ ਨਹੀਂ ਦੱਸਿਆ, ਤੁਸੀਂ ਤਾਂ ਇਹ ਦੱਸੀ ਜਾਂਦੇ ਹੋ। ਵੀ ਮੈਂ ਤੁਹਾਨੂੰ ਇੱਕ ਜਨਰਲ ਆਈਡੀਆ ਦੇ ਰਿਹਾ, ਸਾਰਿਆਂ ਨੇ ਵਰਗੀਕਰਨ ਆਪਦੇ ਅਕੋਰਡਿੰਗ ਕੀਤੇ ਨੇ, ਠੀਕ ਹੈ। ਤਾਂ ਮੈਂ ਗੱਲ ਕਰ ਰਿਹਾ ਹੁਣ ਟਰਮਨ ਦੇ ਅਕੋਰਡਿੰਗ। ਟਰਮ ਦੇ ਅਕੋਰਡਿੰਗ ਮੈਂ ਤੁਹਾਨੂੰ 3-4 ਰਿਕਮੈਂਡ ਕਰਾਂਗਾ, ਬਸ ਇਹਨਾਂ ਨੂੰ ਪੜ੍ਹ ਲਓ। ਇੱਕ ਤਾਂ ਤੁਸੀਂ ਜੀਨੀਅਸ ਯਾਦ ਰੱਖੋ, ਠੀਕ ਹੈ, ਪ੍ਰਤਿਭਾਸ਼ਾਲੀ। ਹੁਣ ਮੈਂ ਇਹ ਗੱਲ ਕਰ ਰਿਹਾ, ਦੇਖੋ ਵੀ ਟਰਮਨ ਨੇ ਫਾਰਮੂਲਾ ਦੇ ਦਿੱਤਾ ਅਤੇ ਸਟੈਨਫੋਰਡ ਟੈਸਟ ਦੇ ਦਿੱਤਾ। ਉਸ ਤੋਂ ਬਾਅਦ ਇਹਨੇ ਮਤਲਬ ਇੱਕ ਸਾਰਨੀ ਬਣਾਈ। ਸਾਰਨੀ ਕੀ ਬਣਾਈ, ਕਹਿੰਦਾ ਜਿਹਦਾ ਆਈ ਕਿਊ ਕਿਵੇਂ ਕੱਢਾਂਗੇ, ਆਈ ਕਿਊ ਫਾਰਮੂਲੇ ਨਾਲ, ਜਿਹੜਾ ਆਪਾਂ ਨੇ ਦੇਖੋ ਉੱਤੇ ਪੜ੍ਹੇ ਹੈ ਨਾ, ਵੀ ਇਹ ਆਈ ਕਿਊ ਕੱਢਣ ਤੋਂ ਬਾਅਦ ਜਿਹੜਾ ਇਹ ਆਈ ਕਿਊ ਇੱਦਾਂ ਆਪਾਂ ਕੱਢਾਂਗੇ। ਕਹਿੰਦਾ ਉਹਦੇ ਵਿੱਚ ਜੇਕਰ ਆਨਸਰ ਤੁਹਾਡਾ 140 ਜਾਂ ਉਸ ਤੋਂ ਵੱਧ ਆ ਗਿਆ ਫਾਰਮੂਲੇ ਦੇ ਵਿੱਚ, ਇਹ ਸਾਰਾ ਮੁੱਲ ਭਰਨ ਤੋਂ ਬਾਅਦ ਆਨਸਰ ਤੁਹਾਡਾ 140 ਤੋਂ ਪਲੱਸ ਆ ਗਿਆ, ਤਾਂ ਉਹ ਬੱਚਾ ਕੀ ਹੋ ਜਾਊਗਾ, ਜੀਨੀਅਸ ਹੋ ਜਾਊਗਾ। ਯਾਨੀ ਕਿ ਉਹ ਬੱਚਾ ਕੀ ਹੋ ਜਾਊਗਾ, ਪ੍ਰਤਿਭਾਸ਼ਾਲੀ ਹੋ ਜਾਊਗਾ। ਟਰਮਨ ਇਹੀ ਗੱਲ ਆਖਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਇਹਨੇ ਦੱਸਿਆ ਸਾਰਾ ਕੁਛ, 130 ਵਾਲਾ ਕੀ ਹੋਊਗਾ, 125 ਵਾਲਾ ਕੀ ਹੋਊਗਾ, 120 ਵਾਲਾ ਕੀ ਹੋਊਗਾ। ਪਰ ਉਹ ਇੰਨਾ ਡੀਪ 'ਚ ਨਹੀਂ ਮੈਂ ਜਾ ਰਿਹਾ। ਮੈਂ ਫਿਲਹਾਲ ਤੁਹਾਨੂੰ ਇੱਕ ਤਾਂ ਜੀਨੀਅਸ ਦਾ ਦੱਸਤਾ, ਅਤੇ ਇੱਕ ਇਹ ਕੀ ਆਖਦਾ ਸੀ, ਕਹਿੰਦਾ 90 ਤੋਂ 109 ਜਾਂ 110 ਹੈ, ਤਾਂ ਉਹ ਬੱਚੇ ਨੂੰ ਕਹਿੰਦਾ ਆਪਾਂ ਐਵਰੇਜ ਮੰਨਾਂਗੇ। ਕੀ ਮੰਨਾਂਗੇ, ਐਵਰੇਜ ਮੰਨਾਂਗੇ। ਅਤੇ ਉਸ ਤੋਂ ਬਾਅਦ ਇਹ ਕਹਿੰਦਾ ਜੇਕਰ ਆਈ ਕਿਊ ਵੀ ਉਹ ਆਈ ਕਿਊ ਵਾਲੇ ਫਾਰਮੂਲੇ 'ਚ ਭਰਨ ਤੋਂ ਬਾਅਦ ਆਪਣਾ ਆਨਸਰ 80 ਅਤੇ 50 ਦੇ ਵਿੱਚ ਆਉਂਦਾ ਹੈ, ਠੀਕ ਹੈ। ਤਾਂ ਉਹ ਬੱਚਾ ਕੀ ਹੋਊਗਾ, ਮੂਰਖ, ਠੀਕ ਹੈ, ਮੋਰੋਨਸ। ਇਹਨੂੰ ਤੁਸੀਂ ਯਾਦ ਰੱਖੋਗੇ। ਨੈਕਸਟ ਗੱਲ ਕਰਦੇ ਹਾਂ, ਜੇਕਰ ਕਹਿੰਦਾ ਕਿਸੇ ਬੱਚੇ ਦਾ ਆਈ ਕਿਊ 25 ਤੋਂ ਘੱਟ ਆ ਗਿਆ, ਉਹ ਫਾਰਮੂਲੇ 'ਚ ਭਰਨ ਤੋਂ ਬਾਅਦ ਆਨਸਰ 25 ਤੋਂ ਘੱਟ ਆ ਗਿਆ, ਤਾਂ ਉਹਨੂੰ ਈਡੀਅਟ, ਜੜ ਜਾਂ ਮੂਰਖ ਆਖਾਂਗੇ, ਠੀਕ ਹੈ। ਵੈਸੇ ਇਹ ਸ਼ਬਦ ਮੂਰਖ ਇੱਥੇ ਨਾ ਲਿਖੋ, ਇੱਥੇ ਤੋਂ ਕੱਟ ਦਿਓ, ਠੀਕ ਹੈ, ਕਿਉਂਕਿ ਉਹੀ ਗੱਲ ਆਈ ਫਿਰ ਤੁਸੀਂ ਇੱਥੇ ਉਲਝੋਗੇ। ਤਾਂ ਇੱਥੇ ਤੋਂ ਕੱਟ ਦਿਓ, ਬਸ ਇਹਨੂੰ ਮੂਰਖ ਲਿਖ ਲਓ, ਇਹਨੂੰ ਈਡੀਅਟ ਜਾਂ ਜੜ ਲਿਖ ਲਓ, ਠੀਕ ਹੈ, ਇੱਦਾਂ। ਤਾਂ ਹੁਣ ਗੱਲ ਆ ਗਈ, ਦੇਖੋ ਮੈਂ ਤੁਹਾਨੂੰ ਦੁਬਾਰਾ ਦੱਸਦਾ, ਇਹਨੂੰ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ, ਕਿਉਂਕਿ ਇਹਦੇ ਤੋਂ ਕੁਐਸਚਨ ਵੀ ਡਾਇਰੈਕਟ ਬਣੇਗਾ, ਠੀਕ ਹੈ। ਇਹਦੇ ਸਮਝੋ, ਮੰਨ ਕੇ ਚੱਲੋ ਕੋਈ ਮੈਂਟਲ ਏਜ ਵਾਲਾ ਬੱਚਾ ਸੀ, ਠੀਕ ਹੈ, ਉਹਦੀ ਮੈਂਟਲ ਏਜ ਸੀ 12, ਠੀਕ ਹੈ, ਅਤੇ ਉਹਦੀ ਕ੍ਰੋਨੋਲੋਜੀਕਲ ਏਜ ਸੀ 100, ਅਤੇ ਇਹਨੂੰ ਗੁਣਾ ਕਰਾਂਗੇ ਆਪਾਂ 100 ਦੇ ਨਾਲ, ਕਿਉਂਕਿ ਮੈਂ ਮੈਂਟਲ ਏਜ 'ਤੇ ਵੀ ਵੈਲਿਊ ਭਰਤੀ 12, ਇਹ ਦਿੱਤੀ ਹੋਊਗੀ ਤੁਹਾਨੂੰ ਸਵਾਲ 'ਚ, ਠੀਕ ਹੈ। ਕ੍ਰੋਨੋਲੋਜੀਕਲ ਏਜ ਯਾਨੀ ਕਿ ਵਾਸਤਵਿਕ ਉਮਰ 10 ਹੈ, ਤਾਂ ਇਹ 0 ਨਾਲ 0 ਕੈਂਸਲ ਹੋ ਗਈ, ਉੱਪਰਲੇ ਦੇ ਗੁਣਾ ਕਰਕੇ 120 ਆਨਸਰ ਆ ਗਿਆ। ਹੁਣ ਦੇਖੋ 120 ਆ ਗਿਆ ਜਾਂ ਨਹੀਂ ਆ ਗਿਆ ਨਾ, 120। ਇਸੇ ਤਰ੍ਹਾਂ ਮੰਨ ਕੇ ਚੱਲੋ ਇੱਥੇ 110 ਆ ਜੇ, ਮੰਨ ਕੇ ਚੱਲੋ 11 ਕਿਸੇ ਦੀ ਮੈਂਟਲ ਏਜ ਹੈ, 10 ਕ੍ਰੋਨੋਲੋਜੀਕਲ ਏਜ ਹੈ, ਇਹਨੂੰ ਇੱਦਾਂ ਗੁਣਾ ਕਰ ਲਿਆ, ਇਹਨੂੰ ਕਿੰਨਾ ਆ ਗਿਆ, 110। ਇੱਦਾਂ 1-2 ਕੁਐਸਚਨ ਜੇ ਕਰਕੇ ਦੇਖ ਲਿਓ, ਤਾਂ 110 ਆ ਗਿਆ। ਹੁਣ 110 ਮਿੰਟ ਕੀ ਆ ਗਿਆ, ਆਪਣਾ ਆਈ ਕਿਊ ਆ ਗਿਆ, ਠੀਕ ਹੈ। ਤਾਂ ਇਹ ਕੀ ਹੋਊਗਾ, ਐਵਰੇਜ ਹੋਊਗਾ, ਸਮਝ ਗਏ ਕੀ ਹੋਊਗਾ ਜੀ, ਐਵਰੇਜ। ਤਾਂ ਇਸ ਤਰੀਕੇ ਨਾਲ ਇਹ ਟਰਮਨ ਨੇ ਇਹ ਫਾਰਮੂਲਾ ਨੂੰ ਯੂਜ਼ ਕਰਨਾ ਦੱਸਿਆ ਸੀ, ਤਾਂ ਇਹਦੇ ਬਾਰੇ ਗੱਲ ਕੀਤੀ ਸੀ। ਨੈਕਸਟ ਗੱਲ ਆ ਗਈ ਟਾਈਪਸ ਆਫ ਟੈਸਟ ਆਫ ਇੰਟੈਲੀਜੈਂਸ। ਹੁਣ ਦੇਖੋ ਆਪਾਂ ਆਈ ਕਿਊ ਦੀ ਗੱਲ ਕਰ ਚੁੱਕੇ ਹਾਂ, ਅਤੇ ਸ਼ੁਰੂਆਤ ਕਿਹਨੇ ਕੀਤੀ ਇਸ ਟੈਸਟਾਂ ਦੀ, ਉਹਦੀ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਟਾਈਪਸ ਸਮਝਦੇ ਹਾਂ, ਟਾਈਪਸ ਦੇ ਵਿੱਚੋਂ ਕੁਐਸਚਨ ਬਣੂਗਾ, ਠੀਕ ਹੈ। ਤਾਂ ਟਾਈਪਸ ਆਫ ਟੈਸਟ ਆਫ ਇੰਟੈਲੀਜੈਂਸ ਯਾਨੀ ਕਿ ਬੁੱਧੀ ਪ੍ਰੀਖਿਆ ਜਾਂ ਕਹਿ ਲਓ ਬੁੱਧੀ ਮਾਪਣ ਦੀਆਂ ਕਿਸਮਾਂ ਕਿਹੜੀਆਂ ਨੇ, ਠੀਕ ਹੈ। ਤਾਂ ਇਹਨਾਂ ਨੂੰ ਆਪਾਂ ਵੰਡਿਆ ਹੈਗਾ 4 ਤਰੀਕੇ ਨਾਲ ਵੰਡੇ ਹੈ। ਦੇਖੋ ਮੈਂ ਪਹਿਲਾਂ ਇਹਦਾ ਤੁਹਾਨੂੰ ਪੂਰਾ ਵਰਗੀਕਰਨ ਜਿਹਾ ਦੱਸ ਦਿੰਦਾ ਇੱਕ ਵਾਰ। ਦੇਖੋ ਜੀ ਇਹਨੂੰ ਆਪਾਂ 4 ਤਰੀਕਿਆਂ ਨਾਲ ਵੰਡੇ ਇੱਦਾਂ। ਇੱਕ ਤਾਂ ਹੁੰਦੇ ਨੇ ਵਰਬਲ ਯਾਨੀ ਕਿ ਸ਼ਾਬਦਿਕ, ਇੱਕ ਹੁੰਦੇ ਨੇ ਨੌਨ ਵਰਬਲ, ਠੀਕ ਹੈ। ਤਾਂ ਇਹ ਤਾਂ ਹੋ ਗਿਆ ਵਰਬਲ ਯਾਨੀ ਕਿ ਸ਼ਾਬਦਿਕ, ਇਹ ਹੋ ਗਿਆ ਨੌਨ ਵਰਬਲ ਯਾਨੀ ਕਿ ਗੈਰ ਸ਼ਾਬਦਿਕ, ਠੀਕ ਹੈ। ਅੱਗੇ ਇਹਨੂੰ ਫੇਰ 2 ਤਰੀਕਿਆਂ ਨਾਲ ਵੰਡ ਲਿਆ, ਇੱਕ ਤਾਂ ਇੰਡੀਵਿਜੂਅਲ ਯਾਨੀ ਕਿ ਵਿਅਕਤੀਤਵ, ਠੀਕ ਹੈ, ਵਿਅਕਤੀਗਤ, ਅਤੇ ਇੱਕ ਗਰੁੱਪ। ਸਮਝ ਰਹੇ ਹੋ। ਦੇਖੋ ਵਰਬਲ ਨੂੰ ਅੱਗੇ 2 ਤਰੀਕਿਆਂ 'ਚ ਵੰਡਤਾ, ਇੰਡੀਵਿਜੂਅਲ ਯਾਨੀ ਕਿ ਵਿਅਕਤੀਗਤ, ਅਤੇ ਇੱਕ ਗਰੁੱਪ ਯਾਨੀ ਕਿ ਸਮੂਹਿਕ।
ਤੇ ਇਹਨੂੰ ਵੀ ਅੱਗੇ ਦੋ ਤਰੀਕੇ ਨਾਲ ਵੰਡ ਲਿਆ, ਇੱਕ ਤਾਂ ਹੋ ਗਿਆ ਇੰਡੀਵਿਜੂਅਲ, ਇੱਕ ਹੋ ਗਿਆ ਗਰੁੱਪ। ਤਾਂ ਕੁੱਲ ਮਿਲਾ ਕੇ ਆਪਣੇ ਕੋਲ ਜਿਹੜੇ ਇਹ ਟੈਸਟ ਨੇ ਉਹ ਚਾਰ ਤਰ੍ਹਾਂ ਦੇ ਹੋ ਗਏ। ਕਿਹੜੇ ਕਿਹੜੇ? ਵਰਬਲ, ਦੇਖੋ ਵਰਬਲ, ਇੰਡੀਵਿਜੂਅਲ, ਵਰਬਲ, ਗਰੁੱਪ, ਨੌਨ ਵਰਬਲ, ਇੰਡੀਵਿਜੂਅਲ, ਨੌਨ ਵਰਬਲ, ਗਰੁੱਪ। ਠੀਕ ਹੈ, ਤਾਂ ਅੱਗੇ ਚਾਰਾਂ ਚੀਜ਼ਾਂ ਨੂੰ ਆਪਾਂ ਹੁਣ ਡਿਟੇਲ ਦੇ ਵਿੱਚ ਸਮਝ ਲਾਂਗੇ। ਠੀਕ ਹੈ, ਤਾਂ ਇਸ ਵਰਗੀਕਰਨ ਨੂੰ ਧਿਆਨ ਦੇ ਵਿੱਚ ਥੋੜ੍ਹਾ ਜਿਹਾ ਰੱਖ ਲਿਓ। ਠੀਕ ਹੈ, ਇਹ ਨੋਟ 'ਚ ਕਰ ਲਈ ਇੱਕ ਵਾਰ। ਨੈਕਸਟ ਆਪਾਂ ਗੱਲ ਕਰਦੇ ਹੁਣ ਸ਼ਾਬਦਿਕ ਨੂੰ ਸਮਝਦੇ ਹਾਂ ਆਪਾਂ। ਸ਼ਾਬਦਿਕ ਦੇਖੋ, ਸ਼ਬਦਾਂ ਨੂੰ ਜਿਹੜੇ ਸਮਝਣ, ਆਪਾਂ ਨੇ ਕੀ ਗੱਲ ਕੀਤੀ ਸੀ ਹੁਣ? ਸ਼ਾਬਦਿਕ ਬੁੱਧੀ ਦੀ ਗੱਲ ਕੀਤੀ ਸੀ ਨਾ, ਵੀ ਜਿਹੜੇ ਲੋਕ ਸ਼ਬਦਾਂ ਨੂੰ ਸਮਝ ਜਾਣ, ਉਹਨਾਂ ਨੂੰ ਕੋਈ ਸਵਾਲ ਪੁੱਛਿਆ ਜਾਵੇ, ਕੋਈ ਸਵਾਲ ਲਿਖ ਕੇ ਦਿੱਤਾ ਜਾਵੇ ਵੀ ਉਹਨੂੰ ਸਮਝਣ, ਤਾਂ ਉਹ ਕੀ ਹੋ ਗਿਆ? ਸ਼ਾਬਦਿਕ ਬੁੱਧੀ ਟੈਸਟ। ਵੀ ਹੁਣ ਜਿਵੇਂ ਬੱਚਿਆਂ ਨੂੰ ਆਪਾਂ ਕਹਿ ਦਿੰਦੇ ਇੱਕ ਰਿਟਨ ਟੈਸਟ ਹੈ, ਇੱਕ ਮੌਖਿਕ ਹੈ ਨਾ, ਤਾਂ ਰਿਟਨ ਦੇ ਵਿੱਚ ਕੀ ਆਪਾਂ ਉਹਨਾਂ ਨੂੰ ਕੁਛ ਲਿਖ ਕੇ ਦੇ ਦਿੰਦੇ ਹਾਂ। ਤਾਂ ਇਸੇ ਤਰ੍ਹਾਂ ਜਿਹੜੇ ਸ਼ਬਦਾਂ ਨੂੰ ਸਮਝਣਗੇ ਉਸ ਦੇ ਬੇਸ 'ਤੇ ਸ਼ਾਬਦਿਕ ਟੈਸਟ ਬਣਾਏ ਗਏ। ਠੀਕ ਹੈ, ਤਾਂ ਇਹਨੂੰ ਵਰਬਲ ਟੈਸਟ ਕਹਿ ਦਿੰਦੇ ਆਪਾਂ। ਲੈਂਗੁਏਜ ਨਾਲ ਰਿਲੇਟਡ ਹੋਇਆ, ਜਿਹੜੇ ਪੜ੍ਹੇ ਲਿਖਿਆਂ ਲਈ ਹੋਇਆ ਇਹ। ਠੀਕ ਹੈ, ਇਹਨੂੰ ਧਿਆਨ 'ਚ ਰੱਖਿਓ। ਤਾਂ ਇਹਦੀ ਐਗਜ਼ਾਮਪਲ ਕੀ ਹੋਊਗੀ? ਸਟੈਨਫੋਰਡ ਬਿਨੇ ਟੈਸਟ। ਭੁੱਲ ਤਾਂ ਨਹੀਂ ਗਏ, ਇਹ ਉਹੀ ਹੈ ਟਰਮ ਵਾਲਾ। ਠੀਕ ਹੈ, ਤਾਂ ਜਿਹੜਾ ਸਟੈਨਫੋਰਡ ਬਿਨੇ ਟੈਸਟ ਹੈਗਾ, ਤਾਂ ਇਹ ਕੀ ਇੱਕ ਸ਼ਾਬਦਿਕ ਟੈਸਟ ਹੈ, ਵਰਬਲ ਟੈਸਟ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋਗੇ। ਠੀਕ ਹੈ, ਅਤੇ ਇੱਕ ਬੈਚਲਰ। ਠੀਕ ਹੈ, ਬੈਚਲਰ ਇੰਟੈਲੀਜੈਂਸ ਸਕੇਲ, ਇਸ ਦਾ ਇੱਕ ਭਾਗ ਹੈ ਜਿਹੜਾ, ਇਹ ਵੀ ਕੀ ਹੈ ਜੀ? ਵਰਬਲ ਇੰਟੈਲੀਜੈਂਸ ਟੈਸਟ ਹੈ। ਠੀਕ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋ, ਕੁਐਸਚਨ ਬਣਿਆ ਜੀ ਇਹ ਤੋਂ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਟੈਸਟ ਨੂੰ ਆਪਾਂ ਪੇਪਰ ਪੈਨਸਲ ਟੈਸਟ ਵੀ ਆਖ ਦਿੰਦੇ ਹਾਂ। ਤਾਂ ਸਿੰਪਲ ਜੀ ਗੱਲ ਇਹ ਪੜ੍ਹੇ ਲਿਖਿਆਂ ਲਈ ਨਹੀਂ, ਕਿਉਂਕਿ ਸ਼ਬਦਾਂ ਨੂੰ ਕੌਣ ਸਮਝਣਗੇ? ਲਿਖੇ ਹੋਏ ਸ਼ਬਦ ਨੂੰ ਕੌਣ ਪੜ੍ਹੂਗਾ? ਪੜ੍ਹਿਆ ਲਿਖਿਆ। ਸੁਣੂਗਾ? ਪੜ੍ਹਿਆ ਲਿਖਿਆ। ਹੁਣ ਤੁਸੀਂ ਅਨਪੜ੍ਹ ਨੂੰ ਕੁਛ ਗੱਲ ਕਹੀ ਜਾਂਦੇ, ਉਹਨੂੰ ਸਮਝ ਨਹੀਂ ਆ ਰਹੀ ਕਿਉਂਕਿ ਉਹ ਭਾਸ਼ਾ ਨਹੀਂ ਉਸਨੂੰ ਆਉਂਦੀ, ਤਾਂ ਉਹ ਕੀ ਉਸ ਲਈ ਬੇਕਾਰ ਹੈ। ਠੀਕ ਹੈ, ਤਾਂ ਉਹ ਉਸਦੀ ਬੁੱਧੀ ਨੂੰ ਕਿਵੇਂ ਮਾਪੇਗਾ? ਤੁਸੀਂ ਆਪ ਹੀ ਸੋਚੋ। ਠੀਕ ਹੈ, ਅਤੇ ਇੱਕ ਗੱਲ ਹੋਰ ਜੀ, ਉਹ ਆਪਾਂ ਬੈਚਲਰ ਵਾਲੇ ਅੱਗੇ ਗੱਲ ਕਰਾਂਗੇ, ਜਦ ਤੱਕ ਅੱਗੇ ਦਿੱਤਾ ਕਿ ਨਾ, ਆਪਾਂ ਨੇ ਇੱਕ ਨੋਟ ਦੇਖ ਲਈ, ਇੱਕ ਮਿੰਟ। ਬੈਚਲਰ ਵਾਲੀ ਅੱਗੇ ਵੀ ਚਲੋ ਐਗਜ਼ਾਮਪਲ ਹੈ, ਮੈਂ ਤੁਹਾਨੂੰ ਉੱਥੇ ਦੱਸਾਂਗਾ ਉਹ। ਠੀਕ ਹੈ, ਤਾਂ ਸ਼ਾਬਦਿਕ ਬੁੱਧੀ ਟੈਸਟ ਨੂੰ ਇੱਦਾਂ ਹੀ ਯਾਦ ਰੱਖਿਓ। ਇਹਦੇ 'ਚ ਐਗਜ਼ਾਮਪਲ ਸਟੈਨਫੋਰਡ ਬਿਨੇ ਟੈਸਟ ਵੀ ਇੱਕ ਸ਼ਾਬਦਿਕ ਟੈਸਟ ਹੈ, ਬੈਚਲਰ, ਅਤੇ ਇਹਨੂੰ ਇੱਕ ਸ਼ਾਰਟ ਦੇ ਵਿੱਚ ਹੋਰ ਵੀ ਨਾਂ ਲਿਖ ਦਿੰਦੇ ਨੇ ਇਹਦਾ, WAIS। ਇੱਦਾਂ ਟੈਸਟ ਦਾ ਨਾਮ ਲਿਖਿਆ ਹੋਇਆ ਆ ਸਕਦਾ, ਇਹ ਤੁਹਾਨੂੰ ਪੇਪਰ 'ਚ ਉਲਝ ਨਾ ਜਾਇਓ, ਸ਼ਾਰਟ ਫੋਰਮ ਲਿਖੀ ਜਾ ਸਕਦੀ ਹੈ। ਠੀਕ ਹੈ, ਤਾਂ ਪੇਪਰ ਪੈਨਸਲ ਟੈਸਟ ਇਹਨੂੰ ਕਿਹਾ ਜਾਂਦਾ, ਇਹ ਚੀਜ਼ ਨੂੰ ਧਿਆਨ 'ਚ ਰੱਖੋਗੇ। ਇਹ ਕੇਵਲ ਪੜ੍ਹੇ ਲਿਖੇ ਵਿਅਕਤੀਆਂ ਦੀ ਹੀ ਬੁੱਧੀ ਮਾਪੀ ਜਾਂਦੀ ਸੀ ਇਸ ਵਿੱਚ ਕੇਵਲ, ਅਤੇ ਵਿਅਕਤੀ ਨੇ ਜਿਹੜੇ ਮਤਲਬ ਵਿਅਕਤੀਆਂ ਦੀ ਬੁੱਧੀ ਦਾ ਜਿਹੜਾ ਮਾਪ ਸੀ ਉਹ ਜ਼ਬਾਨੀ ਜਾਂ ਲਿਖਤੀ ਰੂਪ ਵਿੱਚ ਹੁੰਦਾ ਸੀ। ਹੁਣ ਜਿਹੜਾ ਇਹ ਟੈਸਟ ਸੀ, ਇਹ ਟੈਸਟ ਫੇਲ ਕਿਉਂ ਹੋਏ? ਮਤਲਬ ਇੰਨੀ ਕਹਿ ਸਕਦੇ ਆਪਾਂ ਨੋਰਮਲੀ ਐਡੇ ਵੱਡੇ ਪੱਧਰ 'ਤੇ ਕਿਉਂ ਨਹੀਂ ਯੂਜ਼ ਕੀਤੇ ਗਏ? ਵੈਸੇ ਸਕਸੈਸਫੁਲ ਸੀ, ਤਾਂ ਹੀ ਇਹਨਾਂ ਦਾ ਆਪਾਂ ਅੱਜ ਜ਼ਿਕਰ ਕਰ ਰਹੇ ਹਾਂ ਜੇ ਸਕਸੈਸਫੁਲ ਸੀ। ਤਾਂ ਮਤਲਬ ਕਿ ਜਿਹੜੇ ਗੂੰਗੇ ਨੇ, ਉਹ ਜਿਹੜੇ ਅਨਪੜ੍ਹ ਨੇ, ਜਿਹੜੇ ਕਹਿ ਸਕਦੇ ਵੀ ਭਾਸ਼ਾ ਨੂੰ ਸਮਝਣ ਦੇ ਨਹੀਂ ਯੋਗ, ਤਾਂ ਉਹ ਟੈਸਟ ਉਹਨਾਂ ਲਈ ਇਹ ਟੈਸਟ ਫਾਇਦੇਮੰਦ ਨਹੀਂ ਸੀ। ਠੀਕ ਹੈ, ਸਿਰਫ ਪੜ੍ਹੇ ਲਿਖਿਆਂ ਲਈ ਇਹ ਯੂਜ਼ਫੁਲ ਸੀ। ਤਾਂ ਇਸ ਤਰ੍ਹਾਂ ਇੱਕ ਹੋਰ ਖੋਜ ਹੋਈ ਜਿਹਦੇ 'ਚ ਗੱਲ ਕੀਤੀ ਗਈ ਵਰਬਲ ਤੋਂ ਬਾਅਦ ਨੌਨ ਵਰਬਲ ਦੀ ਗੱਲ ਕੀਤੀ ਗਈ। ਨੌਨ ਵਰਬਲ ਇੰਟੈਲੀਜੈਂਸ ਟੈਸਟ, ਯਾਨੀ ਕਿ ਗੈਰ ਸ਼ਾਬਦਿਕ ਬੁੱਧੀ ਟੈਸਟ। ਤਾਂ ਇਹਦੀਆਂ ਐਗਜ਼ਾਮਪਲਾਂ ਮਿਨੀਸੋਟਾ ਪਰੀ ਸਕੂਲ ਸਕੇਲ। ਠੀਕ ਹੈ, ਇਹਨੂੰ ਧਿਆਨ 'ਚ ਰੱਖੋਗੇ। ਇਹ ਮਤਲਬ ਹੁਣ ਤੁਸੀਂ ਸਮਝੇ ਗਏ ਨਾ, ਇਹਨੂੰ ਵਰਬਲ 'ਚ ਗਿਣ ਲਓ, ਮੈਂ ਸਾਰੇ ਟੈਸਟਾਂ ਦੇ ਨਾਮ ਦੱਸ ਰਿਹਾ ਤੁਹਾਨੂੰ। ਠੀਕ ਹੈ, ਮਤਲਬ ਨੌਨ ਵਰਬਲ 'ਚ ਗਿਣ ਲਓ ਇਹਨੂੰ, ਗੈਰ ਸ਼ਾਬਦਿਕ ਬੁੱਧੀ ਟੈਸਟ। ਟਾਈਟਲ ਦੇਖ ਲਓ, ਨੌਨ ਵਰਬਲ ਇੰਟੈਲੀਜੈਂਸ ਟੈਸਟ, ਮਿਨੀਸੋਟਾ ਅਤੇ ਪੋਰਟੀਅਸ ਮੇਜ ਟੈਸਟ, ਅਤੇ ਫਾਰਮ ਬੋਰਡ ਟੈਸਟ, ਗੁੱਡ ਇਨਫ ਦਾ ਆਦਮੀ ਦੀ ਸ਼ਕਲ ਖਿੱਚਣ ਦਾ ਟੈਸਟ, ਰੇਵਨ ਦਾ ਸਟੈਂਡਰਡ ਟੈਸਟ। ਇਹ 'ਤੇ ਸਟਾਰ ਲਗਾ ਲਓ, ਮੋਸਟ ਇੰਪੋਰਟੈਂਟ ਹੈ। ਇਹ 'ਤੇ ਸਟਾਰ ਲਗਾ ਲਓ, ਮੋਸਟ ਇੰਪੋਰਟੈਂਟ ਹੈ। ਇਹ 'ਤੇ ਸਟਾਰ ਲਗਾ ਲਓ। ਸਾਰੇ ਇੰਪੋਰਟੈਂਟ ਨੇ, ਛੱਡੋ ਕੁੱਲ ਮਿਲਾ ਕੇ ਗੱਲ ਇਹੀ ਮੁੱਕਦੀ ਹੈ ਵੀ ਸਾਰੇ ਹੀ ਇੰਪੋਰਟੈਂਟ ਨੇ, ਛੱਡ ਕੇ ਕੋਈ ਵੀ ਤੁਸੀਂ ਮੈਂ ਕਹਿਣਾ ਜਾ ਸਕਦੇ। ਠੀਕ ਹੈ, ਤਾਂ ਇਹ ਪੁੱਛਿਆ ਜਾ ਚੁੱਕਿਆ ਵੈਸੇ ਰੇਵਨ ਵਾਲਾ। ਨੈਕਸਟ ਗੱਲ ਕਰਦੇ ਆਪਾਂ ਬੈਚਲਰ। ਠੀਕ ਹੈ, ਬੈਚਲਰ ਬੁੱਧੀ ਟੈਸਟ ਮੈਰਿਲ ਪਾਮਰ ਦਾ ਸਕੂਲ ਅਤੇ ਸਕੇਲ ਇੱਥੇ ਸਕੇਲ। ਨੈਕਸਟ ਗੱਲ ਕਰਦੇ ਹਾਂ ਪਿੰਟਰ ਪੈਟਰਸਨ ਪ੍ਰਦਰਸ਼ਨੀ ਸਕੇਲ। ਅਤੇ ਇਹ ਨੇ ਜਿਹੜਾ ਜਿਹੜੇ ਦੇਖੋ ਹੁਣ ਕੀ ਨੇ, ਗੈਰ ਸ਼ਾਬਦਿਕ ਨੇ। ਇਹ 'ਚ ਕੋਈ ਤਸਵੀਰ ਦਿਖਾਈ ਜਾਊਗੀ, ਕੋਈ ਵਸਤੂ ਦਿਖਾਈ ਜਾਊਗੀ, ਤਾਂ ਜਿਹੜੇ ਅਨਪੜ੍ਹ ਨੇ ਉਹ ਸਮਝ ਸਕਣਗੇ। ਅੰਨਿਆਂ ਨੂੰ ਹੋ ਸਕਦਾ ਕੀ ਕੀਤਾ ਜਾਵੇ, ਸੁਣਾਇਆ ਜਾਵੇ ਕੁਛ, ਹੈ ਨਾ, ਕੋਈ ਆਵਾਜ਼ ਸੁਣਾਈ ਜਾਵੇ, ਕੋਈ ਚੀਜ਼ ਟੱਚ ਕਰਵਾ ਕੇ ਦਿਖਾਈ ਜਾਵੇ। ਬਹਿਰੇ ਨੇ ਜਿਹੜੇ, ਉਹਨਾਂ ਨੂੰ ਸੁਣਦਾ ਨਹੀਂ, ਤਾਂ ਉਹਨੂੰ ਕੋਈ ਚੀਜ਼ ਦਿਖਾਈ ਜਾ ਸਕਦੀ ਹੈ। ਤਾਂ ਉਹਨਾਂ ਦੇ ਅਕੋਰਡਿੰਗ ਸੀ। ਤਾਂ ਇਹਨਾਂ ਸਭ ਦੇ ਵਿੱਚ ਅਨਪੜ੍ਹ, ਅੰਨੇ, ਬਹਿਰੇ, ਤਾਂ ਇਹਨਾਂ ਦੇ ਵਿੱਚ ਕਹਿ ਸਕਦੇ ਆਪਾਂ ਕਿ ਇਹਨਾਂ ਦੇ ਲਈ ਇਸ ਦੀ ਵਰਤੋਂ ਹੁੰਦੀ ਸੀ, ਕਿਹੜੇ ਟੈਸਟਾਂ ਦੀ? ਗੈਰ ਸ਼ਾਬਦਿਕ ਦੀ। ਠੀਕ ਹੈ, ਤਾਂ ਇਹਨਾਂ ਨੂੰ ਆਪਾਂ ਪਰਫੋਰਮੈਂਸ ਟੈਸਟ ਆਖਦੇ ਹਾਂ। ਇਹ ਚੀਜ਼ ਵੀ ਇੰਪੋਰਟੈਂਟ ਹੈ। ਗੈਰ ਸ਼ਾਬਦਿਕ ਨੂੰ ਆਪਾਂ ਕੀ ਆਖਦੇ ਹਾਂ? ਪਰਫੋਰਮੈਂਸ।
ਪਹਿਲਾਂ ਆਪਾਂ ਨੇ ਕੀ ਆਖਿਆ ਸੀ, ਪੇਪਰ ਪੈਨਸਲ ਟੈਸਟ, ਠੀਕ ਹੈ। ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਇਹ ਸਭ ਨਾਮ ਨੇ ਜਿਹੜੇ, ਇਹਨਾਂ ਨੂੰ ਧਿਆਨ 'ਚ ਰੱਖ ਲਓ ਜੀ। ਗੈਰ ਸ਼ਾਬਦਿਕ ਦੇ ਇਹ ਐਗਜ਼ਾਮਪਲਾਂ ਨੇ ਤੁਹਾਨੂੰ ਜੋ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ, ਠੀਕ ਹੈ, ਗੈਰ ਸ਼ਾਬਦਿਕ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਵਿਅਕਤੀਗਤ ਬੁੱਧੀ ਟੈਸਟ ਦੀ। ਹੁਣ ਇੰਡੀਵਿਜ਼ੂਅਲ ਦੇਖੋ ਵੀ ਕਿਹੜੇ ਕਿਹੜੇ ਨੇ, ਇਹਨਾਂ 'ਚੋਂ ਇੰਡੀਵਿਜ਼ੂਅਲ ਨੇ, ਠੀਕ ਹੈ। ਇਸ ਟੈਸਟ ਵਿੱਚ ਇੱਕ ਸਮੇਂ ਇੱਕ ਹੀ ਵਿਅਕਤੀ ਦੀ ਬੁੱਧੀ ਮਾਪੀ ਜਾਂਦੀ ਹੈ। ਸਿੰਪਲ ਜੀ ਗੱਲ ਹੈ, ਜਿਵੇਂ ਮਤਲਬ ਕੀ ਹੁੰਦਾ, ਜਿਵੇਂ ਟੀਚਰ ਹੈ, ਉਹਨੇ ਟੈਸਟ ਪਾਤਾ, ਠੀਕ ਹੈ, ਤਾਂ ਉਹ ਇਕੱਲੇ ਇਕੱਲੇ ਦੀਆਂ ਕਾਪੀਆਂ ਚੈੱਕ ਕਰਦਾ ਹੈ, ਇਕੱਲੇ ਇਕੱਲੇ ਨੂੰ ਪਰਖ ਰਿਹਾ ਹੈ। ਇਸੇ ਤਰ੍ਹਾਂ ਮਤਲਬ ਇਹਦੇ 'ਚ ਇਕੱਲੇ ਇਕੱਲੇ ਦੀ ਬੁੱਧੀ ਮਾਪੀ ਜਾਂਦੀ ਸੀ। ਅਸਧਾਰਨ ਅਤੇ ਮੰਦ ਬੁੱਧੀ ਵਾਲੇ ਬੱਚਿਆਂ ਦੀ ਬੁੱਧੀ ਇਸ ਪ੍ਰਕਾਰ ਦੀ ਪ੍ਰੀਖਿਆ ਨਾਲ ਮਾਪੀ ਜਾ ਸਕਦੀ ਸੀ। ਇਕੱਲੇ ਇਕੱਲੇ 'ਤੇ ਮਤਲਬ ਇਕੱਲੇ ਇਕੱਲੇ ਨੂੰ ਚੈੱਕ ਕੀਤਾ ਜਾਂਦਾ ਸੀ, ਪਰ ਇਹ 'ਤੇ ਫਿਰ ਟਾਈਮ ਵੀ ਜ਼ਿਆਦਾ ਲੱਗਦਾ ਸੀ। ਸਮਝ ਰਹੇ ਹੋ ਵੀ ਇਕੱਲੇ ਇਕੱਲੇ ਧਿਆਨ ਦਿੱਤਾ ਜਾਊਗਾ, ਪਰ ਮਤਲਬ ਬੁੱਧੀ ਤਾਂ ਚੰਗੀ ਤਰ੍ਹਾਂ ਮਾਪੀ ਜਾਊਗੀ, ਪਰ ਟਾਈਮ ਲੱਗੂਗਾ, ਠੀਕ ਹੈ। ਮਤਲਬ ਜਿਵੇਂ ਹਰੇਕ ਚੀਜ਼ ਦਾ ਕੀ ਹੈ, ਗੁਣ ਹੈ ਅਤੇ ਨਾਲ ਉਹਦੀ ਕਮੀ ਵੀ ਹੁੰਦੀ ਹੈ, ਠੀਕ ਹੈ। ਤਾਂ ਸਟੈਨਫੋਰਡ ਬਿਨੀ ਟੈਸਟ ਜਿਹੜਾ ਉਹ ਕੀ ਹੈ, ਵਿਅਕਤੀਗਤ ਬੁੱਧੀ ਟੈਸਟ ਹੈ। ਹੁਣ ਇਹ ਤੁਹਾਡੇ ਸਾਰੇ ਹੈ ਜੀ, ਇਹਨੂੰ ਤੁਸੀਂ ਹੁਣ ਮਤਲਬ ਆਪਦੇ ਅਕੋਰਡਿੰਗ ਢਾਲ ਲਓਗੇ। ਜਿਵੇਂ ਹੁਣ ਮੈਂ ਸਟੈਨਫੋਰਡ ਦੀ ਗੱਲ ਕਰ ਗਿਆ, ਸਟੈਨਫੋਰਡ ਮੈਂ ਤੁਹਾਨੂੰ ਉੱਪਰ ਵੀ ਦੇਖੋ ਜ਼ਿਕਰ ਕੀਤਾ ਸੀ ਇਹਦਾ, ਦੇਖੋ ਸਟੈਨਫੋਰਡ ਨੂੰ ਮੈਂ ਸ਼ਾਬਦਿਕ 'ਚ ਵੀ ਗਿਣਿਆ ਸੀ, ਠੀਕ ਹੈ, ਜਾਣੀ ਕਿ ਵਰਬਲ ਇੰਟੈਲੀਜੈਂਸ ਟੈਸਟ 'ਚ ਵੀ ਗਿਣੇ ਹੈ। ਤਾਂ ਮੈਂ ਤੁਹਾਨੂੰ ਇਹਨੂੰ ਇੱਥੇ ਵੀ ਗਿਣਿਆ ਰਿਹਾ ਇੰਡੀਵਿਜ਼ੂਅਲ 'ਚ, ਠੀਕ ਹੈ, ਇੰਡੀਵਿਜ਼ੂਅਲ 'ਚ। ਹੁਣ ਪੇਪਰ 'ਚ ਇਹਨਾਂ ਨੇ ਕਿਵੇਂ ਪੁੱਛਿਆ ਸੀ ਵੀ ਕਿਹੜਾ ਸਟੈਨਫੋਰਡ ਬਿਨੀ ਟੈਸਟ ਉਹ ਕੀ ਹੈ, ਇੰਡੀਵਿਜ਼ੂਅਲ ਵੀ ਹੈ, ਅਤੇ ਆਪਾਂ ਨੇ ਪਿੱਛੇ ਕੀ ਪੜ੍ਹ ਚੁੱਕੇ ਹਾਂ ਵੀ ਇਹ ਸ਼ਾਬਦਿਕ ਵੀ ਹੈ, ਠੀਕ ਹੈ। ਉਹ ਚੀਜ਼ਾਂ ਨੂੰ ਕੰਬਾਈਨ ਤੁਸੀਂ ਕਰੋਗੇ, ਹੁਣ ਤੁਹਾਡਾ ਵੀ ਇਹ ਮਾਈਂਡ ਸੈੱਟ ਬਣਨਾ ਚਾਹੀਦਾ ਇੱਦਾਂ, ਠੀਕ ਹੈ। ਤਾਂ ਨੈਕਸਟ ਇੱਕ ਗੱਲ ਹੋਰ ਕਰਦੇ ਆਪਾਂ, ਦੇਖੋ ਬੈਚਲਰ ਅਡਲਟ ਇੰਟੈਲੀਜੈਂਸ ਟੈਸਟ ਅਤੇ ਸਟੈਨਫੋਰਡ ਬਿਨੀ ਟੈਸਟ ਦੋਨੇ ਕੀ ਨੇ, ਵਿਅਕਤੀਗਤ ਬੁੱਧੀ ਟੈਸਟ ਨੇ, ਠੀਕ ਹੈ। ਅਤੇ ਜਿਹੜਾ ਇਨ ਸ਼ਾਰਟ 'ਚ ਇੱਦਾਂ ਵੀ ਲਿਖ ਦਿੰਦੇ ਆਪਾਂ, ਪਹਿਲਾਂ ਵੀ ਦੱਸ ਚੁੱਕੇ ਹਾਂ, ਠੀਕ ਹੈ। ਤਾਂ WAIS ਇਹ ਟੈਸਟ ਵੀ ਇੱਦਾਂ ਲਿਖ ਦਿੱਤਾ ਜਾਂਦਾ, ਇਹਨੂੰ ਧਿਆਨ 'ਚ ਰੱਖਿਓ। ਜਿਹੜਾ ਬੈਚਲਰ ਸੀ ਇਹਨੇ ਦੋ ਤਰ੍ਹਾਂ ਦੇ ਸਕੇਲ ਤਿਆਰ ਕੀਤੇ ਸੀ, ਠੀਕ ਹੈ, ਦੋ ਤਰ੍ਹਾਂ ਦੇ ਟੈਸਟ ਤਿਆਰ ਕੀਤੇ ਸੀ। ਇੱਕ ਤਾਂ ਬੱਚਿਆਂ ਲਈ ਸੀ ਜੋ 1939 'ਚ ਤਿਆਰ ਕੀਤਾ ਇਹਨੇ, ਅਤੇ ਇੱਕ ਵੱਡਿਆਂ ਲਈ ਬਾਲਗਾਂ ਦੇ ਲਈ 1955 ਦੇ ਵਿੱਚ। ਦੇਖੋ ਆਪਾਂ ਇੱਥੇ ਗੱਲ ਕੀਤੀ ਸੀ ਅਡਲਟ ਇੰਟੈਲੀਜੈਂਸ ਸਕੇਲ ਦੀ, ਤਾਂ ਇਹ ਕੀ ਸੀ, ਵੱਡਿਆਂ ਦੇ ਲਈ ਸੀ, ਬਾਲਗਾਂ ਦੇ ਲਈ ਸੀ, ਠੀਕ ਹੈ, 1955 ਦੇ ਵਿੱਚ ਇਹ ਤਿਆਰ ਕੀਤਾ। ਤਾਂ ਇਸ ਤਰੀਕੇ ਨਾਲ ਤੀਸਰੀ ਕਿਸਮ ਆਪਾਂ ਨੇ ਸਮਝ ਲਈ। ਹੁਣ ਚੌਥੀ ਕਿਸਮ ਸਮਝੋ, ਇੱਥੇ ਗੱਲ ਆ ਗਈ ਹੁਣ ਗਰੁੱਪ ਇੰਟੈਲੀਜੈਂਸ ਦੀ, ਠੀਕ ਹੈ, ਯਾਨੀ ਕਿ ਸਮੂਹਿਕ ਬੁੱਧੀ ਟੈਸਟ ਦੀ। ਤਾਂ ਹੁਣ ਇਹਦੇ ਵਿੱਚ ਕੀ ਸੀ ਕਿ ਇਸ ਟੈਸਟ ਵਿੱਚ ਇੱਕ ਸਮੇਂ ਕਈ ਵਿਅਕਤੀਆਂ ਦੀ ਬੁੱਧੀ ਮਾਪੀ ਜਾ ਸਕਦੀ ਸੀ। ਮਤਲਬ ਕੋਈ ਟੀਚਰ ਨੇ ਸਵਾਲ ਪੁੱਛ ਲਿਆ ਕਲਾਸ ਦੇ ਵਿੱਚ ਨੋਰਮਲੀ ਇਹ ਖੜ੍ਹ ਕੇ ਆ ਕੇ, ਤਾਂ ਉਹ ਸਵਾਲ ਨੂੰ ਸਾਰੇ ਸੁਣਨਗੇ, ਸਾਰੇ ਜਵਾਬ ਦੇਣਗੇ ਨਾਲ ਦੀ ਨਾਲ। ਤਾਂ ਟੀਚਰ ਨੇ ਇੱਕਦਮ ਕੀ ਕਰ ਲਿਆ, ਸਾਰਿਆਂ ਨੂੰ ਦੇਖ ਲਿਆ, ਪਰਖ ਲਿਆ। ਤਾਂ ਕਾਪੀ ਚੈੱਕ ਕਰਨ ਵਾਲੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ ਵੀ ਉੱਥੇ ਇਕੱਲੇ ਇਕੱਲੇ ਦੀ ਕਾਪੀ ਚੈੱਕ ਹੋਊਗੀ, ਅਤੇ ਇਹਦੇ 'ਚ ਕੀ ਹੈ, ਜਦੋਂ ਉਹ ਸਾਰੇ ਬੋਲ ਕੇ ਦੱਸ ਦੇਣਗੇ ਤਾਂ ਸਾਰਿਆਂ ਦੀ ਨੌਲੇਜ ਪਰਖੀ ਗਈ, ਸਮਝ ਗਈ। ਤਾਂ ਇੱਦਾਂ, ਤਾਂ ਇਹਦੇ 'ਚ ਗਰੁੱਪ ਦੇ ਵਿੱਚ ਜਿਹੜੀ ਉਹਨਾਂ ਦਾ ਬੁੱਧੀ ਦਾ ਮਾਪਣ ਸੀ ਉਹ ਕੀਤਾ ਜਾਂਦਾ ਸੀ। ਹੁਣ ਆਰਮੀ ਸੀ, ਆਰਮੀ ਦੇ ਵਿੱਚ ਉਹਨਾਂ ਦੀ ਬੁੱਧੀ ਮਾਪਣੀ ਹੈ। ਤਾਂ ਹੁਣ ਆਰਮੀ ਦੇ ਵਿੱਚ ਤਾਂ ਬਹੁਤ ਸੈਨਿਕ ਹੁੰਦੇ ਨੇ, ਤਾਂ ਉੱਥੇ ਇਹ ਤਰੀਕਾ ਵਰਤਿਆ ਜਾਂਦਾ ਸੀ, ਕਿਹੜਾ, ਗਰੁੱਪ ਟੈਸਟ ਵਾਲਾ, ਠੀਕ ਹੈ, ਗਰੁੱਪ ਇੰਟੈਲੀਜੈਂਸ ਟੈਸਟ। ਤਾਂ ਇਹਦੀਆਂ ਐਗਜ਼ਾਮਪਲਾਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ, ਇੱਕ ਤਾਂ ਆਰਮੀ ਅਲਫਾ ਟੈਸਟ। ਤਾਂ ਆਰਮੀ ਅਲਫਾ ਟੈਸਟ ਸੀ ਜਿਹੜਾ, ਇਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਜਾਣ ਲਓ, ਠੀਕ ਹੈ। ਪਹਿਲਾਂ ਦੇਖੋ ਇਹਦੀਆਂ ਐਗਜ਼ਾਮਪਲਾਂ ਕਿਹੜੀਆਂ ਕਿਹੜੀਆਂ ਨੇ, ਆਰਮੀ ਅਲਫਾ ਅਤੇ ਆਰਮੀ ਬੀਟਾ, ਠੀਕ ਹੈ। ਹੁਣ ਆਰਮੀ ਅਲਫਾ ਨੂੰ ਵੀ ਸਮਝ ਲਓ, ਆਰਮੀ ਅਲਫਾ ਨੂੰ ਵੀ ਸਮਝ ਲਓ, ਇਹ ਤੋਂ ਵੀ ਕੁਐਸਚਨ ਬਣ ਸਕਦਾ ਹੈ। ਆਰਮੀ ਅਲਫਾ ਕੀ ਇੱਕ ਸ਼ਾਬਦਿਕ ਟੈਸਟ ਹੈ, ਪੜ੍ਹੇ ਲਿਖਿਆਂ ਦੇ ਲਈ ਵਰਤਿਆ ਜਾਂਦਾ ਹੈ, ਅਤੇ ਥੋਰਨਡਾਈਕ ਨੇ ਦਿੱਤਾ ਸੀ। ਥੋਰਨਡਾਈਕ ਨਹੀਂ ਪੈਂਦਾ ਛੱਡਦਾ ਅੱਜ, ਇਹ ਸ਼ੁਰੂ ਤੋਂ ਹੀ ਲੱਗ ਗਿਆ ਸੀ ਆਪਾਂ ਨੂੰ ਕੁਛ ਨਾ ਕੁਛ ਦੱਸਣ, ਹਾਲੇ ਤੱਕ ਦੱਸੀ ਜਾਂਦਾ। ਅਤੇ ਉਸ ਤੋਂ ਬਾਅਦ ਬੀਟਾ, ਫਿਰ ਇਹ ਦੇਖੋ ਇਹ ਸ਼ਾਬਦਿਕ ਸੀ, ਇਹ ਗੈਰ ਸ਼ਾਬਦਿਕ, ਬੀਟਾ ਗੈਰ ਸ਼ਾਬਦਿਕ। ਹੁਣ ਦੇਖੋ ਮੈਂ ਤੁਹਾਨੂੰ ਤਰੀਕਾ ਦੱਸਦਾ ਯਾਦ ਕਰਨ ਦਾ, ਆਰਮੀ ਅਲਫਾ ਸ਼ਾਬਦਿਕ ਹੈ, ਇਹਨੂੰ ਯਾਦ ਕਰ ਲਓ। ਹੁਣ ਬੀਟਾ ਬਿਨਾ ਸ਼ਬਦ, ਬੀਟਾ ਬਿਨਾ ਸ਼ਬਦ ਮਤਲਬ ਗੈਰ ਸ਼ਾਬਦਿਕ, ਠੀਕ ਹੈ, ਬਿਨਾ, ਬੱਬੇ 'ਤੇ ਬੀਟਾ, ਬੱਬੇ 'ਤੇ ਬਿਨਾ ਸ਼ਬਦ, ਠੀਕ ਹੈ। ਤਾਂ ਇਹ ਕੀ ਹੈ, ਬਿਨਾਂ ਸ਼ਬਦਾਂ ਤੋਂ ਸੀ, ਮਤਲਬ ਕੀ ਕਹਿ ਸਕਦੇ ਹਾਂ, ਗੈਰ ਸ਼ਾਬਦਿਕ ਸੀ। ਅਨਪੜ੍ਹ ਅਤੇ ਵਿਦੇਸ਼ਾਂ ਵਿੱਚ ਜਨਮਿਆਂ ਲਈ ਵਰਤਿਆ ਜਾਂਦਾ ਸੀ। ਹੁਣ ਇਹ ਪੜ੍ਹਿਆਂ ਲਿਖਿਆਂ ਲਈ ਸੀ, ਕਿਉਂਕਿ ਇਹ ਸ਼ਾਬਦਿਕ ਸੀ, ਜਿਹੜੇ ਸ਼ਬਦਾਂ ਨੂੰ ਸਮਝਣਾ, ਸਮਝ ਗਏ। ਤਾਂ ਇਹ ਵੀ ਥੋਰਨਡਾਈਕ ਨੇ ਦਿੱਤਾ ਸੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਇੰਪੋਰਟੈਂਟ ਚੀਜ਼ਾਂ ਸੀ, ਇਹਨਾਂ ਨੂੰ ਆਪਾਂ ਨੇ ਸਮਝ ਲਿਆ। ਨੈਕਸਟ ਆਪਾਂ ਹੁਣ ਗੱਲ ਕਰਦੇ ਹਾਂ, ਆਪਾਂ ਮਹੱਤਵਪੂਰਨ ਵਰਗੀਕਰਨ ਸਮਝਦੇ ਹਾਂ, ਠੀਕ ਹੈ। ਮਤਲਬ ਕੁਝ ਨਵੇਂ ਟੈਸਟ ਵੀ ਰਿਵਾਈਜ਼ ਹੋ ਜਾਣਗੇ, ਕੁਝ ਜੋ ਆਪਾਂ ਡਿਸਕਸ ਕੀਤੇ ਨੇ ਉਹਨਾਂ ਨੂੰ ਵੀ ਕਵਰ ਅਪ ਵਜ੍ਹਾ ਹੋ ਜਾਊਗਾ, ਸਮ ਅਪ ਹੋ ਜਾਣਗੇ। ਤਾਂ ਮਹੱਤਵਪੂਰਨ ਟੈਸਟਾਂ ਦਾ ਵਰਗੀਕਰਨ ਕੁਝ ਇਸ ਤਰੀਕੇ ਨਾਲ ਹੈ, ਠੀਕ ਹੈ ਜੀ। ਸ਼ਾਬਦਿਕ ਸਮੂਹਿਕ ਟੈਸਟ, ਯਾਨੀ ਕਿ ਵਰਬਲ ਗਰੁੱਪ, ਠੀਕ ਹੈ। ਹੁਣ ਦੇਖੋ ਇੱਥੇ ਮੈਂ ਕੰਬਾਈਨ ਕੀਤਾ ਉਹ ਚੀਜ਼ ਨੂੰ, ਸ਼ਾਬਦਿਕ ਅਤੇ ਸਮੂਹਿਕ, ਮਤਲਬ ਗਰੁੱਪ ਵਾਲੀ ਕੈਟਾਗਰੀ 'ਚ ਵੀ ਆ ਗਿਆ ਉਹ, ਅਤੇ ਸ਼ਬਦ ਵਾਲੀ 'ਚ ਵੀ ਆ ਗਿਆ, ਠੀਕ ਹੈ। ਵਰਬਲ ਗਰੁੱਪ ਕਹਾਂਗੇ ਇਹਨੂੰ। ਇਹ 'ਚ ਆਰਮੀ ਅਲਫਾ ਆ ਗਿਆ, ਆਰਮੀ ਜਨਰਲ ਕਲਾਸੀਫਿਕੇਸ਼ਨ ਟੈਸਟ ਆ ਗਿਆ, ਟਰਮਨ ਗਰੁੱਪ ਟੈਸਟ ਆਫ ਮੈਂਟਲ ਐਬਿਲਿਟੀ ਆ ਗਿਆ, ਅਤੇ ਨੈਕਸਟ ਆਪਾਂ ਓਟਿਸ ਕਿਊਕ ਸਕੋਰਿੰਗ ਮੈਂਟਲ ਐਬਿਲਿਟੀ ਟੈਸਟ ਆ ਗਿਆ। ਤਾਂ ਇਹ ਚਾਰ ਨੇ ਜਿਹੜੇ ਇਹ ਕੀ ਨੇ ਜੀ, ਵਰਬਲ ਗਰੁੱਪ ਨੇ,
ਗਰੁੱਪ ਵਾਲੀ ਕੈਟਾਗਰੀ 'ਚ ਵੀ ਆ ਗਏ ਅਤੇ ਵਰਬਲ ਵਾਲੀ 'ਚ ਵੀ ਆ ਗਏ। ਨੈਕਸਟ ਆਪਾਂ ਗੱਲ ਕਰਦੇ ਹਾਂ ਗੈਰ ਸ਼ਾਬਦਿਕ ਜਾਂ ਕਹਿ ਲਓ ਨੋਨ ਵਰਬਲ ਗਰੁੱਪ। ਇਹਦੇ 'ਚ ਆਰਮੀ ਬੀਟਾ ਟੈਸਟ ਆ ਗਿਆ, ਠੀਕ ਹੈ, ਰਵੇਨ ਪ੍ਰੋਗਰੈਸਿਵ ਮੈਟ੍ਰਿਸ ਟੈਸਟ ਆ ਗਿਆ ਅਤੇ ਕੈਟਲਜ਼ ਕਲਚਰ ਫਰੀ ਟੈਸਟ ਆ ਗਿਆ, ਠੀਕ ਹੈ। ਤਾਂ ਇਹਨਾਂ ਨੂੰ ਯਾਦ ਤੁਸੀਂ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ, ਹੁਣ ਤੱਕ ਆਪਾਂ ਜਿਹੜੀ ਗੱਲ ਕੀਤੀ ਹੈ, ਜਿਹੜੇ ਵੀ ਟੈਸਟਾਂ ਦੀ ਗੱਲ ਕੀਤੀ ਉਹ ਓਵਰਆਲ ਪੂਰੀ ਦੁਨੀਆ ਵਿੱਚ ਸੀ। ਪੂਰੀ ਦੁਨੀਆ ਦੇ ਲੋਕਾਂ ਨੇ, ਕਿਸੇ ਨੇ ਵੀ ਪੈਰਿਸ ਵਾਲਿਆਂ ਨੇ ਬਣਾਤੇ, ਕਿੰਨਾ ਨੇ ਬਣਾਤੇ, ਉਹ ਬਣ ਗਏ ਪੂਰੀ ਦੁਨੀਆ 'ਚ। ਪਰ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ, ਠੀਕ ਹੈ। ਭਾਰਤ ਦੇ ਵਿੱਚ ਕਿਵੇਂ ਫਿਰ IQ ਦਾ ਕੀ ਮਸਲਾ ਹੈ, ਤਾਂ ਭਾਰਤ ਦੇ ਵਿੱਚ ਆਪਾਂ ਸਮਝਾਂਗੇ। ਮਹੱਤਵਪੂਰਨ ਟੈਸਟਾਂ ਦਾ ਵਰਗੀਕਰਨ ਭਾਰਤ ਵਿੱਚ ਸਭ ਤੋਂ ਪਹਿਲਾਂ ਹਰਬਰਟ ਰਾਈਸ ਸੀ। ਇਹ 1924 ਵਿੱਚ ਪਹਿਲੀ ਵਾਰ ਭਾਰਤੀਆਂ ਦੇ ਲਈ ਇੱਕ ਮਾਨਸਿਕ ਟੈਸਟ ਤਿਆਰ ਕੀਤਾ ਸੀ। ਤਾਂ ਇਹਨੇ ਵੀ ਕੀ ਕੀਤਾ ਸੀ, ਸੁਣੋ, ਭਾਰਤ ਵਾਲਿਆਂ ਨੇ ਵੀ ਦੇਖੋ ਵੀ ਇਹ ਮਾਣਜ ਵਾਲੀ ਗੱਲ ਹੈ। ਭਾਰਤ ਵਾਲਿਆਂ ਨੇ ਫਿਰ ਉਹ 'ਤੇ ਕੰਮ ਤਾਂ ਕੀਤਾ ਨਾ, ਅੱਗੇ ਫਿਰ ਪੰਜਾਬ ਵਾਲੇ ਵੀ ਕਰਨਗੇ, ਉਹ ਵੀ ਆਪਾਂ ਅੱਗੇ ਵਧਾਂਗੇ, ਠੀਕ ਹੈ। ਤਾਂ ਉਹਨਾਂ ਨੇ ਬਿਨੇ ਟੈਸਟ ਨੂੰ, ਉਹੀ ਹੈ ਉਹ ਬਿਨੇ ਟੈਸਟ ਉਹੀ ਹੈ ਪਹਿਲਾ ਟੈਸਟ ਜਿਹੜਾ ਆਪਾਂ ਨੇ ਪੜ੍ਹਿਆ ਸੀ, ਠੀਕ ਹੈ। ਤਾਂ ਬਿਨੇ ਟੈਸਟ ਨੂੰ ਇਹਨਾਂ ਨੇ ਕੀ ਕੀਤਾ, ਭਾਰਤੀ ਰੂਪ 'ਚ ਤਿਆਰ ਕਰ ਲਿਆ। ਭਾਰਤੀ ਰੂਪ 'ਚ ਤਿਆਰ ਕਰਨ ਦਾ ਮਤਲਬ ਇਹ ਸੀ ਕਿ ਮਰਾਠੀ ਵਾਲਿਆਂ ਨੇ ਮਰਾਠੀ ਭਾਸ਼ਾ 'ਚ ਇਹਨੂੰ ਬਣਾ ਲਿਆ, ਅਨੁਵਾਦ ਕਰ ਲਿਆ, ਪੰਜਾਬੀ ਵਾਲਿਆਂ ਨੇ ਪੰਜਾਬੀ 'ਚ, ਕੰਨੜ ਵਾਲਿਆਂ ਨੇ ਕੰਨੜ ਭਾਸ਼ਾ 'ਚ। ਤਾਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਭਾਰਤ ਵਾਲਿਆਂ ਨੇ ਕੀ ਕਰ ਲਿਆ, ਇਹਨੂੰ ਮੋਡੀਫਾਈ ਕਰ ਲਿਆ। ਪਰ ਸਭ ਤੋਂ ਪਹਿਲਾਂ ਇਹ 'ਤੇ ਕੰਮ ਭਾਰਤ 'ਚ ਕਿਸ ਨੇ ਕੀਤਾ ਸੀ, ਹਰਬਰਟ ਰਾਈਸ ਨੇ, ਠੀਕ ਹੈ। ਹਰਬਰਟ ਰਾਈਸ ਨੇ ਕੀ ਕੀਤਾ ਸੀ, 1924 ਦੇ ਵਿੱਚ ਪਹਿਲਾ ਆਪਾਂ ਬੁੱਧੀ ਟੈਸਟ ਕਹਿ ਸਕਦੇ ਵੀ ਉਹਨੇ ਤਿਆਰ ਕੀਤਾ ਸੀ, ਠੀਕ ਹੈ। ਤਾਂ ਭਾਰਤੀਆਂ ਦੀ ਮਾਨਸਿਕ ਟੈਸਟ, ਮਤਲਬ ਭਾਰਤੀਆਂ ਦੇ ਮਨ ਨੂੰ ਨਾਪਣ ਦੇ ਲਈ, ਠੀਕ ਹੈ। ਤਾਂ ਇਹਨੇ ਕੀ ਕੀਤਾ ਸੀ, 26 ਸ਼ਾਬਦਿਕ ਅਤੇ 9 ਗੈਰ ਸ਼ਾਬਦਿਕ ਮੱਧ ਸੀ ਜਿਹੜੇ ਇਸ ਵਿੱਚ ਸ਼ਾਮਲ ਕੀਤੇ ਸੀ। ਜਿਹੜਾ ਇਹਨੇ ਪਹਿਲਾ ਟੈਸਟ ਕਹਿ ਸਕਦੇ ਹਾਂ ਹਰਬਰਟ ਰਾਈਸ ਨੇ ਤਿਆਰ ਕੀਤਾ ਸੀ, ਠੀਕ ਹੈ। ਕਿਵੇਂ ਤਿਆਰ ਕੀਤਾ ਸੀ, ਅਤੇ ਜਿਹੜਾ ਬਿਨੇ ਵਾਲਾ ਟੈਸਟ ਸੀ ਉਹਨੂੰ ਦਾ ਰੂਪ ਹੀ ਇਹਨੇ ਬਦਲਿਆ ਸੀ, ਠੀਕ ਹੈ। ਅਤੇ ਹੁਣ ਗੱਲ ਆ ਗਈ ਪੰਜਾਬ ਦੀ। ਪੰਜਾਬ ਦੇ ਪ੍ਰਸਿੱਧ ਮਨੋਵਿਗਿਆਨੀ ਡਾਕਟਰ ਜਲੋਟਾ ਵੀ ਆ ਗਿਆ। ਤਾਂ ਡਾਕਟਰ ਜਲੋਟਾ ਨੇ ਇੱਕ ਸਮੂਹਿਕ ਸ਼ਾਬਦਿਕ ਟੈਸਟ ਤਿਆਰ ਕੀਤਾ ਜਿਸ ਨੂੰ ਸੈਕੰਡਰੀ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਵਰਤਿਆ ਜਾ ਸਕਦਾ ਸੀ, ਮਤਲਬ ਕਿ ਵੱਡੇ ਬੱਚਿਆਂ ਦੇ ਲਈ ਵਰਤਿਆ ਜਾ ਸਕਦਾ ਸੀ, ਠੀਕ ਹੈ। ਤਾਂ ਪੰਜਾਬ ਦਾ ਇਹ ਮਨੋਵਿਗਿਆਨੀ ਸੀ ਜਲੋਟਾ। ਤਾਂ ਇਹਨੇ ਵੀ ਦੇਖੋ ਹੁਣ IQ 'ਤੇ ਉਹਤੀ ਹੈ ਨਾ, ਇੰਟੈਲੀਜੈਂਸ ਟੈਸਟ 'ਤੇ ਕੰਮ ਕੀਤਾ ਹੈ। ਨੈਕਸਟ ਗੱਲ ਆ ਗਈ ਪੰਜਾਬ ਵਾਲਿਆਂ ਦੀ। ਫਿਰ ਹੁਣ ਜਦੋਂ ਪੂਰੀ ਦੁਨੀਆ ਹੀ ਲੱਗ ਰਹੀ ਸੀ ਇਹ ਕੰਮ, ਤਾਂ ਆਪਾਂ ਪੰਜਾਬ ਵਾਲੇ ਕਿਵੇਂ ਪਿੱਛੇ ਹਟ ਜਾਂਦੇ। ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਵਿੱਚ ਡਾਕਟਰ PS ਹੁੰਦਲ, ਤਾਂ ਪੰਜਾਬੀ 'ਚ ਕਿਹਨੇ ਤਿਆਰ ਕੀਤਾ ਸੀ, PS ਹੁੰਦਲ ਨੇ। ਤਾਂ PS ਹੁੰਦਲ ਨੇ ਸਧਾਰਨ ਮਾਨਸਿਕ ਯੋਗਤਾ ਪਰਖ ਯਾਨੀ ਕਿ ਜਨਰਲ ਮੈਂਟਲ ਐਬਿਲਿਟੀ ਟੈਸਟ ਪੰਜਾਬੀ ਵਿੱਚ ਤਿਆਰ ਕੀਤਾ। ਫਿਰ ਪੰਜਾਬੀ ਵਾਲਿਆਂ ਪਿੱਛੇ ਕਿਉਂ ਹਟ ਜਾਂਦੇ ਅਸੀਂ, ਠੀਕ ਹੈ, ਜੋ ਪੰਜਾਬੀ ਬੋਲਣ ਵਾਲੇ ਬੱਚਿਆਂ ਦੀ ਬੁੱਧੀ ਪਰਖ ਲਈ ਬਣਾਇਆ ਗਿਆ ਸੀ, ਠੀਕ ਹੈ। ਤਾਂ ਪੰਜਾਬੀ ਵਾਲਾ ਵੀ ਦੱਸਤਾ, ਭਾਰਤ ਵਾਲਾ ਵੀ ਦੱਸਤਾ, ਅਤੇ ਆਪਾਂ ਮਤਲਬ ਕਹਿ ਸਕਦੇ ਹਾਂ ਪੂਰਾ ਵਿਸ਼ਵ ਪੱਧਰ ਵਾਲਾ ਤਾਂ ਆਪਾਂ ਸਮਝ ਹੀ ਚੁੱਕੇ ਹਾਂ। ਬਿਨੇ ਨੇ ਤਿਆਰ ਕੀਤਾ ਸੀ, ਭਾਰਤ ਦੇ ਵਿੱਚ ਹਰਬਰਟ ਰਾਈਸ ਨੇ, ਪੂਰੇ ਭਾਰਤ ਦੀ ਗੱਲ ਕਰਦੇ ਹਾਂ। ਜਦੋਂ ਪੰਜਾਬ ਦੀ ਗੱਲ ਕਰਾਂਗੇ ਤਾਂ ਆਪਾਂ ਪਹਿਲੀ ਵਾਰ PS ਹੁੰਦਲ ਨੇ ਇਹਦੇ ਉੱਤੇ ਕੰਮ ਕੀਤਾ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਜਦੋਂ ਹੁਣ ਇਹ ਚੀਜ਼ ਟਰੈਂਡ 'ਚ ਚੱਲੇ ਰਹੀ ਸੀ ਤਾਂ ਫਿਰ NCERT ਨੇ ਕੀ ਕਰਤਾ, ਫਸਟ ਮੈਂਟਲ ਮੇਜਰਮੈਂਟ ਹੈਂਡਬੁੱਕ ਦੇ ਵਿੱਚ ਇਸ ਦਾ ਜ਼ਿਕਰ ਕਰਤਾ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਸੀ, ਭਾਰਤ ਵਿੱਚ ਹੁਣ ਤੱਕ ਤਿਆਰ ਹੋਏ ਬੁੱਧੀ ਟੈਸਟਾਂ ਦੀ ਸੂਚੀ ਇਸ ਵਿੱਚ ਜਾਰੀ ਕੀਤੀ ਗਈ ਸੀ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਸਭ ਚੀਜ਼ਾਂ ਨੂੰ ਪੂਰਾ ਡਿਟੇਲ ਦੇ ਵਿੱਚ ਸਮਝ ਲਿਆ ਹੈ। ਪਰ ਲਾਸਟ ਵਿੱਚ ਆਪਾਂ ਇੱਕ ਵਰਗੀਕਰਨ ਹੋਰ ਕਰਦੇ ਹਾਂ। ਇਸ ਵਰਗੀਕਰਨ ਦੇ ਅਕੋਰਡਿੰਗ ਦੇਖੋ, ਪਹਿਲਾਂ ਜਿਹੜੇ ਆਪਾਂ ਸਮਝ ਚੁੱਕੇ ਨਾ ਵਰਬਲ ਇੰਡੀਵਿਜ਼ੂਅਲ ਵਰਬਲ ਗਰੁੱਪ, ਜਿਹੜਾ ਆਪਾਂ ਨੇ ਮਹੱਤਵਪੂਰਨ ਵਰਗੀਕਰਨ ਸਮਝੇ, ਉਹ ਪੂਰਾ ਵਿਸ਼ਵ ਪੱਧਰ ਦਾ ਸੀ। ਹੁਣ ਆਪਾਂ ਗੱਲ ਕਰ ਰਹੇ ਹਾਂ ਇੰਡੀਆ ਪੱਧਰ ਦੀ, ਠੀਕ ਹੈ। ਤਾਂ ਇੰਡੀਆ ਦੇ ਵਿੱਚ ਸ਼ਾਬਦਿਕ ਵਿਅਕਤੀਗਤ ਟੈਸਟ ਦੇ ਵਿੱਚ ਰਾਈਸ ਹਿੰਦੁਸਤਾਨੀ ਟੈਸਟ, ਉਹੀ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ 1924 'ਚ, ਦੇਖੋ ਇਹ ਜਿਹੜਾ ਆਪਾਂ ਇੱਥੇ ਗੱਲ ਕੀਤੀ ਇਹ 1924 'ਚ ਇਹ, ਠੀਕ ਹੈ, 1924 ਦੇ ਵਿੱਚ ਪਹਿਲੀ ਵਾਰ ਤਿਆਰ ਹੋਇਆ। ਇਹਦਾ ਨਾਂ ਕੀ ਸੀ, ਰਾਈਸਜ ਹਿੰਦੁਸਤਾਨੀ ਟੈਸਟ, ਠੀਕ ਹੈ। ਅਤੇ ਇਸ ਤੋਂ ਬਾਅਦ ਨੰਬਰ 2 ਆਪਾਂ ਗੱਲ ਕਰਦੇ ਹਾਂ ਕਾਮਤ ਦਾ ਆਯੂ ਸਕੇਲ ਦੁਹਰਾਈ ਟੈਸਟ, ਠੀਕ ਹੈ, ਸਟੈਨਫੋਰਡ ਹਿੰਦੁਸਤਾਨੀ ਦੁਹਰਾਈ ਟੈਸਟ। ਇਹ ਇੰਡੀਆ ਦੇ ਵਿੱਚ ਸੀ, ਮਤਲਬ ਇਹਨਾਂ ਨੂੰ ਇੱਦਾਂ ਧਿਆਨ 'ਚ ਰੱਖਿਓ ਵੀ ਇਹ ਕਿਹਨੇ ਵਰਬਲ ਇੰਡੀਵਿਜ਼ੂਅਲ ਟੈਸਟ ਨੇ, ਮਤਲਬ ਸ਼ਾਬਦਿਕ ਵੀ ਨੇ ਅਤੇ ਵਿਅਕਤੀਗਤ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਗੈਰ ਸ਼ਾਬਦਿਕ, ਕਿਹੜੇ ਨੇ ਇਹ, ਗੈਰ ਸ਼ਾਬਦਿਕ ਪਰ ਵਿਅਕਤੀਗਤ ਯਾਨੀ ਕਿ ਨੋਨ ਵਰਬਲ ਇੰਡੀਵਿਜ਼ੂਅਲ ਟੈਸਟ, ਠੀਕ ਹੈ ਜੀ। ਤਾਂ ਡਾਕਟਰ ਭਾਟੀਆ ਦੀ ਨਿਸ਼ਪਾਦਨ ਟੈਸਟ ਦੀ ਮਾਲਾ, ਠੀਕ ਹੈ, ਇਹ ਧਿਆਨ 'ਚ ਰੱਖਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇਹ ਅੱਗੇ 5 ਉਪ ਟੈਸਟ ਦੇ ਉੱਤੇ ਬੇਸਡ ਸੀ, ਠੀਕ ਹੈ। ਕੋਵਲਾਕ ਡਿਜ਼ਾਈਨ ਟੈਸਟ, ਅਲੈਗਜ਼ੈਂਡਰ ਪਾਸ ਅਲੋਂਗ ਟੈਸਟ,
ਤੇ ਇਸ ਤੋਂ ਬਿਨਾਂ ਪੈਟਰਨ ਡਰਾਇੰਗ ਟੈਸਟ, ਤਤਕਾਲ ਯਾਦਾਸ਼ਤ ਟੈਸਟ ਤੇ ਤਸਵੀਰ ਰਚਨਾ ਟੈਸਟ। ਚੀਜ਼ਾਂ ਯਾਦ ਕਰਨ ਵਾਲੀਆਂ ਨੇ, ਯਾਦ ਕਰਨੀਆਂ ਪੈਣਗੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਿ ਸ਼ਾਬਦਿਕ ਸਮੂਹਿਕ ਟੈਸਟ। ਚੀਜ਼ਾਂ ਚੇਂਜ ਹੋ ਰਹੀਆਂ ਨੇ, ਇਹ ਕੀ ਹੈ, ਵਰਬਲ ਗਰੁੱਪ ਟੈਸਟ ਹੈ। ਠੀਕ ਹੈ, ਤਾਂ ਇਹਦੇ ਵਿੱਚ ਝਾਅ ਦਾ ਸਮੂਹਿਕ ਟੈਸਟ ਆਉਂਦਾ ਹੈ, ਜਲੋਟਾ ਸਮੂਹਿਕ ਟੈਸਟ ਆਉਂਦਾ ਹੈ, ਜਲੋਟਾ ਤੇ ਟੰਡਨ ਦਾ ਸਮੂਹਿਕ ਟੈਸਟ ਆਉਂਦਾ ਹੈ, ਪ੍ਰਿਆਗ ਮਹਿਤਾ ਦਾ ਬੁੱਧੀ ਟੈਸਟ ਆਉਂਦਾ ਹੈ, ਹੁੰਦਲ ਬੁੱਧੀ ਟੈਸਟ ਉਹੀ ਆਪਾਂ ਜਿਹੜਾ ਪੰਜਾਬੀ 'ਚ ਕਿਹਾ ਸੀ ਪਹਿਲੀ ਵਾਰ ਤਿਆਰ ਕੀਤਾ ਸੀ। ਠੀਕ ਹੈ, ਅਤੇ ਇਸ ਤੋਂ ਬਾਅਦ ਇਲਾਹਾਬਾਦ ਦੀ ਮਨੋਵਿਗਿਆਨਿਕ ਬਿਊਰੋ ਦਾ ਬੁੱਧੀ ਟੈਸਟ। ਤਾਂ ਇਸ ਤਰੀਕੇ ਨਾਲ ਆਪਾਂ ਨੇ ਬੁੱਧੀ ਟੈਸਟਾਂ ਨੂੰ ਮਾਪ ਲਿਆ। ਅਤੇ ਅੱਜ ਬੁੱਧੀ ਹੁਣ ਤੁਹਾਡੀ ਵੀ ਪਰਖਾਂਗੇ ਪਿੰਡ 'ਤੇ। ਜਦੋਂ ਹੁਣ ਆਪਾਂ ਬੁੱਧੀ ਨੂੰ ਪੜ੍ਹ ਲਿਆ, ਬੁੱਧੀ ਦੇ ਸਿਧਾਂਤਾਂ ਨੂੰ ਪੜ੍ਹ ਲਿਆ, ਕਿਸਮਾਂ ਨੂੰ ਸਮਝ ਲਿਆ, ਬੁੱਧੀ ਦਾ ਸੰਕਲਪ ਕਿਵੇਂ ਦਿੱਤਾ ਸੀ ਉਹ ਸਮਝ ਲਿਆ, IQ ਨੂੰ ਸਮਝ ਲਿਆ, ਹੁਣ ਆਪਾਂ ਤੁਹਾਡੀ ਵੀ IQ ਪਰਖਾਂਗੇ, ਅੱਗੇ ਕੁਐਸਚਨ ਕਰਾਂਗੇ। ਠੀਕ ਹੈ, ਤਾਂ ਹੁਣ ਪ੍ਰੈਕਟਿਸ ਦਾ ਟਾਈਮ ਹੈ। ਤਾਂ ਨਾਲ ਦੀ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਦੇ ਹੀ ਚੱਲਿਓ। ਠੀਕ ਹੈ, ਸਵਾਲਾਂ ਦਾ, ਕਿਉਂਕਿ ਇਹ ਜੋ ਸਵਾਲ ਨੇ ਮੈਂ ਕਹਿੰਦਾ ਕੱਲਾ ਕੁਐਸਚਨ ਜਿਹੜਾ ਤੁਹਾਡਾ ਸੋਲਵ ਹੋਊਗਾ, ਕਿਉਂਕਿ ਆਪਾਂ ਟੌਪਿਕ ਨੂੰ ਡਿਟੇਲ ਦੇ ਵਿੱਚ ਹੀ ਇੰਨਾ ਸਮਝ ਚੁੱਕੇ ਹਾਂ। ਠੀਕ ਹੈ, ਤਾਂ ਇੱਕ ਵਾਰ ਮੈਂ ਆਨਸਰ ਤਾਂ ਦੱਸਾਂਗਾ, ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਬੇਸ 'ਤੇ ਕੁਐਸਚਨ ਨੂੰ ਸੋਲਵ ਕਰ ਲਿਆ ਕਰਿਓ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ ਜੀ। ਸਪੀਅਰਮੈਨ ਦੇ 2 ਫੈਕਟਰ ਸਿਧਾਂਤ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ S ਫੈਕਟਰ ਪਰਿਭਾਸ਼ਿਤ ਕਰਦਾ ਹੈ? ਇਹ ਜਿਹੇ ਕੁਐਸਚਨ ਹੈਰਾਨੀ ਹੁੰਦੀ ਯਾਰ, ਇੰਨੇ ਸੌਖੇ ਕੁਐਸਚਨ ਤੁਸੀਂ ਬਾਅਦ ਨੇ ਪੇਪਰਾਂ 'ਚ। ਸਪੈਸੀਫਿਕ ਫੈਕਟਰ ਕਿਹਦੀ ਥਿਊਰੀ ਇਹ? ਸਪੀਅਰਮੈਨ ਦੀ। ਤਾਂ ਡਾਇਰੈਕਟ ਸਵਾਲ ਆਇਆ ਕਿ ਨਹੀਂ, ਸਪੀਅਰਮੈਨ ਐਵੇਂ ਇੰਪੋਰਟੈਂਟ ਹੈ। ਨੈਕਸਟ ਗੱਲ ਆ ਗਈ, ਬੁੱਧੀ ਦੇ ਮਲਟੀ ਫੈਕਟਰ ਸਿਧਾਂਤ ਦਾ ਵਿਆਖਿਆਤਾ ਕੌਣ ਹੈ? ਹੁਣ ਸਮਝੋ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਮਲਟੀ ਫੈਕਟਰ ਅਲੱਗ ਚੀਜ਼ ਹੈ, ਮਲਟੀਪਲ ਇੰਟੈਲੀਜੈਂਸੀਅਲ ਥਿਊਰੀ ਅਲੱਗ ਚੀਜ਼ ਹੈ। ਠੀਕ ਹੈ, ਤਾਂ ਇੱਥੇ ਇਹਦੇ 'ਚ ਨੌਲੇਜ ਜਿਓ, ਪਰ ਉਹ ਤਾਂ ਇਹਨਾਂ ਨੇ ਆਪਸ਼ਨ ਹੀ ਵਧੀਆ ਪਾ ਰੱਖੀਆਂ ਨੇ, ਗਾਰਡਨਰ ਵਿੱਚ ਪਾਇਆ ਨਹੀਂ ਬਹੁਤੇ ਡੁੱਬ ਜਾਣੇ ਸੀ ਇੱਥੇ, ਹੈ ਨਾ। ਤਾਂ ਥੋਰਨਡਾਈਕ ਇਹ ਕਿਸ ਚੀਜ਼ ਦੀ ਗੱਲ ਕਰਦਾ ਸੀ? ਮਲਟੀ ਫੈਕਟਰ ਦੀ ਗੱਲ ਕਰਦਾ ਸੀ। ਠੀਕ ਹੈ, ਤਾਂ ਮਲਟੀ ਫੈਕਟਰ ਜਿਹੜੀ ਉਹ ਥਿਊਰੀ ਇਸੇ ਦੀ ਹੈ। ਠੀਕ ਹੈ, ਤਾਂ ਉਹ ਮਲਟੀਪਲ ਇੰਟੈਲੀਜੈਂਸ ਵਾਲੀ ਸੀ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ, ਕਿਉਂਕਿ ਇਹਨਾਂ ਦੇ ਨਾਮਾਂ 'ਚ ਥੋੜ੍ਹਾ ਜਿਹਾ ਹੀ ਡਿਫਰੈਂਸ ਹੈ। ਠੀਕ ਹੈ, ਅੱਗੇ ਫੈਕਟਰਾਂ 'ਚ ਤਾਂ ਕਾਫੀ ਡਿਫਰੈਂਸ ਆ ਗਿਆ, ਪਰ ਜਦੋਂ ਨਾਮ ਲਿਖਿਆ ਹੋਊਗਾ ਥਿਊਰੀ ਦਾ ਤਾਂ ਤੁਸੀਂ ਉੱਥੇ ਨੌਲੇਜ ਜਿਓ। ਠੀਕ ਹੈ, ਤਾਂ ਇਹ ਮਲਟੀ ਫੈਕਟਰ ਦੀ ਗੱਲ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਇੱਕ 20 ਸਾਲਾ ਲੜਕਾ। ਹੁਣ ਦੇਖੋ ਸੁਣੋ, 20 ਸਾਲਾ ਲੜਕਾ ਕਹਿਤਾ, ਇਹ ਨਹੀਂ ਕਿਹਾ ਵੀ ਉਹਦੀ ਕਿਹੜੀ ਉਮਰ ਹੈ, ਤਾਂ ਇਹਦੀ ਆਪਾਂ ਉਹ ਕਿਹੜੀ ਉਮਰ ਮੰਨ ਕੇ ਚੱਲਾਂਗੇ? ਵਾਸਤਵਿਕ। ਕਿਹੜੀ ਮੰਨ ਕੇ ਚੱਲਾਂਗੇ ਜੀ? ਵਾਸਤਵਿਕ। ਅਤੇ ਇਹ ਜਿਸ ਦੀ ਮਾਨਸਿਕ ਉਮਰ ਕਿੰਨੀ ਹੈ? 15। ਸਮਝ ਗਈ? ਇਹਨੂੰ ਮੈਂ ਥੋੜ੍ਹਾ ਜਿਹਾ ਕਲੀਅਰ ਲਿਖਦਾ। ਤਾਂ ਮਾਨਸਿਕ ਉਮਰ ਆਪਾਂ ਨੂੰ 15 ਦੇ ਦਿੱਤੀ। ਠੀਕ ਹੈ, ਅਤੇ ਕਹਿ ਸਕਦੇ ਜਿਹੜੀ ਕਰੋਨੋਲੋਜੀਕਲ ਏਜ ਹੈ ਉਹ ਕਿੰਨੀ ਹੋ ਗਈ? 20, ਅਤੇ ਮਾਨਸਿਕ ਹੋ ਗਈ 15। ਤਾਂ ਉੱਪਰ ਆਪਾਂ ਨੇ ਕੀ ਲਿਖਣੀ ਹੁੰਦੀ ਹੈ? ਮਾਨਸਿਕ। ਨੀਚੇ ਕਿਹੜੀ ਲਿਖਣੀ ਹੁੰਦੀ ਹੈ ਆਪਾਂ ਨੇ? ਕਰੋਨੋਲੋਜੀਕਲ, ਯਾਨੀ ਕਿ ਵਾਸਤਵਿਕ ਉਮਰ। ਅਤੇ ਇਹਨੂੰ ਗੁਣਾ ਕਰਨਾ ਹੁੰਦਾ ਆਪਾਂ ਨੇ 100 ਦੇ ਨਾਲ। ਤਾਂ ਇਹ 20 ਦੇ ਨਾਲ ਇਹ ਕੱਟ ਜੂਗਾ 5 'ਤੇ। ਠੀਕ ਹੈ, ਤਾਂ 15 ਅਤੇ 5 ਨੂੰ ਗੁਣਾ ਕਰ ਲਓਗੇ ਤੁਸੀਂ, ਕਿੰਨਾ ਆ ਜੂਗਾ? 15 5 75। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਕੀ ਹੋ ਜਾਊਗਾ ਜੀ? 75 ਆਨਸਰ ਆਪਣਾ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ B ਆਪਸ਼ਨ ਇਸ ਦਾ ਰਾਈਟ ਆਨਸਰ ਹੋਣਾ ਸੀ। ਠੀਕ ਹੈ ਜੀ, ਤਾਂ ਇਹਨੂੰ ਇੱਦਾਂ ਕਰਨਾ ਹੁੰਦਾ ਹੈ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਅਗਲਾ ਜੋ ਕੁਐਸਚਨ ਹੈਗਾ। ਹੁਣ ਦੇਖੋ ਇਹ ਜਿਹੇ ਕੁਐਸਚਨ ਕਿੰਨੇ ਈਜ਼ੀ ਲੱਗ ਰਹੇ ਨੇ ਆਪਾਂ ਨੂੰ, ਹੈ ਨਾ। ਕੀ ਹੈ ਦੇਖੋ, ਵਿਚ ਵਨ ਆਫ ਫੋਲੋਇੰਗ ਇਜ਼ ਨੋਟ ਲਿਖਿਆ ਵੱਡੇ ਅੱਖਰਾਂ 'ਚ ਲਿਖਿਆ ਅਗਲੇ ਨੇ ਸਪੈਸ਼ਲ, ਵੀ ਕਿਤੇ ਬਾਅਦ 'ਚ ਤੁਸੀਂ ਕਹਿੰਦੇ ਮੈਨੂੰ ਤਾਂ ਦਿਸੇ ਹੀ ਨਹੀਂ ਸੀ। ਠੀਕ ਹੈ, ਤਾਂ ਗਾਰਡਨਰ ਨੇ ਜਿਹੜੀਆਂ ਇੰਟੈਲੀਜੈਂਸ ਦੀਆਂ ਕਿਸਮਾਂ ਦੱਸੀਆਂ ਨਹੀਂ। ਠੀਕ ਹੈ, ਉਹਨਾਂ 'ਚੋਂ ਕਿਹੜੀ ਨਹੀਂ ਹੈਗੀ? ਆਪਾਂ ਨੇ 9 ਕਿਸਮਾਂ ਇਹਦੀਆਂ ਪੜ੍ਹੀਆਂ ਸੀ। ਠੀਕ ਹੈ, ਤਾਂ ਉਹਦੇ 'ਚ ਸਪੇਸ਼ੀਅਲ ਦੀ ਗੱਲ ਇਹਨੇ ਕੀਤੀ ਸੀ। ਠੀਕ ਹੈ, ਬੋਡੀਲੀ ਕਾਇਨਸਥੈਟਿਕ ਦੀ ਗੱਲ ਕੀਤੀ ਸੀ। ਠੀਕ ਹੈ, ਖੜਿਆਰੀ ਵਾਲਾ ਪੜ੍ਹਿਆ ਸੀ ਆਪਾਂ ਨੇ। ਇੰਟਰਪਰਸਨਲ ਦੀ ਗੱਲ ਕੀਤੀ ਸੀ, ਉਹ ਸਿਆਸਤਦਾਨ ਨਾਲ ਵੀ ਉਹ ਤੁਰੇ ਜਾਂਦੇ ਨੂੰ ਫੈਨ ਬਣਾ ਲੈਂਦੇ ਨੇ ਆਪਦਾ, ਹੈ ਨਾ। ਤਾਂ ਇਸ ਤੋਂ ਬਾਅਦ ਗੱਲ ਆ ਗਈ ਚੌਥੀ ਆਪਸ਼ਨ 'ਤੇ। ਤਾਂ ਇਹ ਕੀ ਹੈ? ਆਪਾਂ ਨੇ ਕਿਤੇ ਨਹੀਂ ਪੜ੍ਹੀ, ਗਾਰਡਨਰ 'ਚ ਪੜ੍ਹੀ ਤਾਂ ਨਹੀਂ ਨਾ, ਇਸ ਕਰਕੇ ਆਪਾਂ ਨੇ ਨੋਟ ਦੱਸਣਾ ਸੀ, ਅਤੇ ਆਪਸ਼ਨ D ਸਾਡਾ ਰਾਈਟ ਆਨਸਰ ਹੋ ਗਿਆ। ਨੈਕਸਟ ਆਪਾਂ ਸਮਝਦੇ ਹਾਂ ਬੁੱਧੀਮਤਾ ਦੇ 2 ਤੱਤਾਂ ਦਾ। ਉਹ ਯਾਰ ਕਿੰਨੇ ਕੁ ਵਾਰ ਪੁੱਛੋਗੇ, ਦੱਸ ਤਾਂ ਦਿੱਤਾ ਵੀ ਸਪੀਅਰਮੈਨ ਹੈ। ਤਾਂ ਸਪੀਅਰਮੈਨ ਜਿਹੜਾ ਉਹ 2 ਤੱਤਾਂ ਦੀ ਗੱਲ ਕਰਦਾ ਹੈ। ਠੀਕ ਹੈ, ਹੁਣ ਬਹੁਤੇ ਕਮੈਂਟ ਬਾਕਸ 'ਚ ਲਿਖਣਗੇ ਸਰ ਸਪੀਅਰਮੈਨ ਨੇ 3 ਫੈਕਟਰ ਵੀ ਦੱਸੇ ਸੀ, ਦਿੱਤੇ ਹੋਣੇ, ਪਤਾ ਨਹੀਂ ਮਤਲਬ ਕਿਤਾਬਾਂ 'ਚ ਲਿਖਣ ਵਾਲੇ ਨੇ ਕਿਸੇ ਲਿਖਤਾ ਹੋਣਾ, ਪਰ 2 ਆਪਾਂ ਪੜ੍ਹਦੇ ਆ ਰਹੇ ਹਾਂ। ਹੁਣ ਆਪਾਂ ਨੇ 2 ਕੁਐਸਚਨਾਂ 'ਚ 2 ਪੜ੍ਹ ਲਿਆ, ਤਾਂ ਹੋਰ ਕਿੰਨਾ ਕੁ ਆਪਾਂ ਵੈਰੀਫਿਕੇਸ਼ਨ ਕਰਾਂਗੇ। ਠੀਕ ਹੈ, ਤਾਂ ਆਪਾਂ 2 ਹੀ ਪੜ੍ਹਦੇ ਹਾਂ। ਬਹੁਤੀਆਂ ਕੀ ਤਾਂ ਤੁਹਾਨੂੰ ਕਿਸੇ ਉਰਾਂ ਪਰਾਂ ਤੋਂ ਕਿਤਾਬ 'ਚ ਤੁਸੀਂ 3 ਵੀ ਪੜ੍ਹ ਲਿਆ ਹੋਵੇ, ਉਹ ਇੱਕ ਅਲੱਗ ਮੈਟਰ ਹੈ। ਤਾਂ ਆਪਾਂ 2 ਨਾਲ ਜਾਓ। ਠੀਕ ਹੈ, 2 ਵਾਲੇ ਆਪਸ਼ਨ ਦੇ ਨਾਲ ਜਾਓ।
ਤਾਂ ਇਸ ਤਰੀਕੇ ਨਾਲ ਆਪਾਂ ਨੇ ਦੋ ਤੱਤਾਂ ਦੇ ਸਿਧਾਂਤ ਕਿਹਨੇ ਦਿੱਤਾ ਹੈਗਾ, ਸਪੀਅਰਮੈਨ ਨੇ। ਕਿਹੜੇ ਕਿਹੜੇ ਤੱਤ ਨੇ, ਜੀ ਅਤੇ ਐਸ। ਲਓ ਨੈਕਸਟ ਕੁਐਸਚਨ ਫਿਰ ਆ ਗਿਆ, ਠੀਕ ਹੈ। ਲਓ ਉਹੀ ਕੁਐਸਚਨ ਆ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਹੁਣ ਤੁਸੀਂ ਦੱਸੋਗੇ। ਦੇਖੋ ਕੁਐਸਚਨ ਪੜ੍ਹੋ ਕੀ ਹੈ। Who among the following psychologists explained intelligence in term of primary mental abilities? ਕਿਹਾ ਸੀ ਨਾ ਵੀ ਇਸ ਨਾਮ ਨਾਲ ਵੀ ਜਾਣ ਲਿਆ ਜਾਂਦਾ ਕਿਹਦੀ ਥਿਊਰੀ ਨੂੰ, ਥਰਸਟਨ ਦੀ ਥਿਊਰੀ ਨੂੰ। ਡੀ ਆਪਸ਼ਨ ਰਾਈਟ ਆਨਸਰ ਹੋ ਗਿਆ ਸਾਡਾ, ਠੀਕ ਹੈ। ਪੰਜਾਬੀ 'ਚ ਹੀ ਪੜ੍ਹ ਲਓ, ਪ੍ਰਾਇਮਰੀ ਬੌਧਿਕ ਯੋਗਤਾ, ਠੀਕ ਹੈ, ਥਰਸਟਨ। ਤਾਂ ਨੈਕਸਟ ਆਪਸ਼ਨ ਆਪਾਂ ਕੁਐਸਚਨ ਲਓ ਲਗਾਤਾਰ ਹੀ ਪਾ ਲਈ ਫਿਰ ਆਪਾਂ ਨੇ ਵੀ। ਜਦੋਂ ਪੇਪਰ ਪਾਉਣ ਵਾਲੇ ਨੇ ਨਹੀਂ ਕਾਲ ਕਰੀ ਵੀ ਪੇਪਰਾਂ 'ਚ ਅਲੱਗ-ਅਲੱਗ ਪਾ ਗਿਆ ਕੁਐਸਚਨ, ਤਾਂ ਆਪਾਂ ਨੇ ਵੀ ਦੋਨੇ ਵਾਰ ਚੱਕ ਲਿਆ। ਪ੍ਰਾਇਮਰੀ ਮੈਂਟਲ ਐਬਿਲਿਟੀ ਦੇਖੋ, ਇੱਕ ਕੁਐਸਚਨ ਇਹ ਵੀ ਪ੍ਰੀਵੀਅਸ ਈਅਰ 'ਚੋਂ ਚੱਕਿਆ ਹੋਇਆ, 15 ਨੰਬਰ ਕੁਐਸਚਨ ਸੀ ਕਿਸੇ ਪੇਪਰ ਦਾ, ਅਤੇ ਇਹ 28 ਨੰਬਰ 'ਤੇ ਸੀ, ਇਹ ਵੀ ਕਿਸੇ ਪੇਪਰ 'ਚ ਆਇਆ ਹੋਇਆ, ਠੀਕ ਹੈ। ਤਾਂ ਹੁਣ ਦੇਖੋ ਵੀ ਪ੍ਰਾਇਮਰੀ ਮੈਂਟਲ ਐਬਿਲਿਟੀ ਡਾਇਰੈਕਟ ਨਾਮ ਤੋਂ ਹੀ ਪੁੱਛ ਰਹੇ ਨੇ ਵੀ ਇਹਦਾ ਕੰਸੈਪਟ ਕਿਹਨੇ ਦਿੱਤਾ, ਕਿਹਨੇ ਪੇਸ਼ ਕੀਤਾ ਸੀ, ਥਰਸਟਨ ਨੇ ਕੀਤਾ ਸੀ, ਠੀਕ ਹੈ। ਸਮਝ ਰਹੇ ਹੋ। ਹੁਣ ਇੱਕ ਗੱਲ ਹੋਰ, ਤੁਸੀਂ ਟੌਪਿਕ ਨੂੰ ਇੰਨਾ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹੋ ਵੀ ਤੁਹਾਨੂੰ ਇਹ ਚੀਜ਼ਾਂ ਵੀ ਪਤਾ ਨਹੀਂ ਬਾਕੀ ਆਪਸ਼ਨਾਂ 'ਚ ਕੀ ਲਿਖਿਆ ਹੋਇਆ। ਥਰਸਟਨ ਬਾਰੇ ਵੀ ਪਤਾ ਹੈ, ਸਪੀਅਰਮੈਨ ਬਾਰੇ ਵੀ ਪਤਾ ਹੈ ਵੀ 2 ਤੱਤਾਂ ਦੀ ਗੱਲ ਕਰਦਾ ਹੈ, ਗਾਰਡਨਰ ਬਾਰੇ ਵੀ ਪਤਾ ਹੈ ਵੀ 7, 8, 9 ਤੱਤਾਂ ਦੀ ਗੱਲ ਕਰਦਾ ਹੈ, ਅਤੇ ਗਿਲਫੋਰਡ ਬਾਰੇ ਵੀ ਪਤਾ ਹੈ ਵੀ 3D ਥਿਊਰੀ ਇਸ ਦੀ। ਸਮਝ ਰਹੇ ਹੋ। ਇੱਦਾਂ ਕੰਸੈਪਟ ਕੰਮ ਇੱਦਾਂ ਆਉਂਦਾ, ਸਮਝ ਗਏ। ਹੁਣ ਨੈਕਸਟ ਦੇਖਦੇ ਹਾਂ ਆਪਾਂ, ਉਹ ਮਨੋਵਿਗਿਆਨੀ ਜਿਸ ਨੇ ਵਿਅਕਤੀਗਤ ਭਿੰਨਤਾ ਦਾ ਅਧਿਐਨ ਕੀਤਾ। ਇਹ ਵੀ ਦੱਸਣ ਦੀ ਲੋੜ ਹੈ ਯਾਰ, ਇਹ ਵੀ ਦੱਸਣ ਦੀ ਲੋੜ ਹੈ ਵੀ ਗਾਲਟਨ ਨੇ ਸ਼ੁਰੂਆਤ ਕੀਤੀ ਸੀ। ਉਹ ਕਹਿੰਦਾ ਸੀ ਹਰੇਕ ਕੋਈ ਅਲੱਗ ਹੈ, ਕਹਿੰਦਾ ਕਾਹਨੂੰ ਤੁਸੀਂ ਇੱਕੋ ਰੱਸੇ ਫਾਹਾ ਦਿੰਦੇ ਹੋ, ਕਹਿੰਦਾ ਵਿਅਕਤੀਗਤ ਭਿੰਨਤਾਵਾਂ ਹੈਗੀਆਂ ਨੇ, ਠੀਕ ਹੈ। ਡਿਫਰੈਂਸ਼ੀਅਲ ਸਾਈਕੋਲੋਜੀ ਦਾ ਉਸਨੂੰ ਫਾਦਰ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਇੱਥੇ ਤਾਂ ਇਹਨਾਂ ਨੇ ਐਂ ਪੁੱਛੇਗਾ ਵੀ ਮਨੋਵਿਗਿਆਨੀ ਜਿਸ ਨੇ ਵਿਅਕਤੀਗਤ ਭਿੰਨਤਾ ਦਾ ਅਧਿਐਨ ਕੀਤਾ, ਤਾਂ ਵੀ ਗਾਲਟਨ ਆ ਜਾਏਗਾ ਇਹਦਾ ਆਨਸਰ, ਸਰ ਫਰਾਂਸਿਸ ਗਾਲਟਨ। ਅਤੇ ਨੈਕਸਟ ਇੱਕ ਗੱਲ ਹੋਰ, ਜੇਕਰ ਕਹਿ ਦਿੱਤਾ ਜਾਵੇ ਤੁਹਾਨੂੰ ਵੀ ਡਿਫਰੈਂਸ਼ੀਅਲ ਸਾਈਕੋਲੋਜੀ ਦਾ ਫਾਦਰ ਕੌਣ ਹੈ, ਤਾਂ ਤੁਸੀਂ ਕੀ ਕਹਿ ਦੋਗੇ, ਗਾਲਟਨ। ਅਕੋਰਡਿੰਗ ਟੂ ਮਲਟੀਪਲ ਇੰਟੈਲੀਜੈਂਸ ਥਿਊਰੀ, ਨਾਮ ਧਿਆਨ ਨਾਲ ਪੜ੍ਹ ਲਿਓ, ਮਲਟੀਪਲ ਇੰਟੈਲੀਜੈਂਸ ਹੈ, ਗਾਰਡਨਰ ਵਾਲੀ ਹੈ ਇਹ, ਠੀਕ ਹੈ। ਜਿਹਨੇ ਆਪਾਂ ਨੇ 7, 8, 9 ਫੈਕਟਰ ਪੜ੍ਹੇ ਸੀ, ਠੀਕ ਹੈ। ਤਾਂ ਮਲਟੀਪਲ ਇੰਟੈਲੀਜੈਂਸ ਥਿਊਰੀ the ability of classifying and recognize all varieties of animal, mineral and plant। ਚੀਜ਼ ਉਹੀ ਹੈ ਜਾਂ ਨਹੀਂ। ਕੀ ਕਿਹਾ ਸੀ ਤੁਹਾਨੂੰ ਵੀ ਕਿਸਾਨ ਨੇ ਜਿਹੜੇ ਉਹ ਤੁਰੇ ਜਾਂਦੇ ਦੱਸ ਦੇਣਗੇ ਵੀ ਇਹ ਫਸਲ ਦਾ ਪੌਦਾ, ਇਹ ਘਾਹ ਹੈ, ਇਹ ਫਲਾਣਾ ਫੁੱਲ ਹੈ, ਇਹ ਫਲਾਣਾ ਫੁੱਲ ਹੈ, ਇਹ ਜਾਨਵਰ ਫਲਾਣੀ ਨਸਲ ਦਾ, ਇਹ ਜਾਨਵਰ ਫਲਾਣੀ ਨਸਲ ਦਾ, ਉਹ ਦੱਸ ਦੇਣਗੇ। ਕਿਸਾਨ ਵੀਰਾਂ 'ਚ ਇਹ ਪਾਵਰ ਹੁੰਦੀ ਹੈ। ਤਾਂ ਉਹ ਕੀ ਹੁੰਦੇ ਨੇ, ਕੁਦਰਤ ਨਾਲ ਜੁੜੇ ਹੁੰਦੇ ਨੇ। ਜਿਹੜੇ ਕੁਦਰਤ ਨਾਲ ਜੁੜੇ ਹੋਣ, ਗਾਰਡਨਰ ਉਹਨਾਂ ਨੂੰ ਕੀ ਆਖਦਾ, ਨੈਚੁਰਲਿਸਟ ਇੰਟੈਲੀਜੈਂਸ ਉਹਨਾਂ 'ਚ ਆਖਦਾ। ਕਹਿੰਦਾ ਇਹਨਾਂ 'ਚ ਕੀ ਹੈ, ਕੁਦਰਤੀ ਬੁੱਧੀ ਹੈ। ਇਹਨਾਂ ਨੂੰ ਬੀਜਾਂ ਦਾ ਪਤਾ ਹੈ, ਇਹਨਾਂ ਨੂੰ ਫਸਲਾਂ ਦਾ ਪਤਾ ਹੈ, ਇਹਨਾਂ ਨੂੰ ਐਨੀਮਲ ਦਾ ਪਤਾ ਹੈ, ਇਹਨਾਂ ਨੂੰ ਮਿਨਰਲ ਦਾ ਪਤਾ ਹੈ, ਪਲਾਂਟਸ ਦਾ ਪਤਾ ਹੈ, ਸਾਰੀਆਂ ਚੀਜ਼ਾਂ ਦਾ ਇਹਨਾਂ ਨੂੰ ਪਤਾ ਹੈ, ਠੀਕ ਹੈ। ਤਾਂ ਇਹ ਕੀ ਨੇ, ਆਪਸ਼ਨ ਡੀ ਵਾਲੇ ਨੇ, ਠੀਕ ਹੈ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ। ਇਹ ਕੁਐਸਚਨ ਤਾਂ ਹੁਣ ਤੁਸੀਂ ਦੱਸੋਗੇ ਜੀ, ਸਿੰਪਲ ਜੀ ਗੱਲ ਹੈ। ਮਾਨਸਿਕ ਉਮਰ ਦਿੱਤੀ ਪਈ ਹੈ। ਕਾਲ ਕਰਮਿਕ ਮਤਲਬ ਦੇਖੋ ਸ਼ਬਦ ਕਿੰਨਾ ਟੇਢਾ ਪਾਇਆ ਇਹਨਾਂ ਨੇ। ਕਾਲ ਕਰਮਿਕ ਮਤਲਬ ਕਰੋਨੋਲੋਜੀਕਲ ਏਜ, ਯਾਨੀ ਕਿ ਵਾਸਤਵਿਕ ਉਮਰ, ਠੀਕ ਹੈ। ਵਾਸਤਵਿਕ ਉਮਰ ਹੈ ਜਿਹੜੀ, ਜੇ ਇੱਕ ਬੱਚੇ ਦੀ ਮਾਨਸਿਕ ਉਮਰ 5 ਸਾਲ ਅਤੇ ਕਾਲ ਕਰਮਿਕ ਉਮਰ ਹੈ, ਤਾਂ ਬੱਚੇ ਦਾ IQ ਕੀ ਹੋਏਗਾ। ਇਹ ਕੀ ਕਰ ਰੱਖਿਆ ਉਹਨੇ, ਜਾਂ ਤਾਂ ਇੱਥੇ ਮੇ ਵੀ ਥੋੜ੍ਹਾ ਜਿਹਾ ਪ੍ਰਿੰਟ ਗਲਤ ਹੋ ਗਿਆ, ਠੀਕ ਹੈ। ਇਹਨੂੰ ਉਮਰ ਦਿੱਤੀ ਹੋਈ ਹੋਏਗੀ ਬਸ। ਇਹ ਕੁਐਸਚਨ ਦਾ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਉਮਰ ਦੇ ਦਿੰਦਾ, ਤੁਸੀਂ ਉਹਦੇ ਹਿਸਾਬ ਨਾਲ ਕੱਢ ਲਓਗੇ, ਠੀਕ ਹੈ। ਤਾਂ ਤੁਸੀਂ ਇਹਦੀ ਮਤਲਬ ਜਿਹੜਾ CA ਮੰਨਣਾ ਤੁਸੀਂ ਨਹੀਂ, ਉਹ ਤੁਸੀਂ ਇੱਦਾਂ ਕਰੋ, ਉਹਨੂੰ ਤੁਸੀਂ ਕਹਿ ਸਕਦੇ ਆਪਾਂ 4 ਮੰਨ ਲਓ, ਠੀਕ ਹੈ। ਕਰੋਨੋਲੋਜੀਕਲ ਏਜ ਯਾਨੀ ਕਿ ਕਾਲ ਕਰਮਿਕ ਉਮਰ ਜਿਹੜੀ ਉਸਨੂੰ 4 ਮੰਨ ਲਓ। ਮੈਂਟਲ ਏਜ ਜਿਹੜੀ ਉਹ 5 ਹੈ। ਜੋ ਵੀ ਆਨਸਰ ਬਣਦਾ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ, ਅਤੇ 12 ਨੰਬਰ ਇਹਦੇ ਅੱਗੇ ਲਿਖੋਗੇ। 12 ਨੰਬਰ ਦਾ ਆਨਸਰ ਸਰ ਇਹ ਹੈ। ਵੈਸੇ ਸਾਰੇ ਕੁਐਸਚਨ ਤੁਹਾਡੇ ਕਰਨ ਵਾਲੇ ਹੀ ਨੇ, ਕੋਈ ਐਡਾ ਇਹਨਾਂ 'ਚ ਟਫ ਹੈ ਨਹੀਂਗਾ, ਪਰ ਆਪਾਂ ਇੱਕ ਵਾਰ ਫਾਸਟ ਥੋੜ੍ਹਾ ਜਿਹਾ ਕਰ ਦਿੰਦੇ ਹਾਂ। ਬੁੱਧੀ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਹੈ। ਉਹ ਦੇਖੋ ਕੁਐਸਚਨ ਕਿੰਨਾ ਘੈਂਟ ਹੈ, ਨਜ਼ਾਰਾ ਆਊਗਾ ਕਰਨ ਦਾ। ਬੁੱਧੀ ਅਨੁਕੂਲ ਬਣਾਉਣ ਦੀ ਯੋਗਤਾ ਹੈ। ਉਹ ਡੈਫੀਨੇਸ਼ਨਾਂ 'ਚ ਪੜ੍ਹਿਆ ਸੀ ਕਿੰਨਾ, ਐਬਿਲਿਟੀ ਆਫ ਐਡਜਸਟਮੈਂਟ ਦੀ ਐਬਿਲਿਟੀ ਹੈ। ਅਨੁਕੂਲ ਬਣਾਉਣ ਦੀ ਯੋਗਤਾ, ਇਹ ਤਾਂ ਪੜ੍ਹੀ ਸੀ ਆਪਾਂ ਨੇ, ਗੱਲ ਸਹੀ ਹੈ। ਨੈਕਸਟ ਪੜ੍ਹਦੇ ਹਾਂ, ਬੁੱਧੀ ਸਿੱਖਣ ਦੀ ਯੋਗਤਾ ਹੈ, ਐਬਿਲਿਟੀ ਟੂ ਲਰਨ, ਸੈਕਿੰਡ ਡੈਫੀਨੇਸ਼ਨ ਪੜ੍ਹੀ ਸੀ। ਥਰਡ ਕੀ ਹੈ, ਬੁੱਧੀ ਸੂਖਮ ਤਰਕ ਦੀ ਯੋਗਤਾ ਹੈ। ਸੂਖਮ ਤਰਕ ਕਿਤੇ ਇਹ ਅਬਸਟਰੈਕਟ ਥਿੰਕਿੰਗ ਤਾਂ ਨਹੀਂ ਆਖਦੇ,
ਗੱਲ ਤਾਂ ਪੱਕੀ ਹੈ ਯਾਰ। ਤਾਂ ਇਦਾਂ ਹੀ ਦੇਖੋ ਸੇਮ ਟੂ ਸੇਮ ਪਾਈਆਂ ਨੇ ਆਪਸ਼ਨਾਂ 'ਚ। ਪਹਿਲੀ ਕਿਸਮ ਇਹੀ ਪੜ੍ਹੀ ਸੀ ਆਪਾਂ ਨੇ, ਦੂਸਰੀ ਇਹ, ਤੀਸਰੀ ਇਹ। ਤਿੰਨ ਤਰੀਕੇ ਨਾਲ ਆਪਾਂ ਡੈਫੀਨੇਸ਼ਨ ਪੜ੍ਹੀ ਸੀ ਜਾਂ ਨਹੀਂ? ਤਾਂ ਤਿੰਨੇ ਤਰੀਕਿਆਂ ਨਾਲ ਇੰਟੈਲੀਜੈਂਸੀ ਨੂੰ ਕੀ ਹੈ ਜੀ, ਡਿਫਾਈਨ ਕੀਤਾ ਜਾ ਸਕਦਾ। ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਆ ਜਾਊਗੀ। ਸਮਝ ਗਏ ਵੀ ਇਹ ਕੀ ਹੈ, ਅਨੁਕੂਲ ਬਣਾਉਣ ਦੀ ਯੋਗਤਾ ਵੀ ਹੈ, ਸਿੱਖਣ ਦੀ ਯੋਗਤਾ ਵੀ ਹੈ, ਅਤੇ ਸੂਖਮ ਤਰਕ ਦੀ ਯੋਗਤਾ ਵੀ ਹੈ। ਤਿੰਨੇ ਯੋਗਤਾਵਾਂ ਇੰਟੈਲੀਜੈਂਸੀ ਦੇ ਵਿੱਚ ਹੈਗੀਆਂ ਨੇ। ਠੀਕ ਹੈ। ਅਤੇ ਇੱਕ ਗੱਲ ਹੋਰ ਇੱਥੇ, ਇੰਟੈਲੀਜੈਂਸੀ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਸਬਜੈਕਟਿਵ ਹੋ ਗਿਆ। ਸਮਝ ਗਏ? ਸਬਜੈਕਟ ਦਾ ਮਤਲਬ ਕੀ ਹੈ ਵੀ ਇਹ ਵਸਤੂਨਿਸ਼ਟ ਹੈ, ਸੌਰੀ ਵਸਤੂਨਿਸ਼ਟ ਨਹੀਂ ਕਹਿ ਸਕਦੇ, ਵਿਸ਼ਾ ਵਸਤੂ ਨਾਲ ਰਿਲੇਟਡ ਹੈ ਇਹ। ਮਤਲਬ ਕਿ ਜਿੰਨੇ ਮੂੰਹ ਉਨੀਆਂ ਗੱਲਾਂ ਨੇ, ਜਿਵੇਂ ਜਿਹੜਾ ਵੀ ਕੋਈ ਆਇਆ ਇੰਟੈਲੀਜੈਂਸੀ ਨੂੰ ਡਿਫਾਈਨ ਕਰਦਾ ਚਲਾ ਗਿਆ ਵੀ, ਕਿਉਂਕਿ ਸਾਰਿਆਂ ਦੀ ਇੰਟੈਲੀਜੈਂਸੀ ਅਲੱਗ-ਅਲੱਗ ਹੈ। ਕਿਸੇ ਦੀ ਬੁੱਧੀ ਕਿਸੇ ਤਰ੍ਹਾਂ ਦੀ, ਕਿਸੇ ਦੀ ਬੁੱਧੀ ਕਿਸੇ ਤਰ੍ਹਾਂ ਦੀ ਹੈ। ਤਾਂ ਬੁੱਧੀ ਜਿਹੜਾ ਉਹ ਕੀ ਇੱਕ ਕਹਿ ਸਕਦੇ ਆਪਾਂ ਕਿ ਪੂਰਾ ਡਿਫਾਈਨ ਕਰਨ ਵਾਲਾ ਟੌਪਿਕ ਹੈ ਵੀ, ਇਹਦੇ ਉੱਤੇ ਕੋਈ ਫਿਕਸ ਡੈਫੀਨੇਸ਼ਨ ਨਹੀਂ ਅਪਲਾਈ ਕੀਤੀ ਜਾ ਸਕਦੀ। ਇਹ ਕੀ ਹੈ, ਸਬਜੈਕਟ ਟਾਈਪ ਹੈ। ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ ਤਾਂ ਆਪਸ਼ਨ ਡੀ ਇਸ ਦੇ 'ਚ ਸਾਡਾ ਰਾਈਟ ਆਨਸਰ ਹੋ ਜਾਏਗਾ। ਤਾਂ ਇਹ ਜਿਹੇ ਕੁਐਸਚਨਾਂ ਦਾ ਮੈਂ ਕੀ ਆਨਸਰ ਦੇਵਾਂ ਯਾਰ। ਗਾਰਡਨਰ ਫੇਰ ਆ ਗਿਆ। ਗਾਰਡਨਰ ਫਾਰਮੂਲੇਟ ਅ ਲਿਸਟ ਆਫ 7 ਇੰਟੈਲੀਜੈਂਸ। ਤੁਹਾਨੂੰ ਕਿਹਾ ਨਹੀਂ ਸੀ ਪੇਪਰ ਪਾਉਣ ਵਾਲੇ 7 ਵੀ ਲਿਖ ਦਿੰਦੇ ਨੇ ਵੀ 7 ਬੁੱਧੀਆਂ ਦਿੱਤੀਆਂ ਨੇ ਇਹਨੇ, ਵਿੱਚ ਅਮੋਂਗ ਦਾ ਫੋਲੋਇੰਗ ਇਜ਼ ਨਾਟ ਵਨ ਆਫ ਦੈਮ। ਇਹਨਾਂ 'ਚੋਂ ਕਿਹੜੀ ਨਹੀਂ ਹੈਗੀ? ਹੁਣ ਇਹ ਤਾਂ ਤੁਸੀਂ ਦੱਸ ਦਓਗੇ ਨਾ। ਸਪੈਸ਼ਲ ਹੈਗੀ ਹੈ, ਇਮੋਸ਼ਨਲ ਇੰਟੈਲੀਜੈਂਸ, ਜਾਂ ਫਿਰ ਇੰਟਰਪਰਸਨਲ, ਜਾਂ ਫਿਰ ਲਿੰਗੁਇਸਟਿਕ। ਹੁਣ ਦੇਖੋ ਪਹਿਲੀ ਵੀ ਪੜ੍ਹੀ ਹੈ, ਸਪੈਸ਼ਲ ਪੜ੍ਹੀ ਹੈ, ਇੰਟਰਪਰਸਨਲ ਵੀ ਪੜ੍ਹੀ ਹੈ, ਅਤੇ ਲਿੰਗੁਇਸਟਿਕ ਵੀ ਪੜ੍ਹੀ ਹੈ, ਜਿਹਨੂੰ ਆਪਾਂ ਨੇ ਵਰਬਲ ਇੰਟੈਲੀਜੈਂਸ ਆਖਿਆ ਸੀ। ਤਾਂ ਆਪਾਂ ਨੇ ਇਮੋਸ਼ਨਲ ਇੰਟੈਲੀਜੈਂਸ ਹੀ ਨਹੀਂ ਪੜ੍ਹੀ। ਨਹੀਂ ਪੜ੍ਹੀ ਨਾ, ਅੱਜ ਨਹੀਂ ਪੜ੍ਹੀ, ਇਹ ਤੋਂ ਪਹਿਲਾਂ ਤਾਂ ਪਈ ਸੀ। ਅਤੇ ਇੱਕ ਗੱਲ ਹੋਰ ਦੋਸਤੋ, ਇਮੋਸ਼ਨਲ ਇੰਟੈਲੀਜੈਂਸੀ ਦੇ ਟੌਪਿਕ 'ਤੇ ਮੈਂ ਇੱਕ ਸਪੈਸ਼ਲ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ, ਉਹ ਚੀਜ਼ ਨੂੰ ਜ਼ਰੂਰ ਪੜ੍ਹਿਓ, ਕਿਉਂਕਿ ਇੰਟੈਲੀਜੈਂਸ, ਇਮੋਸ਼ਨਲ ਇੰਟੈਲੀਜੈਂਸ ਦੋ ਮੋਸਟ ਫੇਵਰੇਟ ਟੌਪਿਕ ਨੇ PS ਟੈਟ ਤਿਆਰ ਕਰਨ ਵਾਲਿਆਂ ਦੀ। ਇਹਨਾਂ ਨੂੰ ਪੜ੍ਹੇ ਬਿਨਾਂ ਪੇਪਰ 'ਚ ਨਾ ਵਗ ਜਾਇਓ। ਠੀਕ ਹੈ। ਤਾਂ ਇਮੋਸ਼ਨਲ ਇੰਟੈਲੀਜੈਂਸ ਦਾ ਟੌਪਿਕ ਜ਼ਰੂਰ ਪੜ੍ਹਿਓ। ਆਪਸ਼ਨ 20 ਦੇ ਵਿੱਚ ਸਾਡਾ ਰਾਈਟ ਆਨਸਰ ਹੋ ਗਿਆ। ਇਹਦੀ ਪੰਜਾਬੀ ਵਰਜਨ ਨੂੰ ਕੋਈ ਪੜ੍ਹਨ ਦਾ ਸ਼ੌਕੀਨ ਹੈਗਾ ਤਾਂ ਉਹ ਪੜ੍ਹ ਸਕਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਗਾਰਡਨਰ। ਫਿਰ ਗਾਰਡਨਰ ਇੰਨਾ ਫੇਵਰੇਟ ਕਿਉਂ ਬਣ ਰਿਹਾ ਇਹਨਾਂ ਦਾ? ਗਾਰਡਨਰ ਦੀ ਵਿਅਕਤੀਗਤ ਬੁੱਧੀ ਇੰਗਲਿਸ਼ ਵਰਜਨ ਦੇ ਵਿੱਚ ਮੇਬੀ ਇਸ ਦਾ ਕੀ ਲਿਖਿਆ ਹੋਊਗਾ, ਇੰਟਰਪਰਸਨਲ ਲਿਖਿਆ ਹੋਊਗਾ। ਠੀਕ ਹੈ। ਤਾਂ ਇੰਟਰਪਰਸਨਲ ਹੋਊਗਾ। ਤਾਂ ਇੰਟਰਪਰਸਨਲ ਕਿਹੜੇ ਨੇ? ਹੋਰ ਲੋਕਾਂ ਦੀਆਂ ਪ੍ਰੇਰਨਾਵਾਂ ਅਤੇ ਇੱਛਾਵਾਂ ਦਾ ਢੁਕਵਾਂ ਜਵਾਬ ਦੇਣ ਦੀ ਯੋਗਤਾ। ਇਹਨਾਂ ਨੂੰ ਕੋਈ ਗੱਲ ਕਹੀ ਜਾਂਦੀ ਤਾਂ ਇਹ ਵੱਧ ਕੇ 2 ਗੱਲਾਂ ਆਖਦੇ ਨੇ। ਕੋਈ ਦੁਕਾਨਦਾਰ ਹੈ, ਉਹਨੂੰ ਤੁਸੀਂ ਇੱਕ ਲਾਂਭਾ ਦੇ ਦਿਓ, ਉਹ 4 ਤਰੀਕੇ ਦੀ ਗਿਣਿਆ ਦੂਗਾ ਵੀ ਇਹ ਤਾਂ ਫਿਰ ਤੁਹਾਡੀ ਗਲਤੀ ਹੈ ਸਮਾਨ ਲਿਜਾਣ ਵਾਲੀ ਦੀ। ਤੁਸੀਂ ਉਹਨੂੰ ਕੋਈ ਸਮਾਨ ਵਾਪਸ ਕਰਨ ਵਗ ਜਾਓ, ਦੁਕਾਨਦਾਰ 'ਚ ਇੰਨੀ ਕੰਪੈਸਿਟੀ ਹੁੰਦੀ ਹੈ ਵੀ ਉਹ ਤੁਹਾਨੂੰ ਢੁਕਵੇਂ ਜਵਾਬ ਦੇਈ ਜਾਊਗਾ, ਸਮਾਨ ਵਾਪਸ ਮਸਾਂ ਹੀ ਕਰੂਗਾ। ਠੀਕ ਹੈ। ਤਾਂ ਉਹਨਾਂ 'ਚ ਕੀ ਇਹ ਯੋਗਤਾ ਹੈ ਢੁਕਵਾਂ ਜਵਾਬ ਦੇਣ ਦੀ। ਠੀਕ ਹੈ। ਇੰਟਰਪਰਸਨਲ ਦੀ ਇਹ ਗੱਲ ਕੀਤੀ ਗਈ ਹੈ। ਨੈਕਸਟ ਗੱਲ ਲਓ, ਹੁਣ ਆਊਗਾ ਨਜ਼ਾਰਾ ਸਵਾਲਾਂ ਜਵਾਬ ਦੇਣ ਦਾ। IQ ਦਾ ਸੰਕਲਪ। IQ ਦਾ ਸੰਕਲਪ, ਕਨਸੈਪਟ ਆਫ IQ, ਸਟਰਨ। ਸਮਝ ਗਏ ਨਾ? IQ ਦੇ ਸੰਕਲਪ ਦੀ ਗੱਲ ਹੈ। ਨੈਕਸਟ ਗੱਲ ਆ ਗਈ ਸਮੂਹਿਕ ਬੁੱਧੀ ਪ੍ਰੀਖਿਆ ਨਹੀਂ ਹੈ, ਮਿਨੀਸੋਟਾ ਪਰੀ ਸਕੇਲ ਜਿਹੜਾ ਇਹ ਸਮੂਹਿਕ 'ਚ ਆਪਾਂ ਨਹੀਂ ਗਿਣਦੇ। ਨੈਕਸਟ ਗੱਲ ਆ ਜਾਂਦੀ ਹੈ IQ ਦਾ ਅੰਕਲ ਕਰਨ ਲਈ ਲੈ ਫਾਰਮੂਲਾ ਪੁੱਛੋਗੇ ਯਾਰ ਤੁਸੀਂ। ਅਸੀਂ 2 ਸਵਾਲ ਕਰ ਚੁੱਕੇ ਹਾਂ ਇਹਦੇ ਨਾਲ ਦੀ। ਠੀਕ ਹੈ। ਤਾਂ C ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਨੈਕਸਟ ਗੱਲ ਕਰਦੇ ਹਾਂ ਆਪਾਂ ਲੈ ਯਾਰ ਗਾਰਡਨਰ ਬਾਰੇ ਕੀ ਜਵਾਬ ਦੇਵਾਂ ਯਾਰ ਮੈਂ। ਗਾਰਡਨਰ ਸਪੈਸ਼ਲ ਬੁੱਧੀ ਦਾ ਪ੍ਰਦਰਸ਼ਨ ਦੇ ਅਨੁਸਾਰ ਸਪੇਸ਼ੀਅਲ ਉਹੀ ਇਹ ਪੁਲਾਡਵਾਦਕ। ਸਪੇਸ਼ੀਅਲ ਮਤਲਬ ਚਿੱਤਰਕਾਰ। ਇਹਨੂੰ ਦੇਖੋ ਗੱਲ ਸੁਣੋ, ਚਿੱਤਰਕਾਰ ਨੂੰ ਤੁਸੀਂ ਕੋਈ ਖਾਲੀ ਪੇਜ ਦੇ ਦਿਓ, ਉਹ ਇੰਨੀ ਸੋਹਣੀ ਤਸਵੀਰ ਬਣਾਊਗਾ ਵੀ ਲੋਕ ਖੜ ਦੇਖਣਗੇ। ਠੀਕ ਹੈ। ਤਾਂ ਉਹ ਕੀ ਕਾਹਦਾ ਮਾਲਕ ਹੈ? ਸਪੇਸ਼ੀਅਲ ਬੁੱਧੀ ਦਾ ਮਾਲਕ ਹੈ ਉਹ। ਸਪੇਸ਼ੀਅਲ ਬੁੱਧੀ ਦਾ ਪ੍ਰਦਰਸ਼ਨ ਉਹ ਕਰਦਾ ਹੈ। ਟਰਮਨ ਅਨੁਸਾਰ ਪ੍ਰਤਿਭਾਸ਼ਾਲੀ ਬੱਚੇ ਕਾਹਦੇ ਵਿੱਚ ਬਿਹਤਰ ਹੁੰਦੇ ਨੇ? ਉਪਰੋਕਤ ਸਾਰੇ, ਕਿਉਂਕਿ ਸਰੀਰਕ ਵਿਕਾਸ, ਸਿੱਖਿਅਕ ਪ੍ਰਾਪਤੀ ਅਤੇ ਬੁੱਧੀ ਸਾਰਿਆਂ ਵਿੱਚ ਹੀ ਉਹ ਬਿਹਤਰ ਹੁੰਦੇ ਨੇ। ਲਓ ਅੱਗੇ ਗੱਲ ਆ ਗਈ ਮੈਂਟਲ ਏਜ ਦੀ। ਸਮਝੀਏ ਨਾ ਵੀ ਉਹ ਚੀਜ਼ਾਂ ਦੀ ਹੁਣ ਤੁਹਾਨੂੰ ਵੈਲਿਊ ਪਤਾ ਲੱਗ ਰਹੀ। ਹੁਣ ਜਦੋਂ ਤੁਸੀਂ ਕੁਐਸਚਨ ਕਰ ਰਹੇ ਹੋ ਮੈਂ ਕਿੰਨੀ ਮਤਲਬ ਸ਼ਿੱਦਤ ਨਾਲ ਤੁਹਾਨੂੰ ਕਿਹਾ ਸੀ ਮੈਂਟਲ ਏਜ ਅਲੱਗ ਚੀਜ਼ ਹੈ ਜਿਹਦੀ ਗੱਲ ਵਿਨੇ ਕਰਦਾ, ਅਤੇ IQ ਦਾ ਕਨਸੈਪਟ ਅਲੱਗ ਚੀਜ਼ ਹੈ ਜਿਹਦੀ ਗੱਲ ਸਟਰਨ ਕਰਦਾ। ਠੀਕ ਹੈ। ਫਾਰਮੂਲਾ ਟਰਮਨ ਦਿੰਦਾ। ਠੀਕ ਹੈ। ਤਾਂ ਨੈਕਸਟ ਗੱਲ ਕਰਦੇ ਹਾਂ ਆਪਾਂ ਮੋਸਟ ਇੰਪੋਰਟੈਂਟ ਫੈਕਟਰ ਇਨਫਲੂਐਂਸ ਹਿਊਮਨ ਇੰਟੈਲੀਜੈਂਸ, ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨੋਂ ਪ੍ਰਭਾਵਿਤ ਕਰਦੇ ਨੇ। ਤਾਂ ਬੋਥ A ਐਂਡ B ਮਤਲਬ C ਆਪਸ਼ਨ ਜਿਹੜਾ ਉਹ ਸਾਡਾ ਰਾਈਟ ਹੋ ਗਿਆ। ਨੈਕਸਟ ਗੱਲ ਆ ਗਈ ਸਟੇਨਬਰਗ ਦੀ। ਠੀਕ ਹੈ। ਹੁਣ ਇਹ ਸਟੇਨਬਰਗ ਬਾਰੇ ਸ਼ਾਇਦ ਮੈਂ ਇਹਨੂੰ ਸਟਰਨਬਰਗ ਹੀ ਕੰਸੀਡਰ ਕਰਦਾ। ਠੀਕ ਹੈ। ਸਟੇਨਬਰਗ ਨੇ ਲਿਖੇਗਾ ਤਾਂ ਸਟਰਨਬਰਗ ਉਹੀ ਗੱਲ ਦੇਖੋ, ਪ੍ਰੈਕਟੀਕਲ ਅਤੇ ਐਨਾਲਿਟਿਕ ਆਪਾਂ ਨੇ ਪੜ੍ਹੇ ਹੈ। ਆਪਾਂ ਆਪਸ਼ਨ ਰਿਮੂਵ ਕਰਦੇ ਹਾਂ। ਆਪਾਂ ਨੇ ਅਬਸਟਰੈਕਟ ਵਾਲਾ ਨਹੀਂ ਪੜ੍ਹਿਆ ਸੀ ਸਟਰਨਬਰਗ 'ਚ, ਤਾਂ ਇਹ ਆਪਸ਼ਨ ਕੱਟ ਗਈ। ਅਬਜ਼ਰਵੇਸ਼ਨ ਵੀ ਨਹੀਂ ਪੜ੍ਹਿਆ ਸੀ ਇਹ
ਘਟ ਗਈ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਵੀ ਆਪਾਂ ਕ੍ਰਿਟੀਕਲ ਨੂੰ ਜਾਂ ਸਿੰਥੈਟਿਕ ਨੂੰ ਕਿਹੜੀ ਨੂੰ ਮੰਨੀਏ। ਉਹਨਾਂ ਨੇ ਆਪਸ਼ਨ ਬੀ ਮਤਲਬ ਇਹਦੇ ਵਿੱਚ ਆਫੀਸ਼ੀਅਲੀ ਆਨਸਰ ਕੀ ਦੇ 'ਚ ਇਹ ਪੇਪਰ ਦੇ ਵਿੱਚ ਇਹਨਾਂ ਨੇ ਸੀ ਆਪਸ਼ਨ ਰਾਈਟ ਕੀਤੀ ਸੀ। ਠੀਕ ਹੈ, ਅਤੇ ਇਹਦੇ ਨਾਲ ਆਪਾਂ ਜਾਵਾਂਗੇ। ਨੈਕਸਟ ਗੱਲ ਕਰਦੇ ਹਾਂ ਆਪਾਂ ਹੂ ਗੇਵ ਟੂ ਫੈਕਟਰ ਥਿਊਰੀ। ਯਾਰ ਇੰਨੇ ਫੇਵਰੇਟ ਕਿਉਂ ਨੇ ਇਹ ਇੰਟੈਲੀਜੈਂਸ ਵਾਲੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੇਪਰ ਪਾਉਣ ਵਾਲਿਆਂ ਦੀ ਵੀ ਸਪੀਅਰਮੈਨ ਕਰਵਾ ਰੱਖੀ ਯਾਰ। ਠੀਕ ਹੈ, ਸਪੀਅਰਮੈਨ ਇਹਨਾਂ ਤਾਂ ਸਿੱਧੂ ਮੂਸੇ ਵਾਲਾ ਬਣਾ ਰੱਖੇਗਾ। ਤਾਂ ਦੇਖੋ ਅੱਗੇ ਗੱਲ ਆ ਗਈ ਹੂ ਗੇਵ ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ, ਸਪੀਅਰਮੈਨ ਜੀ ਅਤੇ ਐਸ। ਠੀਕ ਹੈ, ਤਾਂ ਕੰਸੈਪਟ ਆਫ ਮੈਂਟਲ ਏਜ ਲੈ ਮੈਂਟਲ ਏਜ ਤੇ 2023 ਵਾਲੇ ਵੀ ਫਸੇ ਪਏ ਨੇ ਉਰੀ। ਕਹਿੰਦੇ ਮੈਂਟਲ ਏਜ ਦੀ ਗੱਲ ਕੀ ਨਹੀਂ ਕੀਤੀ, ਮੈਂ ਕਹਿ ਦੂੰਗਾ ਬਿਨੇ ਨਹੀਂ ਕੀਤੀ ਹੈ। ਕਿੱਡੀ ਗੱਲ ਹੈ ਯਾਰ, ਆਪਾਂ ਨਹੀਂ ਉਲਝਦੇ। ਅੱਜ ਦੀ ਕਲਾਸ ਇਹਨੇ ਲਗਾ ਲਈ, ਮੈਂ ਕਹਿੰਦਾ ਉਹ ਇੰਟੈਲੀਜੈਂਸੀ ਦੇ ਟੌਪਿਕ 'ਚ ਸਵਾਲ ਨਹੀਂ ਗਲਤ ਕਰਕੇ ਆਊਗਾ, ਚਾਹੇ ਪੇਪਰ 'ਚ ਆਪਦਾ ਰੋਲ ਨੰਬਰ ਗਲਤ ਕਰਕੇ ਆ ਜੇ। ਇਹ ਤਾਂ ਮਜ਼ਾਕ ਦੀ ਗੱਲ ਹੈ, ਕਰਿਓ ਨਾ। ਠੀਕ ਹੈ, ਨੰਬਰ ਚਾਹੇ ਇੱਕ ਅੱਧਾ ਘੱਟ ਆ ਜੇ, ਉਹ ਚੀਜ਼ਾਂ ਨੂੰ ਜ਼ਰੂਰ ਚੈੱਕ ਕਰਿਆ ਕਰੋ, ਮਜ਼ਾਕ ਦੀ ਗੱਲ ਸੀ। ਤਾਂ ਅੱਗੇ ਰਵੇਨ ਪ੍ਰੋਗਰੈਸਿਵ ਮੈਟ੍ਰਿਸਿਸ ਦਾ ਟੈਸਟ ਹੈ ਜਿਹੜਾ ਉਹ ਕਿਸ ਟਾਈਪ ਦਾ। ਹੁਣ ਇਹ ਤਾਂ ਯਾਰ ਜਮੀ ਇਸੀ ਜਗ੍ਹਾ ਤੋਂ ਹੋ ਗਿਆ ਹੈ ਨਾ। ਤਾਂ ਇਹ ਕੀ ਹੈ, ਨੌਨ ਵਰਬਲ ਹੈ ਅਤੇ ਗਰੁੱਪ ਹੈ। ਠੀਕ ਹੈ, ਦੇਖੋ ਆਪਾਂ ਜਿਹੜਾ ਉੱਪਰ ਹੁਣ ਇੱਥੇ ਆਪਸ਼ਨ ਦੇਖ ਲਏ ਤੁਸੀਂ, ਆਪਾਂ ਉੱਪਰ ਜਾ ਕੇ ਆਉਂਦੇ ਹਾਂ ਵੀ ਇਹ ਮਤਲਬ ਕਿਵੇਂ ਤੁਹਾਨੂੰ ਉਹ ਚੀਜ਼ਾਂ ਕੰਮ ਦੇਣਗੀਆਂ ਨਹੀਂ ਆਪਾਂ ਨੇ ਅੱਜ ਪੜ੍ਹੀਆਂ ਨਹੀਂ। ਤੁਸੀਂ ਇਹ 'ਚ ਦੇਖੋਗੇ ਜਦੋਂ ਵੀ ਉਹ ਚੀਜ਼ਾਂ ਉੱਪਰ ਉਹ ਹੈਡਿੰਗ ਤੁਹਾਡੇ ਕੰਮ ਆਊਗਾ। ਜਿਵੇਂ ਦੇਖੋ ਇੱਥੇ ਹੈਡਿੰਗ ਕੰਮ ਆਇਆ, ਹੁਣ ਤੁਹਾਨੂੰ ਇਹ ਚੀਜ਼ ਲਿਖਿਆ ਰੱਖੀ ਹੈ, ਮੈਂ ਇਹ ਚੀਜ਼ ਲਿਖਿਆ ਤੀ ਨਾ। ਹੁਣ ਜਿਹੜਾ ਇਹ ਹੈ ਇਹ ਕੁਐਸਚਨ 'ਚ ਆ ਗਿਆ, ਤਾਂ ਇੱਥੇ ਤੁਸੀਂ ਚੱਕੋਗੇ ਵੀ ਇਹ ਕੀ ਹੈ, ਨੌਨ ਵਰਬਲ ਵੀ ਹੈ ਅਤੇ ਗਰੁੱਪ ਵੀ ਹੈ। ਹੋ ਸਕਦਾ ਅਗਲੀ ਵਾਰ ਆਪਸ਼ਨ 'ਚ ਇਕੱਲਾ ਨੌਨ ਵਰਬਲ ਲਿਖਿਆ ਹੋਵੇ, ਹੋਰ ਕੋਈ ਆਪਸ਼ਨ ਨਾ ਮੈਚ ਕਰਦੀ ਹੋਵੇ, ਤਾਂ ਤੁਸੀਂ ਆਪਸ਼ਨ ਨੂੰ ਸਭ ਤੋਂ ਬੈਸਟ ਸਿਲੈਕਟ ਕਰਨਾ ਹੈ। ਠੀਕ ਹੈ, ਤਾਂ ਇੱਥੇ ਨੌਨ ਵਰਬਲ ਅਤੇ ਗਰੁੱਪ ਇਹ ਆਪਸ਼ਨ ਦੇ ਵਿੱਚ ਆਪਾਂ ਨੇ ਸਿਲੈਕਟ ਕੀਤਾ ਹੈ। ਤਾਂ ਇਹਨਾਂ ਨੇ ਉਲਝਾਉਣ ਲਈ ਆਪਸ਼ਨਾਂ ਬਹੁਤ ਵਧੀਆ ਤਰੀਕੇ ਨਾਲ ਕੁਐਸਚਨ ਫਿੱਟ ਕੀਤਾ ਹੁੰਦਾ ਹੈ, ਤਾਂ ਕਿ ਪੇਪਰ ਮਤਲਬ ਜਿਹੜਾ ਤੁਸੀਂ ਦੇ ਰਹੇ ਹੋ ਪੇਪਰ ਤੁਸੀਂ ਉਲਝ ਜਾਓ। ਇਹੋ ਜਿਹੇ ਤਰੀਕੇ ਨਾਲ ਇਹਨੇ ਸੈੱਟ ਕੀਤਾ ਹੁੰਦਾ, ਕਿਉਂਕਿ ਦੇਖੋ ਵਰਬਲ ਵੀ ਲਿਖ ਰੱਖੇ ਹੈ। ਠੀਕ ਹੈ, ਇੱਥੇ ਵਰਬਲ ਦੇ ਨਾਲ ਗਰੁੱਪ ਵੀ ਲਿਖ ਰੱਖਿਆ, ਤੁਸੀਂ ਗਰੁੱਪ 'ਚ ਉਲਝ ਜਾਓ। ਠੀਕ ਹੈ, ਤਾਂ ਇੱਥੇ ਵਰਬਲ ਫੇਰ ਲਿਖ ਰੱਖੇ ਹੈ। ਠੀਕ ਹੈ, ਇੰਡੀਵਿਜੂਅਲ ਲਿਖ ਰੱਖਿਆ। ਤਾਂ ਇਹ ਚੀਜ਼ਾਂ ਨੂੰ ਦੇਖਿਆ ਕਰੋ। ਆਪਣਾ ਬੀ ਆਪਸ਼ਨ ਇਸ 'ਤੇ ਰਾਈਟ ਆਨਸਰ ਹੋ ਗਿਆ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਇੱਥੇ ਦੇਖੋ ਇੱਥੇ ਇਹਨਾਂ ਨੇ ਸਟਰਨ ਵਰਗ ਦੇ ਵਿੱਚੋਂ ਕੁਐਸਚਨ ਪੁੱਛ ਰੱਖਿਆ ਹੈਗਾ ਟ੍ਰੈਰਿਕ ਥਿਊਰੀ। ਅੱਛਾ ਇਹ ਆਪਾਂ ਕਰ ਚੁੱਕੇ ਹਾਂ ਨਾ ਪਹਿਲਾਂ, ਤਾਂ ਏ ਆਪਸ਼ਨ ਇਸ ਦਾ ਰਾਈਟ ਆਨਸਰ ਹੋ ਗਿਆ। ਠੀਕ ਹੈ, ਉਹੀ ਹੈ ਬਸ, ਇਹਦਾ ਕਿਹੜਾ ਇਹ ਚੀਜ਼ ਨੂੰ ਸ਼ਾਮਲ ਨਹੀਂ ਕਰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਲਓ। ਇਹ ਦੇਖੋ ਥਰਸਟਨ ਵੀ ਯਾਰ ਕਾਫੀ ਇੰਪੋਰਟੈਂਟ ਬਣਦਾ ਜਾ ਰਿਹਾ ਨਾ ਅੱਜ ਕੱਲ੍ਹ। ਤਾਂ ਥਰਸਟਨ ਇਜ਼ ਅ ਗਰੁੱਪ ਆਫ ਫੈਕਟਰ ਸਟਰਕਚਰ ਆਫ ਇੰਟੈਲੀਜੈਂਸ ਡਜ਼ ਨਾਟ ਇਨਕਲੂਡ ਵਿਚ ਆਫ ਫੋਲੋਇੰਗ। ਇਹ ਉਹੀ ਹੈ, ਪ੍ਰਾਇਮਰੀ ਮੈਂਟਲ ਐਬਿਲਿਟੀ ਵਾਲਾ ਹੀ ਹੈ ਇਹ। ਠੀਕ ਹੈ, ਤਾਂ ਇਹ ਕਿਹੜੀ ਚੀਜ਼ਾਂ ਦੀ ਗੱਲ ਕਰਦਾ, ਦੇਖੋ ਨੰਬਰ ਫੈਕਟਰ ਦੀ ਗੱਲ ਕਰਦਾ। ਠੀਕ ਹੈ, ਮੈਮਰੀ ਦੀ ਵੀ ਗੱਲ ਕਰਦਾ ਅਤੇ ਵਰਡ ਫਲੂਐਂਸੀ ਦੀ ਵੀ ਗੱਲ ਕਰਦਾ। ਇਹ ਅਬਸਟਰੈਕਟ ਥਿੰਕਿੰਗ ਦੀ ਨਹੀਂ ਗੱਲ ਕਰਦਾ। ਤਾਂ ਡੇ ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਸਮਝ ਗਏ ਨਾ, 7 ਫੈਕਟਰ ਜ਼ਿਆਦਾ ਕਰਾਏ ਸੀ ਇਹਦੇ ਆਪਾਂ ਨੇ ਗਰੁੱਪ ਫੈਕਟਰ ਥਿਊਰੀ ਦੇ ਵਿੱਚ। ਤਾਂ 7 ਫੈਕਟਰਾਂ ਦੇ ਵਿੱਚ ਅਬਸਟਰੈਕਟ ਥਿੰਕਿੰਗ ਦਾ ਫੈਕਟਰ ਨਹੀਂ ਕਿਤੇ ਆਉਂਦਾ। ਠੀਕ ਹੈ, ਇਹਨਾਂ ਨੇ ਨਹੀਂ ਪੁੱਛਿਆ ਸੀ, ਤਾਂ ਆਪਾਂ ਨੇ ਡੀ ਆਪਸ਼ਨ ਸਲੈਕਟ ਕਰ ਲਈ। ਵਿਚ ਆਫ ਫੋਲੋਇੰਗ ਇਜ਼ ਨਾਟ ਏ ਪਾਰਟ ਆਫ ਫੈਕਟਰ ਥਿਊਰੀਜ਼ ਆਫ ਇੰਟੈਲੀਜੈਂਸ। ਮਤਲਬ ਕਿ ਜਿਹੜਾ ਸਟਰਨ ਵਰਗ ਹੈ ਇਹ ਇੰਟੈਲੀਜੈਂਸ 'ਚ ਤਾਂ ਆਪਾਂ ਨੇ ਗਿਣੀ ਹੀ ਹੈ, ਪਰ ਫੈਕਟਰਾਂ ਥਿਊਰੀ ਦੇ ਵਿੱਚ ਆਪਾਂ ਕਹਿ ਸਕਦੇ ਵੀ ਇਹਦੀ ਹਾਇਰਾਰਕੀ ਅਤੇ ਗਿਲਫੋਰਡ ਅਤੇ ਥਰਸਟਨ ਇਹਨਾਂ ਨੂੰ ਆਪਾਂ ਕੰਸੀਡਰ ਕਰ ਲਾਂਗੇ। ਸਟਰਨ ਵਰਗ ਇਹਦੇ ਵਿੱਚ ਆਪਾਂ ਰਾਈਟ ਆਨਸਰ ਸਿਲੈਕਟ ਕਰ ਲਾਂਗੇ। ਨੈਕਸਟ ਗੱਲ ਹੈ ਸਟੇਨਫੋਰਡ ਵਿਨੀ ਟੈਸਟ ਇਹ ਜੇ ਟਾਈਪ ਆਫ ਵਿੱਚ ਇਹਨਾਂ 'ਚ ਦੇਖੋ ਦੱਸੋ ਕਿਹੜਾ ਹੈਗਾ। ਸਟੇਨਫੋਰਡ ਵਿਨੀ ਇਹ ਉਹੀ ਤਾਂ ਨਹੀਂ ਯਾਰ ਕਿਤੇ ਟਰਮਨ ਵਾਲਾ ਹੈ ਨਾ। ਟਰਮਨ ਨੇ ਜਿਹੜਾ ਫਾਇਦਾ ਚੁੱਕਿਆ ਸੀ ਜਿੱਥੇ ਉਹ ਕੰਮ ਕਰਦਾ ਸੀ ਨਾਲ ਵਿਨੀ ਵਾਲੇ ਟੈਸਟ ਨੂੰ ਸੋਧਤਾ ਉਹਨੇ ਫੜ ਕੇ। ਠੀਕ ਹੈ, ਤਾਂ ਉਹੀ ਹੈ ਇਹ। ਤਾਂ ਇਹ ਕਾਹਦੇ 'ਚ ਪੜ੍ਹਿਆ ਸੀ ਆਪਾਂ ਨੇ, ਦੇਖੋ ਗੱਲ ਸੁਣੋ, ਇਹ ਆਪਾਂ ਨੇ ਵਰਬਲ 'ਚ ਵੀ ਪੜ੍ਹਿਆ ਸੀ ਅਤੇ ਇੰਡੀਵਿਜੂਅਲ 'ਚ ਵੀ ਪੜ੍ਹਿਆ ਸੀ। ਸਮਝ ਰਹੇ ਹੋ, ਇੰਡੀਵਿਜੂਅਲ 'ਚ ਵੀ ਪੜ੍ਹਿਆ ਸੀ ਅਤੇ ਵਰਬਲ 'ਚ ਵੀ ਪੜ੍ਹਿਆ ਸੀ। ਇਹਦਾ ਮਤਲਬ ਇਹ ਕੀ ਹੋ ਗਿਆ, ਇੰਡੀਵਿਜੂਅਲ ਵਰਬਲ ਟੈਸਟ ਹੋ ਗਿਆ। ਸਮਝ ਗਏ ਵੀ ਆਪਸ਼ਨਾਂ ਦੇਖੋ ਕਿੰਨੇ ਤਰੀਕੇ ਨਾਲ ਸੈੱਟ ਕੀਤੀਆਂ ਹੁੰਦੀਆਂ ਨੇ। ਤੁਸੀਂ ਕਨਫਿਊਜ਼ ਹੋ, ਜੇ ਅਧੂਰੀ ਨੌਲੇਜ ਹੈ ਤਾਂ ਤੁਸੀਂ ਫਸ ਜਾਓਗੇ ਕਿਤੇ ਨਾ ਕਿਤੇ। ਤਾਂ ਇਹ ਵਰਬਲ ਵੀ ਹੈ ਅਤੇ ਇੰਡੀਵਿਜੂਅਲ ਵੀ ਹੈ, ਇਸ ਕਰਕੇ ਆਪਸ਼ਨ ਸੀ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਤਾਂ ਇਹਨੂੰ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਨੇ ਕਿਵੇਂ ਕਿੱਥੇ ਕੰਸੀਡਰ ਕੀਤਾ ਸੀ ਇਹਨੂੰ। ਠੀਕ ਹੈ, ਬਿਨੇ ਟੈਸਟ ਨੂੰ। ਇਹ ਦੇਖੋ ਜੀ ਬਿਨੇ ਟੈਸਟ ਨੂੰ ਆਪਾਂ ਨੇ ਇੱਕ ਤਾਂ ਇੱਥੇ ਕੰਸੀਡਰ ਕਰਿਆ ਸੀ ਕਾਹਦੇ 'ਚ, ਵਰਬਲ 'ਚ। ਠੀਕ ਹੈ, ਅਤੇ ਇਸ ਤੋਂ ਬਾਅਦ ਬਿਨੇ ਟੈਸਟ ਨੂੰ ਆਪਾਂ ਨੇ ਇੱਥੇ ਵੀ ਕੰਸੀਡਰ ਕਰਿਆ ਸੀ। ਦੇਖੋ ਬਿਨੇ ਟੈਸਟ ਇਹ ਇੱਥੇ ਇੰਡੀਵਿਜੂਅਲ 'ਚ। ਤਾਂ ਸਟੇਨਫੋਰਡ ਬਿਨੇ ਟੈਸਟ ਹੈ ਜਿਹੜਾ ਇਹ ਇੰਡੀਵਿਜੂਅਲ ਵੀ ਹੈ ਅਤੇ ਇਹ ਵਰਬਲ ਵੀ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਨੇ ਆਪਸ਼ਨ ਜਿਹੜੀ ਉਹ
ਸਿਲੈਕਟ ਕਰਨੀ ਹੁੰਦੀ ਹੈ ਤਾਂ ਪੇਪਰ ਪਾਉਣ ਵਾਲੇ ਬੜੇ ਘੈਂਟ ਤਰੀਕੇ ਨਾਲ ਕੁਐਸਚਨ ਨੂੰ ਸੈੱਟ ਕਰਦੇ ਨੇ। ਠੀਕ ਹੈ, ਤਾਂ ਨੈਕਸਟ ਲਓ ਫਿਰ ਡੈਫੀਨੇਸ਼ਨ 'ਚੋਂ ਕੁਐਸਚਨ ਫੇਰ ਪੁੱਛ ਲਿਆ ਇਹਨਾਂ ਨੇ। ਠੀਕ ਹੈ, ਪੇਪਰ 'ਚ ਮਤਲਬ ਬਹੁਤ ਘੈਂਟ ਕੁਐਸਚਨ ਪਾਏ ਹੋਏ ਸੀ, ਤਾਂ ਹੀ ਇਹ ਟੌਪਿਕ 'ਤੇ ਅੱਜ ਇੰਨਾ ਟਾਈਮ ਤੁਹਾਨੂੰ ਲਗਾਉਣਾ ਪੈ ਰਿਹਾ ਵੀ ਇੰਨਾ ਇੰਪੋਰਟੈਂਟ ਟੌਪਿਕ ਹੈ ਇਹ। ਠੀਕ ਹੈ, ਤਾਂ ਦੇਖੋ ਟਰਮਨ ਡਿਫਾਈਨਸ ਇੰਟੈਲੀਜੈਂਸ ਇਨ ਟਰਮ ਆਫ, ਕਿਸ ਤਰ੍ਹਾਂ ਦੀ ਟਰਮ ਇਹਨੂੰ ਦੱਸਿਆ ਟਰਮਨ ਨੇ ਕਿਸ ਤਰ੍ਹਾਂ ਦੀ ਟਰਮ ਹੋ ਗਈ ਹੈ ਨਾ। ਤਾਂ ਟਰਮਨ ਬੁੱਧੀ ਨੂੰ ਕਿਸ ਪ੍ਰਕਾਰ ਪਰਿਭਾਸ਼ਿਤ ਕਰਦਾ ਹੈ ਕਿ ਉਹ ਅਡੈਪਟੇਸ਼ਨ ਦੀ ਗੱਲ ਕਰਦਾ ਹੈ, ਵੀ ਉਹਦੀ ਐਡਜਸਟਮੈਂਟ ਦੀ ਗੱਲ ਕਰਦਾ ਉਹ ਨਾ, ਕਿ ਉਹ ਅੰਡਰਸਟੈਂਡਿੰਗ ਦੀ ਗੱਲ ਕਰਦਾ ਹੈ, ਕਿ ਉਹ ਮਤਲਬ ਪ੍ਰੋਬਲਮ ਸੋਲਵਿੰਗ ਦੀ ਗੱਲ ਕਰਦਾ ਹੈ, ਜਾਂ ਫਿਰ ਉਹ ਅਬਸਟਰੈਕਟ ਟਰਮ ਦੇ ਰੂਪ ਵਿੱਚ ਦੱਸ ਰਿਹਾ ਉਹਨੂੰ, ਅਬਸਟਰੈਕਟ ਥਿੰਕਿੰਗ ਦੱਸ ਰਿਹਾ ਹੈ ਨਾ। ਉਹ ਕੀ ਕਹਿ ਰਿਹਾ, ਅਬਿਲਿਟੀ ਟੂ ਥਿੰਕ ਹੈ ਨਾ, ਅਬਿਲਿਟੀ ਟੂ, ਉਹ ਅਬਸਟਰੈਕਟ ਥਿੰਕਿੰਗ ਦੇ ਰੂਪ ਵਿੱਚ ਉਸਨੇ ਪਰਿਭਾਸ਼ਿਤ ਕੀਤਾ ਇਹਨੂੰ। ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਏਗਾ, ਅਬਿਲਿਟੀ ਟੂ ਥਿੰਕ ਇਨ ਅਬਸਟਰੈਕਟ ਟਰਮਸ, ਮਤਲਬ ਕਿ ਉਸਨੂੰ ਅਮੂਰਤ ਚਿੰਤਨ ਉਸਨੇ ਆਖਿਆ। ਠੀਕ ਹੈ, ਸੰਖੇਪ ਸ਼ਬਦਾਂ 'ਚ ਨਹੀਂ ਆਪਾਂ ਇਹਨੂੰ ਕਹਿ ਸਕਦੇ, ਮੈਂ ਕਹਿੰਦਾ ਇੱਥੇ ਹੋਰ ਵੀ ਬੈਸਟ ਪੰਜਾਬੀ 'ਚ ਟਰਾਂਸਲੇਸ਼ਨ ਕੀ ਹੋ ਸਕਦਾ ਸੀ ਵੀ ਅਮੂਰਤ ਚਿੰਤਨ ਦੀ ਯੋਗਤਾ ਆਖੀ ਉਹਨੇ। ਠੀਕ ਹੈ, ਤਾਂ ਅਬਸਟਰੈਕਟ ਥਿੰਕਿੰਗ ਦੀ ਉਹ ਗੱਲ ਕਰਦਾ ਵੀ ਇੰਟੈਲੀਜੈਂਸ ਕੀ ਇੱਕ ਅਬਸਟਰੈਕਟ ਥਿੰਕਿੰਗ ਹੈ। ਠੀਕ ਹੈ, ਤਾਂ ਟਰਮਨ ਦੀ ਵੀ ਗੱਲ ਆਪਾਂ ਨੇ ਕਰ ਲਈ। ਤਾਂ ਨੈਕਸਟ ਕੁਐਸਚਨ ਜੋ ਮੈਂ ਮਤਲਬ ਖੁਦ ਤਿਆਰ ਕੀਤੇ ਨੇ, ਫਿਰ ਮੇਰਾ ਵੀ ਜੀ ਕਰਿਆ ਜਦੋਂ ਹੁਣ ਇਹਨਾਂ ਦਾ ਫੇਵਰੇਟ ਟੌਪਿਕ ਇਹ ਤਿਆਰ ਕਰਨ ਵਾਲਿਆਂ ਦਾ, ਤਾਂ ਮੈਂ ਵੀ ਤਿਆਰ ਕੀਤੇ। ਤਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਬੁੱਧੀ ਟੈਸਟ ਕਿਸ ਨੇ ਤਿਆਰ ਕੀਤਾ, ਪੰਜਾਬੀ 'ਚ PS ਹੁੰਦਲ ਨੇ। ਠੀਕ ਹੈ, ਸਿੰਪਲ ਜੀ ਗੱਲ ਹੈ। ਤਾਂ ਆਰਮੀ ਬੀਟਾ ਟੈਸਟ ਕਿਸ ਪ੍ਰਕਾਰ ਦਾ ਹੈ, ਕਮੈਂਟ ਬਾਕਸ ਵਿੱਚ ਤੁਸੀਂ ਲਿਖੋਗੇ 2 ਨੰਬਰ, ਅਤੇ ਇਹਦਾ ਆਨਸਰ ਜਿਹੜਾ ਉਹ ਕਮੈਂਟ ਬਾਕਸ ਵਿੱਚ ਲਿਖੋਗੇ। ਠੀਕ ਹੈ, ਨੈਕਸਟ ਗੱਲ ਹੈ ਜੀ ਸਟੈਨਫੋਰਡ ਬਿਨੀ ਟੈਸਟ ਕਿਸ ਪ੍ਰਕਾਰ ਦੇ ਵਿਅਕਤੀਆਂ ਦੀ ਬੁੱਧੀ ਮਾਪਣ ਵਿੱਚ ਢੁਕਵਾਂ ਹੈ। ਤਾਂ ਇਹ ਕੁਐਸਚਨ ਨੰਬਰ 3 ਹੈ, ਇਹਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ ਵਿੱਚ ਲਿਖੋਗੇ। ਠੀਕ ਹੈ, ਕਮੈਂਟ ਬਾਕਸ ਦੇ ਵਿੱਚ ਮੈਂ ਇੱਦਾਂ ਕਰਾਂਗਾ, ਜੇਕਰ ਹਾਲੇ ਵੀ ਕੋਈ ਦੋਸਤ ਬੈਠੇ ਹੈ ਮੈਂ ਉਹਨੇ ਪੂਰੀ ਕਲਾਸ ਦੇਖ ਲਈ ਅਤੇ ਇਹਨਾਂ ਕੁਐਸਚਨ ਦਾ ਜਵਾਬ ਨਹੀਂ ਤੁਹਾਨੂੰ ਆਉਂਦਾ, ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਜਿਹੜੇ ਆਨਸਰ ਨੇ ਉਹ ਪੈਨ ਕਰ ਦਾਂਗਾ ਜੀ, ਤੁਸੀਂ ਉਹ ਉੱਥੇ ਤੋਂ ਚੈੱਕ ਆਨਸਰ ਕਰ ਲਓਗੇ। ਵੈਸੇ ਇਹ ਚੀਜ਼ ਹੋਣੀ ਨਹੀਂ ਚਾਹੀਦੀ, ਮੈਨੂੰ ਲੱਗਦਾ ਵੀ ਅੱਜ ਦੀ ਕਲਾਸ ਲਗਾ ਕੇ ਮੈਨੂੰ ਇੰਨੀ ਸੈਟਿਸਫੈਕਸ਼ਨ ਹੈ ਵੀ ਇਹ ਸਵਾਲਾਂ ਦੇ ਜਵਾਬ ਤੁਸੀਂ ਖੁਦ ਦੇ ਲਓਗੇ। ਠੀਕ ਹੈ, ਮੈਨੂੰ ਵਿਸ਼ਵਾਸ ਹੈ ਤੁਹਾਡੇ 'ਤੇ। ਤਾਂ ਸਟੈਨਫੋਰਡ ਬਿਨੀ ਟੈਸਟ ਜਿਹੜਾ ਇਹ ਕਿਸ ਪ੍ਰਕਾਰ ਦਾ ਟੈਸਟ ਹੈ, ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤੁਸੀਂ 3 ਨੰਬਰ ਪਾ ਕੇ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਗੱਲ ਆ ਗਈ ਗਾਰਡਨਰ ਦੇ ਅੰਤਰਾ ਵਿਅਕਤੀਗਤ ਬੁੱਧੀ, ਇੰਟਰਾਪਰਸਨਲ ਦੀ ਗੱਲ ਹੈ, ਸਮਝੀ, ਇੰਟਰਾਪਰਸਨਲ ਦੀ ਗੱਲ ਹੈ। ਤਾਂ ਇੰਟਰਾਪਰਸਨਲ ਦੀ ਗੱਲ ਹੈ 4 ਨੰਬਰ ਪਾ ਕੇ ਕਮੈਂਟ ਬਾਕਸ 'ਚ ਲਿਖੋਗੇ। ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਕਲਾਸ ਆਪਣੀ ਹੁੰਦੀ ਹੈ ਸਮਾਪਤ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ, ਅਤੇ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼, ਮਿਹਨਤ ਵੱਡੀ ਲੱਗਦੀ ਹੈ ਕਲਾਸ ਬਣਾਉਣ 'ਤੇ। ਤਾਂ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਫਰੈਂਡ ਸਰਕਲ ਵਿੱਚ, ਤਾਂ ਕਿ ਹਰ ਇੱਕ ਦੋਸਤ ਦਾ ਫਾਇਦਾ ਹੋ ਸਕੇ। ਥੈਂਕ ਯੂ ਸੋ ਮੱਚ।